ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ 'ਚ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਹੋਰਾਂ ਦੇ ਘਰ। ਅੱਜ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਤੇ ਗੱਲਬਾਤ ਕਰਾਂਗੇ। ਇਹ ਕੋਠੀ ਅਮਨ ਅਰੋੜਾ ਹੋਰਾਂ ਨੂੰ ਜਿਹੜੀ ਮਿਲੀ ਹੈ ਇਹ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲ ਹੋਇਆ ਕਰਦੀ ਸੀ। अब मैं अक्सर क्या करदा कि सियासत के अंदर कुछ भी स्थिर या फिर स्थापित नहीं हुंदा। पता नहीं कुर्सी कदों थलों खिसक जानी है तो कदों कुर्सी किसी नूं मिल जानी है। अज राजनीतिक और सियासी जिंदगी ते अमन अरोड़ा दे नाल गलबात करदे हां ते आओ फिर चलदे हां उन्हां नूं मिलण दे लई। सत श्री अकाल बाई जी, की हाल चाल? ठीक हो? कित्थे ने मंत्री साहब? हाँ जी नेता जी, सत श्री अकाल। सत श्री अकाल जी। सत श्री अकाल जी। हाल चाल? ठीक हो महाराज? वेलकम जी, वेलकम। थैंक यू सर, थैंक यू वेरी मच। प्लीज हैव अ सीट। थैंक यू। आओ जी। अच्छा अमन जी, मैं गल करदा सी बाहर जदों कोठी 'ਚ मैं एंटर कीता जी, इसे ड्राइंग रूम 'ਚ चरणजीत सिंह चन्नी होरां दे नाल गलबात हुई। इसे ड्राइंग रूम 'ਚ तुहाडे नाल गलबात हो रही है जी। चलो वैसे तो परमात्मा करे अगली बार भी तुसीं इत्थे होवो, पर पता नहीं लगता सियासत 'ਚ कुछ स्थिर नहीं हुंदा। बिल्कुल जी, बिल्कुल। कदों की हो जाना है। चन्नी साहब इस कोठी 'ਚ रह के ते मुख मंत्री बन गए। ਤੁਹਾਨੂੰ ਵੀ ਇਸ ਕੋਠੀ 'ਚ ਬਹਿ ਕੇ ਸੁਪਨਾ ਆਉਂਦਾ ਮੁੱਖ ਮੰਤਰੀ ਵਾਲਾ? ਨਹੀਂ ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਮੰਗੇਰੀ ਲਾਲ ਦੇ ਸੁਪਨੇ ਨੇ ਜਿਹੜੇ ਉਹ ਮੈਂ ਨਾ ਕਦੇ ਲਏ ਨੇ ਤੇ ਨਾ ਕਦੇ ਪ੍ਰਮਾਤਮਾ ਦਵਾਵੇ। ਅੱਛਾ। ਮੈਂ ਇੱਥੇ ਤੱਕ ਹੀ ਰਮਨ ਜੀ, ਇੱਥੇ ਤੱਕ ਇਸ ਕੋਠੀ ਤੱਕ ਪਹੁੰਚਣ ਦੇ ਲਈ ਹੀ ਮੈਨੂੰ ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ 22 ਸਾਲ ਲੱਗ ਗਏ। 2020 ਦੇ ਵਿੱਚ 3 ਜੁਲਾਈ ਨੂੰ ਉਹਨਾਂ ਦੀ ਡੈਥ ਹੋਈ ਸੀਗੀ ਤੇ 3 ਜੁਲਾਈ 2022 ਨੂੰ ਐਗਜ਼ੈਕਟ 22 ਸਾਲਾਂ ਬਾਅਦ ਮੈਨੂੰ ਮੇਰੇ ਵੱਡੇ ਭਰਾ, ਮੇਰੇ ਲੀਡਰ, ਮੇਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 3 ਜੁਲਾਈ 2022 ਨੂੰ ਯਾਨੀ ਕਿ ਐਗਜ਼ੈਕਟ 22 ਸਾਲਾਂ ਬਾਅਦ ਕੀ ਬਾਤ ਮੈਨੂੰ ਫੋਨ ਕਰਕੇ ਕਿਹਾ ਕਿ ਅਮਨ ਛੋਟੇ ਵੀਰ ਕੱਲ੍ਹ ਤੋਂ ਤੂੰ ਮੇਰੀ ਕੈਬਨਿਟ ਦੇ ਵਿੱਚ ਹੈ ਤੇ 4 ਜੁਲਾਈ ਨੂੰ ਮੈਨੂੰ ਸਹੁੰ ਚੁਕਾਈ ਸੀਗੀ। ਸੋ ਮੈਨੂੰ 22 ਸਾਲ ਦਾ ਲੰਬਾ ਸੰਘਰਸ਼ ਲੱਗ ਗਿਆ। ਆਪਦੀ ਲਾਈਫ ਦੇ ਪੀਕ ਜਵਾਨੀ ਦੇ ਜਿਹੜੇ ਸਾਲ ਸੀ ਉਹ ਇੱਥੇ ਤੱਕ ਪਹੁੰਚਣ ਦੇ ਲਈ ਲਾਤੇ ਔਰ ਮੈਂ ਪ੍ਰਮਾਤਮਾ ਦਾ, ਸੱਚੇ ਪਾਤਸ਼ਾਹ ਦਾ, ਬਾਬਾ ਨਾਨਕ ਦਾ ਇਸ ਗੱਲ ਦੇ ਲਈ ਬੜਾ ਸ਼ੁਕਰਗੁਜ਼ਾਰ ਹਾਂ ਔਰ ਹਲਕੇ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਕਿ ਇਸ ਕੋਠੀ ਦੇ ਵਿੱਚ ਪਹੁੰਚਾਤਾ। ਤੇ ਗੁਆਂਢ ਮੇਰਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ, ਮੇਰਾ ਵੱਡੇ ਭਰਾ ਨੇ। ਮੈਂ ਇਹੋ ਜਿਹੇ ਜਿਹੜੇ ਸੁਪਨੇ ਨੇ, ਸੁਪਨਿਆਂ ਦੀ ਇਹੋ ਜਿਹੀਆਂ ਦੀ ਕੋਈ ਇੱਛਾ ਨਹੀਂ ਹੈਗੀ। ਹਾਂ, ਪ੍ਰਮਾਤਮਾ ਤੋਂ ਇੰਨਾ ਜ਼ਰੂਰ ਮੰਗੀਦਾ ਕਿ ਪ੍ਰਮਾਤਮਾ ਤੁਸੀਂ ਔਰ ਲੋਕ ਔਰ ਮੇਰੀ ਪਾਰਟੀ ਔਰ ਮੇਰੀ ਲੀਡਰਸ਼ਿਪ ਮੈਨੂੰ ਜਿੱਥੇ ਜੋ ਜ਼ਿੰਮੇਵਾਰੀ ਦੇਣ ਉਹਨੂੰ 100% ਇਮਾਨਦਾਰੀ ਦੇ ਨਾਲ, 100% ਕਮਿਟਮੈਂਟ ਦੇ ਨਾਲ ਤੇ ਡੈਡੀਕੇਸ਼ਨ ਦੇ ਨਾਲ ਉਹਨੂੰ ਨਿਭਾਉਣ ਦਾ ਬਲ ਤੇ ਸਮੱਤ ਬਖਸ਼ਦੇ ਰਹੋ, ਇਹ ਜ਼ਰੂਰ ਮੰਗਦੇ ਹਾਂ। ਹੋਰ ਇਸ ਤੋਂ ਵੱਧ ਕਾਸੇ ਚੀਜ਼ ਦੀ ਇੱਛਾ ਨਹੀਂ ਹੈ ਕਿ ਪਰਮਾਤਮਾ ਦਾ ਦਿੱਤਾ ਹੋਇਆ ਬਹੁਤ ਕੁਛ ਹੈ। ਮੈਂ ਬੀਤੇ ਦਿਨ ਰਾਜਾ ਵੜਿੰਗ ਹੋਰਾਂ ਦੇ ਨਾਲ ਗੱਲਬਾਤ ਕਰਦਾ ਸੀ। ਉਹ ਕਹਿੰਦੇ ਸਿਆਸਤ ਦੇ ਅੰਦਰ ਸੀਐਮ ਦਾ ਸੁਪਨਾ ਵੇਖਣਾ ਕੋਈ ਗੁਨਾਹ ਤਾਂ ਨਹੀਂ ਹੈਗਾ, ਕੋਈ ਮਾੜੀ ਗੱਲ ਤਾਂ ਨਹੀਂ ਹੈ। ਕਹਿੰਦੇ ਮੈਨੂੰ ਲੱਗਦਾ ਕਿ ਵਿਧਾਇਕ ਉਹਨਾਂ ਪਾਵਰਫੁਲ ਨਹੀਂ ਹੁੰਦਾ ਜਿੰਨਾ ਸੀਐਮ ਹੁੰਦਾ। ਤੁਸੀਂ ਮਹਿਸੂਸ ਕਰਦੇ ਹੋ ਕਿ ਮੁੱਖ ਮੰਤਰੀ ਦਾ ਸੁਪਨਾ ਵੇਖਣਾ ਕੋਈ ਗਲਤੀ ਨਹੀਂ ਹੈ? ਨਹੀਂ, ਸੁਪਨੇ ਦੇਖਣੇ ਗਲਤ ਨਹੀਂ ਹੁੰਦਾ ਹੈਗਾ, ਪਰ ਸੁਪਨਾ ਅਸੀਂ ਤੁਸੀਂ ਮਾਨ ਸਾਹਿਬ ਨੂੰ ਕਈ ਵਾਰੀ ਕਹਿੰਦੇ ਸੁਣਿਆ ਹੋਊਗਾ ਤੇ ਅਸੀਂ ਵੀ ਸਾਰੇ ਉਸੇ ਗੱਲ ਦੇ ਉੱਪਰ ਚੱਲਣ ਵਾਲੇ ਆ ਕਿ ਸੁਪਨੇ ਉਹ ਨਹੀਂ ਹੈਗੇ ਜਿਹੜੇ ਤੁਸੀਂ ਰਾਤਾਂ ਨੂੰ ਲੈਂਦੇ ਹੋ। ਸੁਪਨੇ ਉਹ ਨੇ ਜਿਹੜੇ ਤੁਹਾਨੂੰ ਦਿਨੇ ਵੀ ਸੌਣ ਨਾ ਦੇਣ। ਤੇ ਸਾਡਾ ਸੁਪਨਾ ਇੱਕੋ ਹੀ ਹੈ ਕਿ ਜੇ ਅਸੀਂ ਮੁੜ ਦੁਬਾਰਾ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਹੀਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਦਿੰਦੇ ਹਾਂ ਤੇ ਸਾਰੇ ਦੇ ਸਾਰੇ ਪੌਣੇ ਦੇ ਪੌਣੇ 3 ਕਰੋੜ ਬੰਦੇ ਮੁੱਖ ਮੰਤਰੀ ਬਣ ਜਾਣਗੇ। ਤੇ ਜੇ ਸਟੇਟ ਦੇ ਵਿੱਚ ਹੀ, ਸੂਬੇ ਦੇ ਵਿੱਚ ਬਚੇ ਹੀ ਕੁਛ ਨਾ ਤੇ ਫਿਰ ਰਾਜੀ ਵੀ ਰੰਕ ਹੋ ਜਾਣਗੇ। ਸੋ ਇਸ ਕਰਕੇ ਇਹ ਇੰਡੀਵਿਜੂਅਲ, ਹੁਣ ਇਹ ਤਾਂ ਦੇਖੋ ਰਾਜਾ ਵੜਿੰਗ ਜੀ ਦੀ ਗੱਲ ਨੂੰ ਮੈਂ ਗਲਤ ਨਹੀਂ ਕਹਿੰਦਾ, ਪਰ ਇਹ ਤਾਂ ਹੁਣ ਹਰੇਕ ਬੰਦੇ ਦੀ ਆਪਣੀ ਸੋਚ ਹੈ ਨਾ ਕਿ ਉਹਨੇ ਪੌਣੇ 3 ਕਰੋੜ ਲੋਕਾਂ ਦੇ ਪੰਜਾਬ ਨੂੰ ਆਪਦਾ ਪਰਿਵਾਰ ਮੰਨ ਕੇ ਅੱਗੇ ਲੈ ਕੇ ਵਧਣਾ ਹੈ ਕਿ ਇਕੱਲੇ ਇਹ ਦੇਖਣਾ ਵੀ ਯਾਰ ਮੇਰਾ ਟੀਚਾ ਤਾਂ ਆਹ ਮੁੱਖ ਮੰਤਰੀ ਜਾਂ ਆਹ ਮੰਤਰੀ ਬਣਨ ਦਾ ਹੈ। ਜੇ ਉਸ ਟੀਚੇ ਮੁਤਾਬਕ ਚੱਲਣਾ ਹੈ ਤੇ ਉਹਨਾਂ ਟੀਚੇ ਨਹੀਂ ਤਾਂ ਪੰਜਾਬ ਡੋਬਿਆ ਹੈ। ਨਹੀਂ, ਜਿਨ੍ਹਾਂ ਨੇ, ਜਿਹੜੇ ਲੋਕ ਹੁਣ 5-5 ਵਾਰੀ ਜਾਂ 2-2 ਵਾਰੀ ਮੁੱਖ ਮੰਤਰੀ ਬਣ ਗਏ, ਜੇ ਉਹ ਕਹਿੰਦੇ ਜੀ ਮੈਨੂੰ ਪੰਜਾਬ ਦੇ ਲੋਕਾਂ ਨੇ ਹੈੱਡ ਆਫ ਦਾ ਫੈਮਿਲੀ ਬਣਾਤਾ ਤੇ ਹੁਣ ਮੈਂ ਸਾਰੇ ਦੇ ਸਾਰੇ ਆਪਦੇ ਪਰਿਵਾਰ ਨੂੰ ਬਿਹਤਰੀ ਵੱਲ ਲੈ ਕੇ ਜਾਣਾ, ਨੂੰ ਖੁਸ਼ਹਾਲੀ ਵੱਲ ਲੈ ਕੇ ਜਾਣਾ ਤੇ ਫਿਰ ਅੱਜ ਪੰਜਾਬ ਦੇ ਹਾਲਾਤ ਥੋੜੇ ਹੁੰਦੇ ਸੀਗੇ। ਸੋ ਇਹ ਤਾਂ ਆਪੋ ਆਪਣੀ ਸੋਚ ਦਾ ਨਜ਼ਰੀਏ ਦੀ ਗੱਲ ਹੈ ਜੀ। ਤੁਸੀਂ ਕਿਹਾ ਕਿ ਸੀਐਮ ਸਾਹਿਬ ਦੇ ਗਵਾਂਢੀ ਹੋ, ਤੁਸੀਂ ਹਲਕੇ 'ਚ ਵੀ ਗਵਾਂਢੀ ਹੋ
ਤੇ ਤੁਸੀਂ ਗੋਟੀ 'ਚ ਵੀ ਗਵਾਂਢੀ ਹੋ। ਬਿਲਕੁਲ ਜੀ। ਇਹਦਾ ਲਾਹਾ ਮਿਲਦਾ ਫਿਰ? ਬਿਲਕੁਲ ਲਾਹਾ ਮਿਲਦਾ ਜੀ। ਇੱਕ ਪਾਸੇ ਮੇਰਾ ਵੱਡਾ ਭਰਾ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ, ਦੂਜੇ ਪਾਸੇ ਮੇਰੇ ਦੂਜੇ ਵੱਡੇ ਭਰਾ ਮੇਰੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਨੇ। ਸੋ ਦੋਨਾਂ ਦੇ ਵਿਚਾਲੇ ਮੈਨੂੰ ਮੌਕਾ ਦਿੱਤਾ ਸੀਐਮ ਸਾਹਿਬ ਨੇ ਤੇ ਮੇਰੀ ਪਾਰਟੀ ਨੇ ਤੇ ਅਰਵਿੰਦ ਸਰਕਾਰ ਦੀਆਂ ਦੋਵੇਂ ਵੱਡੀਆਂ ਬਾਹਾਂ, ਫਾਈਨਾਂਸ ਮਹਿਕਮਾ ਤੁਹਾਡੇ ਸੱਜੇ ਹੱਥ ਬੈਠਾ, ਸੀਐਮ ਤੁਹਾਡੇ ਖੱਬੇ ਹੱਥ ਬੈਠਾ। ਸੋ ਇਸ ਕਰਕੇ ਮੈਂ ਤਾਂ ਜਦੋਂ ਕਦੇ ਕਿਸੇ ਵੀ ਚੀਜ਼ ਵਾਸਤੇ ਸੀਐਮ ਸਾਹਿਬ ਨੂੰ ਕਿਹਾ ਜੀ, ਨਾ ਤਾਂ ਉਹਨਾਂ ਤੋਂ ਹੋਈ ਨਹੀਂ ਹੈਗੀ। ਔਰ ਜਦੋਂ ਸਹੀ ਨੀਅਤ ਨਾਲ ਨੀਤੀ ਨਾਲ ਕੰਮ ਕਰਨਾ ਹੈ ਜੀ, ਤੇ ਫਿਰ ਇਹ ਤਾਂ ਪਾਰਟੀ ਇਹੋ ਜਿਹੀ ਹੈ ਵੀ ਉੱਪਰ ਤੋਂ ਥੱਲੇ ਤੱਕ ਤੁਸੀਂ ਸਹੀ ਨੀਅਤ ਨਾਲ ਜੇ ਕੰਮ ਕਰ ਰਹੇ ਹੋ, ਪੂਰੀ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਕੰਮ ਕਰੋ, ਨਾ ਤਾਂ ਕਿਸੇ ਗੱਲ ਨੂੰ ਵੀ ਨਹੀਂ ਹੈਗੀ। ਜਿੰਨਾ ਮਰਜ਼ੀ ਕੰਮ ਕਰਾ ਲਓ ਪੰਜਾਬ ਦਾ ਵੀ, ਤੇ ਜਿੰਨਾ ਮਰਜ਼ੀ ਹਲਕਿਆਂ ਦਾ ਕੰਮ ਕਰਾ ਲਓ, ਕੋਈ ਇਸ਼ੂ ਨਹੀਂ ਹੈਗਾ। ਤੁਸੀਂ ਆਪਦੇ ਫਾਦਰ ਸਾਹਿਬ ਦਾ ਜ਼ਿਕਰ ਕੀਤਾ ਤਾਂ ਮੈਂ ਸੁਭਾਵਿਕ ਤੁਹਾਡੀ ਨਿੱਜੀ ਜ਼ਿੰਦਗੀ ਵਾਲੇ ਪਾਸੇ ਆਉਣਾ ਚਾਹੂੰਗਾ। ਸਰਕਾਰ ਦੇ ਅੰਦਰ ਉਹ ਵੀ ਮੰਤਰੀ ਰਹੇ ਆ, ਤੁਹਾਨੂੰ ਸਿਆਸਤ ਗੁੜਤੀ ਦੇ ਅੰਦਰ ਮਿਲੀ ਕਹਿ ਸਕਦੇ ਹਾਂ। ਤੁਹਾਡਾ ਸਿਆਸੀ ਸਫ਼ਰ ਕਿਵੇਂ ਸ਼ੁਰੂ ਹੁੰਦਾ? ਦੇਖੋ, ਮੈਂ ਸਾਡੀ ਫੈਮਿਲੀ ਹੈ ਜਿਹੜੀ, ਉਹ ਪਹਿਲਾਂ ਬਿਜ਼ਨਸ ਫੈਮਿਲੀ ਸੀਗੀ। ਮੇਰੇ ਫਾਦਰ ਟਰੱਕ ਯੂਨੀਅਨ ਦੇ ਪ੍ਰਧਾਨ ਸੀਗੇ, ਬਹੁਤ ਲੰਬਾ ਸਮਾਂ ਰਹੇ। ਅੱਤਵਾਦ ਦੇ ਵਿੱਚ ਹੋਰ ਕਿਸੇ ਨੇ ਹਿੰਮਤ ਨਹੀਂ ਕੀਤੀ ਹੈਗੀ। ਉਹ ਦਲੇਰ ਸੀਗੇ, ਤਗੜੇ ਸੀਗੇ। ਰੋਜ਼ ਟਰੱਕ ਯੂਨੀਅਨ 'ਚ ਡਾਂਗ ਸੋਟਾ ਹੁੰਦਾ ਸੀਗਾ ਤੇ ਦਲੇਰ ਬਹੁਤ ਸੀਗੇ। ਅੱਤਵਾਦ ਦੇ ਸਮੇਂ 'ਚ ਉਹਨਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ ਤੇ 5 ਸਾਲਾਂ 'ਚ ਇੰਨੇ ਕੰਮ ਕਰਾਤੇ ਕਿ 97 ਦੇ ਵਿੱਚ ਦੁਬਾਰਾ ਉਹ ਢੀਂਡਸਾ ਸਾਹਿਬ ਨੂੰ, ਉਦੋਂ ਜਦੋਂ ਸਿਰਫ 14 MLA ਜਿੱਤੇ ਸੀ ਕਾਂਗਰਸ 117 ਚੋਂ, ਉਦੋਂ ਜਿੱਤੇ। ਉਹਨਾਂ ਦੇ ਸਮੇਂ ਦੌਰਾਨ ਕਿਉਂਕਿ ਬਿਜ਼ਨਸ ਸਫਰ ਹੋ ਰਿਹਾ ਸੀਗਾ, ਫਾਦਰ ਨੇ ਮੈਨੂੰ ਔਰ ਬ੍ਰਦਰ ਨੂੰ ਕਿਹਾ ਕਿ ਤੁਸੀਂ ਸੁਨਾਮ ਆ ਕੇ ਕੰਮ ਸੰਭੋ। ਸੋ ਮੈਂ ਬੜੀ ਛੋਟੀ ਉਮਰ ਦੇ 18 ਸਾਢੇ 18 ਸਾਲ ਦੀ ਏਜ ਦੇ ਵਿੱਚ ਹੀ ਬਿਜ਼ਨਸ ਵੀ ਪੈ ਗਿਆ ਔਰ ਪੋਲੀਟਿਕਸ ਦੇ ਵਿੱਚ ਫਾਦਰ ਦੇ ਨਾਲ ਇੰਟਰਸਟ ਹੈ ਜਿਹੜਾ ਉਹਨਾਂ ਦੀ ਸਿੱਖਿਆ ਮੁਤਾਬਕ ਹੌਲੀ ਹੌਲੀ ਸ਼ੁਰੂ ਹੋ ਗਿਆ। ਫਿਰ ਅਨਫੋਰਚੂਨੇਟਲੀ ਵੈਨ ਹੀ ਪਾਸਡ ਅਵੇ ਇਨ 2000, ਉਸ ਤੋਂ ਬਾਅਦ ਫੈਮਿਲੀ ਦੇ ਹਾਲਾਤ ਜਿਹੜੇ ਸਰਕਮਸਟੈਂਸਿਸ ਬਹੁਤੇ ਠੀਕ ਨਹੀਂ ਰਹੇ ਹੈਗੇ। ਬੜਾ ਲੰਬਾ ਸੰਘਰਸ਼ ਚੱਲਿਆ, ਸਿਆਸੀ ਤੌਰ 'ਤੇ ਵੀ, ਫਾਈਨੈਂਸ਼ੀਅਲ ਤੌਰ 'ਤੇ ਵੀ, ਬਿਜ਼ਨਸ ਤੌਰ 'ਤੇ ਵੀ, ਸੋਸ਼ਲ ਸਮਾਜਿਕ ਤੌਰ ਦੇ ਉੱਪਰ ਵੀ। ਕਿਸੇ ਟਾਈਮ ਤਾਂ ਬਿਲਕੁਲ ਐਂ ਜਿਵੇਂ ਇਕੱਲੇ ਕਹਿਰੇ ਹੋ ਗਏ ਸੀ ਕਿ ਪਰਿਵਾਰ ਵੀ ਨਾਲ ਨਹੀਂ ਸੀਗਾ। ਪਰ ਪਰਮਾਤਮਾ ਨੇ ਇਹੋ ਜਿਹੀ ਮਿਹਰ ਕੀਤੀ ਕਿ ਸੱਚੀਆਂ ਨੀਤਾਂ ਨੂੰ ਭਾਗ ਲੱਗ ਜਾਂਦੇ ਨੇ। ਲੜਾਈ ਬਹੁਤ ਲੰਬੀ ਲੜੀ ਵੀ 2000 ਦੇ ਵਿੱਚ ਬਾਈ ਇਲੈਕਸ਼ਨ 'ਚ ਟਿਕਟ ਨਹੀਂ ਮਿਲੀ, 2002 ਦੇ ਵਿੱਚ ਟਿਕਟ ਨਹੀਂ ਮਿਲੀ, ਲੜਾਈ ਲੜਦੇ ਰਹੇ। 2007 'ਚ ਮਿਲੀ, ਹਾਰ ਗਏ। 2012 ਦੇ ਵਿੱਚ ਮਿਲੀ ਟਿਕਟ, ਫਿਰ ਹਾਰ ਗਏ। ਤੇ 2016 ਦੇ ਵਿੱਚ ਫਿਰ ਜਦੋਂ ਇੱਧਰ ਜਨਵਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਤੇ ਪ੍ਰਮਾਤਮਾ ਨੇ ਇਹੋ ਜਿਹੀ ਬਾਂਹ ਫੜੀ, ਅਰਵਿੰਦ ਜੀ ਔਰ ਮਾਨ ਸਾਹਿਬ ਉਹਨਾਂ ਨੇ ਇਹੋ ਜਿਹਾ ਬੁੱਕਲ 'ਚ ਲਿਆ ਕਿ 2017 ਦੇ ਵਿੱਚ ਵੀ ਉਦੋਂ ਦੇ ਰਿਕਾਰਡ ਮੁਤਾਬਕ ਵੱਧ ਵੋਟਾਂ 'ਤੇ ਜਿੱਤੇ ਗਏ। ਤੇ ਹੁਣ ਇਸ ਵਾਰ ਤਾਂ ਸੁਨਾਮ ਦੇ ਲੋਕਾਂ ਨੇ ਕਮਾਲ ਹੀ ਕਰਤੀ ਵੀ ਪੰਜਾਬ ਦਾ ਰਿਕਾਰਡ ਹੈ ਜਿਹੜਾ ਉਹ ਕਾਇਮ ਕਰਤਾ। ਸੋ ਇਹ ਤਾਂ ਦੇਖੋ, ਮੈਂ ਸਿਰਫ ਇੱਕ ਚੀਜ਼ ਮੰਨ ਕੇ ਚੱਲਦਾ ਜੀ ਕਿ ਰਾਜਨੀਤੀ ਦੇ ਵਿੱਚ ਜਿਹੜੇ ਬੰਦੇ ਕੋਲੇ ਸਬਰ ਔਰ ਸਟੈਂਡ ਨਹੀਂ ਨਾ ਹੈਗਾ ਜੀ, ਉਹ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ। ਜਿਹੜਾ ਬੰਦਾ ਉਹੀ ਕਦੇ ਟਪੂਸੀ ਮਾਰ ਕੇ ਕਿੱਧਰ ਤੇ ਸਬਰ ਨਹੀਂ ਹੈਗਾ, ਮੈਂ ਕਹਿੰਦੇ ਅੱਜ ਹੀ ਮੈਨੂੰ ਸਾਰਾ ਕੁਝ ਮਿਲ ਜੇ, ਐਂ ਕੰਮ ਸਭ ਨਹੀਂ ਚੱਲਦਾ ਹੈਗਾ ਜੀ। ਨਹੀਂ, ਤੁਹਾਡਾ ਪਰਿਵਾਰਕ ਕਾਰੋਬਾਰ ਕੀ ਰਿਹਾ ਜੱਦੀ ਪੁਸ਼ਤੀ? ਸਾਡਾ ਸ਼ੁਰੂ ਤੋਂ ਟਰਾਂਸਪੋਰਟ ਦਾ ਕੰਮ ਰਿਹਾ ਜੀ। ਫਾਦਰ ਸਾਹਿਬ ਟਰਾਂਸਪੋਰਟ ਦੇ ਕੰਮ ਸੀਗੇ, ਟਰਾਂਸਪੋਰਟ ਦਾ ਤੇ ਫਾਈਨੈਂਸ ਦਾ। ਤੇ ਫਿਰ ਜਦੋਂ ਮੈਂ ਤੇ ਬ੍ਰਦਰ ਬਿਜ਼ਨਸ 'ਚ ਆ ਗਏ, ਅਸੀਂ ਕੋਲਡ ਸਟੋਰ ਵੀ ਲਗਾਇਆ, ਅਸੀਂ ਫਲੋਰ ਮਿਲ ਵੀ ਲਗਾਈ। ਨੋ ਡਾਊਟ ਆਫਟਰ ਸਮ ਟਾਈਮ ਉਹ ਡਿਸਪੋਜ਼ ਆਫ ਕਰਦੇ ਸੀਗੇ। ਫਿਰ ਸਾਡਾ ਡੈਂਟਲ ਕਾਲਜ ਹੈ। ਤੇ ਉਸ ਤੋਂ ਬਾਅਦ ਫਾਦਰ ਦੀ ਡੈਥ ਤੋਂ ਬਾਅਦ ਮੈਂ ਜਿਹੜਾ ਬਾਕੀ ਸਾਰੇ, ਕਿਉਂਕਿ ਇਕੱਲੇ ਰਹਿ ਗਏ ਸੀਗੇ, ਬ੍ਰਦਰ ਬਾਹਰ ਸ਼ਿਫਟ ਕਰ ਗਏ ਸੀਗੇ, ਤੇ ਫਿਰ ਮੈਂ ਆਪਦੇ ਉਹਨਾਂ ਕੰਮਾਂ ਕਾਰਾਂ ਨੂੰ ਵਾਈਂਡ ਅਪ ਕਰਕੇ ਫਿਰ ਥੋੜ੍ਹਾ ਜਿਹਾ ਰੈਂਟਲਸ ਵਾਲੇ ਪਾਸੇ ਜਿਹੜਾ ਉਸ ਪਾਸੇ ਹੋ ਗਏ। ਰਨਿੰਗ ਬਿਜ਼ਨਸ ਜ਼ਿਆਦਾ ਕੋਈ ਰੱਖੇ ਨਹੀਂ, ਕਿਉਂਕਿ ਸਾਰੀ ਟਾਈਮ ਔਰ ਐਨਰਜੀ ਹੈ ਜਿਹੜੀ ਉਹ ਪੋਲੀਟਿਕਸ। ਜ਼ਮੀਨ ਵੀ ਹੈ ਤੁਹਾਡੇ ਕੋਲ? ਨਹੀਂ, ਜ਼ਮੀਨ ਖੇਤੀ ਮੈਂ ਨਹੀਂ ਕਰਦਾ, ਮਦਰ ਤੇ ਬ੍ਰਦਰ ਥੋੜ੍ਹੀ ਬਹੁਤ ਉਹ ਕਰਦੇ ਨੇ। ਤੇ ਅਮਰੀਕਾ 'ਚ ਤੁਹਾਡਾ ਵੀ ਕੋਈ ਕਾਰੋਬਾਰ ਉੱਥੇ ਵੀ ਹੈ ਜਾਂ? ਨਹੀਂ, ਅਮਰੀਕਾ 'ਚ ਕਾਰੋਬਾਰ ਕੋਈ ਨਹੀਂ ਹੈ ਜੀ। ਬੇਟੀ ਹੈ, ਉਹ ਜ਼ਰੂਰ ਹੁਣ ਪਿੱਛੇ ਜੇ ਉਹਦੀ ਵੈਡਿੰਗ ਕੀਤੀ ਉੱਥੇ। ਠੀਕ ਹੈ। ਤੁਹਾਡੀ ਫੈਮਿਲੀ 'ਚ ਅਮਨ ਜੀ ਕੌਣ ਕੌਣ ਹੈਗਾ? ਮੇਰੀ ਫੈਮਿਲੀ 'ਚ ਵਾਈਫ ਜੀ, ਬੇਟਾ, ਬੇਟੀ ਜਿਹਦੀ ਪਿੱਛੇ ਮੈਂ ਵੈਡਿੰਗ ਕੀਤੀ ਹੈ ਮਦਰ ਨੇ। ਠੀਕ ਹੈ। ਬਾਕੀ ਮੇਰੇ ਬ੍ਰਦਰ ਦੇ ਵਾਈਫ ਨੇ, ਬ੍ਰਦਰ ਤਾਂ ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ। ਉਹਨਾਂ ਦੇ ਬੱਚੇ ਨੇ ਜੀ, ਤੇ ਇੱਕ ਸਿਸਟਰ ਨੇ, ਉਹ ਕੈਨੇਡਾ ਨੇ। ਔਰ ਬੇਟਾ ਤੁਹਾਡਾ ਕੀ ਕਰ ਰਿਹਾ? ਬੇਟਾ ਜੀ ਸਕੂਲ 'ਚ ਜੀ, ਉਹ ਤਾਂ 7th 'ਚ ਹੈ। ਅੱਛਾ, ਠੀਕ ਹੈ। ਔਰ ਵਾਈਫ ਹਾਊਸ ਵਾਈਫ ਹੀ ਨੇ? ਹਾਂ, ਹਾਊਸ ਵਾਈਫ ਜੀ। ਠੀਕ ਹੈ। ਹਾਊਸ ਵਾਈਫ ਆਪਾਂ ਕਹਿ ਦਿੰਦੇ ਜੀ, ਪਰ ਹਾਊਸ ਵਾਈਫ ਹੋਮ ਮੇਕਰ ਹੀ ਕਹਿ ਸਕਦੇ। ਹੋਮ ਮੇਕਰ ਹੀ ਕਹਿ ਸਕਦੇ ਜੀ। ਜੇ ਮੈਂ ਸਮਝਦਾ ਕਿ ਜੇ ਹਾਊਸ ਵਾਈਫ ਜਾਂ ਹੋਮ ਮੇਕਰ ਜੇ ਘਰ ਨੂੰ ਬੱਚਿਆਂ ਨੂੰ ਸੰਭਾਲ ਲੈਣਾ ਜੀ, ਤੇ ਫਿਰ ਤੁਹਾਡੇ ਮੇਰੇ ਵਰਗੇ ਜਿਹੜੇ ਸਵੇਰੇ ਸਦਿਆਂ ਨਿਕਲਦੇ ਆ ਘਰੋਂ ਤੇ ਰਾਤ ਨੂੰ ਪਤਾ ਨਹੀਂ ਕਿੰਨੇ ਵਜੇ ਵੜਨਾ, ਉਹ ਆਪਾਂ ਵੀ ਤਾਂ ਹੀ ਕਰ ਸਕਦੇ। ਮੈਂ ਅਮਨ ਜੀ ਕਹਿਣਾ ਹੁੰਦਾ ਜੇ ਪਿੱਛੋਂ ਘਰੋਂ ਬੇਫਿਕਰ ਹੋਈਏ। ਮੈਂ ਕਹਿਣਾ ਹੁੰਦਾ ਪੱਤਰਕਾਰ
ਪੁਲਿਸ ਵਾਲੇ ਤੇ ਪੋਲੀਟੀਸ਼ੀਅਨ, ਇਹ ਤਿੰਨਾਂ ਦੀਆਂ ਘਰ ਵਾਲੀਆਂ ਚੰਗੀਆਂ ਹੋਣੀਆਂ ਬਹੁਤ ਲਾਜ਼ਮੀ ਤੇ ਸਬਰ ਵਾਲੀਆਂ। ਸਬਰ ਵਾਲੀ ਸਹੀ ਮੰਨ, ਕਿਉਂਕਿ ਜਾਣ ਦਾ ਟਾਈਮ ਨਾ ਤਾਂ ਤੈਅ ਆ ਕੁਛ, ਨਾ ਕੋਈ ਆਉਣ ਦਾ ਟਾਈਮ, ਕੁਝ ਨਹੀਂ ਪਤਾ ਲੱਗਦਾ ਜੀ। ਤੁਹਾਡੇ ਮਿਸਿਸ ਦਾ ਕੰਟਰੀਬਿਊਸ਼ਨ ਕਿਵੇਂ ਹੈ ਤੁਹਾਡੀ ਕਾਮਯਾਬੀ 'ਚ? ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਜਦੋਂ ਫਾਦਰ ਦੀ ਡੈਥ ਤੋਂ ਬਾਅਦ ਜੋ ਹਾਲਾਤ ਬਣੇ, ਜੋ ਪਰਿਵਾਰਕ ਹਾਲਾਤ ਬਣੇ, ਜੋ ਸਮਾਜਿਕ ਹਾਲਾਤ ਬਣੇ, ਜੋ ਫਾਈਨੈਂਸ਼ੀਅਲ ਔਰ ਪੋਲੀਟੀਕਲ ਜਿੰਨਾ ਸਟਰਗਲਾਂ ਦੇ ਵਿੱਚੋਂ ਨਿਕਲ ਕੇ ਆਏ, ਮੈਂ ਸਮਝਦਾ ਕਿ ਜੇ ਮੇਰੇ ਬੈਟਰ ਵਾਈਫ ਇੰਨੇ ਪੇਸ਼ੈਂਸ ਵਾਲੇ, ਇੰਨਾ ਸਾਥ ਦੇਣ ਵਾਲੇ ਤੇ ਇੰਨਾ ਚੰਗੇ ਮਾੜੇ ਟਾਈਮਾਂ ਦੇ ਵਿੱਚੋਂ ਨਿਭਣ ਵਾਲੇ ਨਾ ਹੁੰਦੇ ਤਾਂ ਸ਼ਾਇਦ ਇੱਥੇ ਤੱਕ ਮੇਰੇ ਤੋਂ ਨਾ ਪਹੁੰਚਿਆ ਜਾਂਦਾ, ਕਿਉਂਕਿ ਅਲਟੀਮੇਟਲੀ ਬਾਏ ਦਾ ਐਂਡ ਆਫ ਦ ਤੁਹਾਨੂੰ ਇਮੀਡੀਏਟ ਜਿਹੜੀ ਸਪੋਰਟ ਹੈ ਉਹ ਆਪਦੇ ਲਾਈਫ ਪਾਰਟਨਰ ਦੀ ਹੀ ਹੁੰਦੀ ਹੈ। ਸੋ ਉਹਨਾਂ ਤੋਂ ਬਿਨਾਂ ਇੱਥੇ ਤੱਕ ਪਹੁੰਚਣਾ ਮੈਂ ਸਮਝਦਾ ਕਿ ਪੋਸੀਬਲ ਨਹੀਂ ਸੀਗਾ। ਇਹ ਸਾਡਾ ਇਹ ਸ਼ੁਰੂ ਤੋਂ ਰਿਹਾ ਹੈ। ਮੈਂ ਪਹਿਲੇ ਦਿਨ ਹੀ ਕਲੀਅਰ ਕਰਤਾ ਸੀਗਾ, ਮੈਂ ਕਿਹਾ ਦੇਖ ਭਾਈ, ਫੈਮਿਲੀ ਦੇ ਬੱਚਿਆਂ ਦੇ ਵਿੱਚ ਤੇ ਘਰ ਦੇ ਵਿੱਚ ਮੇਰਾ ਕੋਈ ਦਖਲ ਨਹੀਂ, ਮੇਰੀ ਬਿਜ਼ਨਸ ਤੇ ਮੇਰੇ ਪੋਲਿਟਿਕਸ ਦੇ ਵਿੱਚ ਉਹ ਤੇਰਾ ਦਖਲ ਕੋਈ ਨਹੀਂ। ਇੱਕ ਦੂਜੇ ਦੀ ਸਲਾਹ ਲੈ ਲਓ, ਕਰ ਲਓ, ਇੱਕ ਦੂਜੇ ਦਾ ਸਪੋਰਟ ਸਿਸਟਮ ਜਿਹੜਾ ਹੈਗਾ ਉਹ ਸਲਾਹ ਮਸ਼ਵਰਾ ਕਰ ਲਓ, ਪਰ ਡਿਸੀਜਨ ਨੇ ਜਿਹੜੇ ਹੁਣ ਘਰ ਨੂੰ ਕਿਵੇਂ ਚਲਾਉਣਾ ਜਾਂ ਬੱਚਿਆਂ ਦਾ, ਉਹ A to Z ਉਹ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਹੈ। ਹੋਮ ਮਿਨਿਸਟਰ ਤੇ ਬਾਹਰ ਦਾ ਜਿਹੜਾ ਹੈਗਾ ਆਪਦਾ ਪੋਲਿਟਿਕਸ ਤੇ ਆਪਦੇ ਬਿਜ਼ਨਸ, ਉਹਦੇ 'ਚ ਮੇਰੇ ਵੱਲੋਂ ਕੋਈ ਕੰਪਰੋਮਾਈਜ਼ ਟਾਈਮ ਨੂੰ ਲੈ ਕੇ ਰੌਲਾ ਰੱਪਾ ਨਹੀਂ ਪੈਂਦਾ ਕਦੀ ਫਿਰ? ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਹੁਣ ਤਾਂ ਇੰਨੇ ਸਾਲਾਂ ਸਮਝ ਗਏ, ਸ਼ੁਰੂ ਦੇ ਵਿੱਚ ਹੁੰਦਾ ਸੀਗਾ ਕਿਉਂਕਿ ਉਹ ਪਿਓਰਲੀ ਬਿਜ਼ਨਸ ਫੈਮਿਲੀ ਦੇ ਵਿੱਚੋਂ ਨੇ। ਠੀਕ ਹੈ, ਬਿਜ਼ਨਸ ਫੈਮਿਲੀ, ਪਿਓਰਲੀ ਬਿਜ਼ਨਸ ਫੈਮਿਲੀ ਤੇ ਪਿਓਰਲੀ ਪੋਲੀਟੀਕਲ ਫੈਮਿਲੀ ਦਾ। ਇੱਕ ਵਾਰ ਤੁਹਾਨੂੰ ਲੱਗਦਾ ਹੋਣਾ ਵੀ ਯਾਰ 20 ਬੰਦੇ ਆ ਗਏ, 50 ਆ ਗਏ, 60 ਆ ਗਏ, 20 ਤਾਂ ਮੇਰੇ ਲੱਗਿਆ ਰਹਿੰਦਾ। ਹਾਂ, ਉਹ ਚੀਜ਼ ਤਾਂ ਖੈਰ ਉਹਨਾਂ ਨੇ ਉਦੋਂ ਸਾਲ ਡੇਢ ਸਾਲ 2 ਸਾਲ ਡੈਡੀ ਦੇ ਹੁੰਦੇ ਹੀ ਦੇਖ ਲਿਆ ਸੀਗਾ, ਪਰ ਉਹ ਚਲੋ ਫਿਰ ਵੀ ਫਾਦਰ ਦੇ ਦੇਖੋ, ਜਦੋਂ ਫਾਦਰ ਬੈਠੇ ਸੀ ਨਾ ਜੀ, ਉਦੋਂ ਐ ਸੀ ਵੀ ਛਤਰੀ ਸੀਗੀ, ਸਾਰਾ ਕੁਝ ਢਕਿਆ ਜਾਂਦਾ ਸੀਗਾ, ਤੇ ਜਦੋਂ ਛਤਰੀ ਨਾ ਰਹੇ ਤੇ ਆਪਦੇ ਸਿਰ ਤੇ ਗੜੇ ਪੈਣ ਲੱਗ ਜਾਣ, ਫਿਰ ਬਾਈ ਜੀ ਇੱਕ ਵਾਰ ਦਿੱਕਤਾਂ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ। ਔਰ ਸਾਡੀ ਉਮਰ ਵੀ ਕੁਛ ਨਹੀਂ ਸੀਗੀ, ਮੈਂ ਉਦੋਂ 24 ਸਾਲ ਦਾ ਸੀਗਾ। ਸਪਲੀਮੈਂਟਰੀ ਸਵਾਲ ਆ ਮੇਰਾ, ਕਿਹਾ ਜਾਂਦਾ ਕਿ ਦੁਨੀਆ 'ਚ ਇਕਲੌਤਾ ਰਿਸ਼ਤਾ ਬਾਪ ਦਾ ਅਮਨ ਜੀ, ਜਿਹੜਾ ਚਾਹੁੰਦਾ ਕਿ ਮੇਰਾ ਮੁੰਡਾ ਮੇਰੇ ਤੋਂ 10 ਗੁਣਾ ਵੱਧ ਤਰੱਕੀ ਕਰੇ। ਸ਼ਾਇਦ ਹੋਰ ਕੋਈ ਵਿਅਕਤੀ ਨਹੀਂ ਹੈ ਸਾਡੀ ਜ਼ਿੰਦਗੀ 'ਚ ਜਿਹੜਾ ਇਹ ਚਾਹੇ। ਬਾਪ ਕਹਿੰਦੇ ਮੋਢਿਆਂ 'ਤੇ ਚੱਕ ਕੇ ਪੁੱਤ ਨੂੰ ਆਪਦੇ ਤੋਂ ਵੀ ਵੱਧ ਦੁਨੀਆ ਵਿਖਾਉਂਦਾ। ਅਮਨ ਅਰੋੜਾ, ਇਸ ਗੱਲ ਦਾ ਮਲਾਲ ਤੁਹਾਨੂੰ ਹੈ ਕਿ ਸ਼ਾਇਦ ਅੱਜ ਫਾਦਰ ਹੁੰਦੇ ਤਾਂ ਉਹਨਾਂ ਦੀ ਖੁਸ਼ੀ ਦੂਣ ਸਵਾਣੀ ਹੋਣੀ ਸੀ? ਬਾਈ ਜੀ, ਜੇ ਜ਼ਿੰਦਗੀ 'ਚ ਕੋਈ ਚੀਜ਼ ਮਿਸ ਕਰਦਾ ਨਾ, ਉਸ ਫਾਦਰ ਨੂੰ ਕਰਦਾ। ਹਾਂ, ਕਿਉਂਕਿ ਉਹਨਾਂ ਵੀ ਸਾਰੀ ਦੁਨੀਆ ਹੀ ਉਹੀ ਸੀਗੇ, ਠੀਕ ਹੈ ਨਾ, ਤੇ ਉਹ ਤਾਂ ਔਰ ਉਹਨਾਂ ਦੀ ਜਿਹੜੀ ਇੱਕ ਚੀਜ਼ ਇਹਨਾਂ ਲੰਬਾ ਸਮਾਂ ਲੜਾਈ ਲੜੀ ਨਾ, ਉਹ ਇਸ ਗੱਲ ਉਹਦੇ ਪਿੱਛੇ ਤਾਕਤ ਇਹ ਸੀਗੀ ਕਿਉਂਕਿ ਡੈਡੀ ਵੀ ਚਾਹੁੰਦੇ ਸੀ, ਕਿਉਂਕਿ ਵੱਡੇ ਬ੍ਰਦਰ ਪੋਲੀਟਿਕਸ ਵਾਲੇ ਪਾਸੇ ਇੰਟਰਸਟ ਨਹੀਂ ਸੀਗੇ। ਡੈਡੀ ਚਾਹੁੰਦੇ ਸੀਗੇ ਕਿ ਅਮਨ ਪੋਲੀਟਿਕਸ ਦੇ ਵਿੱਚ ਅੱਗੇ ਵਧੇ। ਉਹ ਤਾਂ ਤੁਹਾਨੂੰ ਮੈਂ ਦੱਸਦਾ ਵੀ ਹਜੇ 1999 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਸੀਗੀ, ਮੇਰੇ ਹਜੇ 25 ਸਾਲ ਉਮਰ ਪੂਰੀ ਹੋਈ ਨਹੀਂ ਸੀਗੀ, ਪਰ ਜਦੋਂ ਕਾਗਜ਼ ਭਰਨੇ ਸੀਗੇ ਉਦੋਂ 25 ਸਾਲ ਤੋਂ 3-4 ਦਿਨ ਵੱਧ ਜਾਂਦੇ ਸੀਗੇ। ਅੱਛਾ। ਤੇ ਉਦੋਂ ਉਹਨਾਂ ਨੇ ਤਿਆਰੀ ਕਰਾਤੀ ਸੀ, ਕਹਿੰਦੇ ਤੈਨੂੰ ਹੁਣ ਇਲੈਕਸ਼ਨ ਲੜਾਉਣੀ ਹੈ। ਅਸੀਂ ਸਾਰਿਆਂ ਨੇ ਕਿਹਾ ਵੀ ਨਹੀਂ ਡੈਡੀ, ਆਪਣਾ ਨਹੀਂ, ਸਾਰੇ ਸਾਥੀ ਨੇ ਕਿਹਾ, ਬਟ ਹੀ ਵਾਜ਼ ਵੈਰੀ ਪਾਰਟੀਕੂਲਰ ਕਿ ਨਹੀਂ ਇਹ, ਕਿਉਂਕਿ ਉਹਨਾਂ ਨੇ 5-7 ਸਾਲ ਦੇਖ ਲਿਆ ਸੀਗਾ ਵੀ ਜਿੰਨੀ ਲੋਕ ਸੇਵਾ ਕੀਤੀ ਜਾ ਸਕਦੀ ਹੈ ਇਮਾਨਦਾਰੀ ਦੇ ਨਾਲ ਸਿਆਸਤ ਦੇ ਜ਼ਰੀਏ, ਹੋਰ ਕਿਸੇ ਤਰੀਕੇ ਹੋ ਨਹੀਂ ਸਕਦੀ ਹੈਗੀ। ਸੋ ਉਸ ਪਾਸੇ ਫਿਰ ਜਦੋਂ ਚਲੇ ਗਏ, ਫਿਰ ਇੱਕ ਜਿਹੜੀ ਮੈਨੂੰ ਚੀਜ਼ ਦੇ ਵਿੱਚ ਸਭ ਤੋਂ ਵੱਧ ਤਾਕਤ ਮਿਲਦੀ ਰਹੀ, ਇੰਸਪੀਰੇਸ਼ਨ ਮਿਲਦੀ ਰਹੀ, ਉਹ ਇਹ ਮਿਲਦੀ ਰਹੀ ਕਿ ਮੈਂ ਆਪਣੇ ਫਾਦਰ ਦੀ ਪੱਗ ਵਾਪਸ ਮੋੜ ਕੇ ਘਰੇ ਲੈ ਕੇ ਆਉਣੀ ਹੈ, ਅਤੇ ਜਿਹੜੇ ਉਹ ਕੰਮ ਅਧੂਰੇ ਛੱਡ ਗਏ ਉਹ ਪੂਰੇ ਕਰਨੇ ਨੇ। ਅਤੇ ਅੱਜ ਜਦੋਂ ਕੰਮ ਹੁੰਦੇ ਦੇਖਦੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਜਿਹੜੀ ਉਹ ਹੁੰਦੀ। ਔਰ ਇਹਦੇ ਨਾਲ ਤੁਹਾਨੂੰ ਮੈਂ ਦੱਸਾਂ ਵੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਆਏ ਨਾ ਜੀ, ਮੈਂ ਚਲੋ ਕਾਂਗਰਸ ਦੇ ਵਿੱਚ ਬੜੀ ਵਧੀਆ ਪੋਜੀਸ਼ਨ 'ਤੇ ਸੀਗੇ, ਕੋਈ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਸੀ, 2 ਵਾਰੀ ਇਲੈਕਸ਼ਨ ਲੜੀ ਸੀ ਮੈਂ। ਮੇਰੇ ਫਾਦਰ ਦਾ ਬਰਥਡੇ ਹੁੰਦਾ ਜੀ 12 ਦਸੰਬਰ ਨੂੰ। ਠੀਕ ਹੈ। ਅਸੀਂ ਉਹਨਾਂ ਦੀ ਬਰਸੀ ਵਾਲੇ ਦਿਨ, ਜਨਮ ਦਿਨ ਵਾਲੇ ਦਿਨ, ਅਸੀਂ ਕਾਲਜ ਦੇ ਵਿੱਚ, ਸਾਡੇ ਡੈਂਟਲ ਕਾਲਜ ਦੇ ਵਿੱਚ ਅਸੀਂ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਹਾਂ, ਭੋਗ ਪਾਉਂਦੇ ਹਾਂ, ਫ੍ਰੀ ਮੈਡੀਕਲ ਡੈਂਟਲ ਕੈਂਪ ਲਾਉਂਦੇ ਹਾਂ। ਮੈਂ 12 ਦਸੰਬਰ 2015 ਨੂੰ ਪਾਠ 'ਤੇ ਬੈਠਾ ਸੀਗਾ ਕਾਲਜ ਦੇ ਵਿੱਚ, ਡੈਡੀ ਦੇ ਜਨਮ ਦਿਨ ਵਾਲੇ ਦਿਨ। ਮੈਨੂੰ ਭਗਵੰਤ ਮਾਨ ਜੀ ਦਾ ਫੋਨ ਆਉਂਦਾ ਹੈ ਕਿ ਅਮਨ ਛੋਟੇ ਵੀਰ
ਆਪਾਂ ਜਿਸ ਤਰੀਕੇ ਦੀ ਮੈਂ ਬਾਊ ਜੀਆਂ ਨੂੰ, ਕਿਉਂਕਿ ਉਹ ਵੀ ਸਾਡੇ ਇਲਾਕੇ ਦੇ ਸਤੌਜ ਜੀ ਤੇ ਸੁਨਾਮ ਇੱਕੋ ਹੀ ਤਾਂ ਹੈਗਾ, ਵੀ ਮੈਂ ਵੱਡੇ ਬਾਊ ਜੀਆਂ ਨੇ ਜਿਸ ਤਰੀਕੇ ਦੀ ਰਾਜਨੀਤੀ ਕਰਦੇ ਦੇਖਿਆ ਨਾ, ਉਹ ਤੇਰੇ ਤੋਂ ਕਾਂਗਰਸ 'ਚ ਹੋਣੀ ਨਹੀਂ ਹੈਗੀ, ਤੂੰ ਇੱਧਰ ਸਾਡੇ ਨਾਲ ਆ ਜਾ ਆਮ ਆਦਮੀ ਪਾਰਟੀ ਦੇ ਵਿੱਚ, ਆਪਾਂ ਦੋਵੇਂ ਰਲ ਮਿਲ ਕੇ ਭਰਾ ਆਪਾਂ ਪੰਜਾਬ ਦੀ ਖੂਬ ਸੇਵਾ ਕਰਾਂਗੇ। ਮੈਂ ਚਲੋ ਭਾਜੀ ਤੁਹਾਡਾ ਹੁਕਮ ਸਿਰ ਮੱਥੇ, ਤੇ ਮੈਂ ਅੱਜ ਤਾਂ ਡੈਡੀ ਦੇ ਜਨਮ ਦਿਨ ਦਾ ਪਾਠ ਤੇ ਬੈਠਾ, ਮੈਂ ਤੁਹਾਨੂੰ ਫ੍ਰੀ ਹੋ ਕੇ ਕਰਦਾ। ਮੇਰੀਆਂ ਚੀਜ਼ਾਂ ਰਿਲੇਟ ਕਰ ਰਹੀਆਂ ਹਾਂ, ਤੁਸੀਂ ਕੋਇਨਸੀਡੈਂਸ ਦੇਖੋ, ਤੁਸੀਂ ਮੇਰੇ ਉਹਦੀ ਬੈਠੇ ਮਨ ਦੇ ਵਿੱਚ ਆ ਗਿਆ ਵੀ ਜਿਹੜਾ ਅੱਜ ਡੈਡੀ ਦੇ ਜਨਮ ਦਿਨ ਦੇ ਪਾਠ ਦੇ ਉੱਪਰ ਬੈਠੇ ਮਾਨ ਸਾਹਿਬ ਦਾ ਫੋਨ ਆਇਆ, ਇਹਦਾ ਮਤਲਬ ਕੋਈ ਨਾ ਕੋਈ ਇਸ਼ਾਰਾ ਜਿਹੜਾ ਉਹ ਡੈਡੀ ਵੱਲੋਂ ਹੀ ਹੈ। ਫਿਰ ਜਦੋਂ ਕੈਬਨਿਟ ਦੀ ਗੱਲ ਆਈ, 3 ਜੁਲਾਈ ਡੈਡੀ ਦੀ ਬਰਸੀ ਵਾਲੇ ਦਿਨ, ਸਹੀ 22 ਸਾਲ ਬਾਅਦ, ਠੀਕ ਹੈ ਨਾ, ਮਾਨ ਸਾਹਿਬ ਦਾ ਫੋਨ ਆਉਂਦਾ ਕਿ ਅਮਨ ਕੱਲ੍ਹ ਤੋਂ ਛੋਟੇ ਵੀਰ ਤੂੰ ਮੇਰੀ ਕੈਬਨਿਟ ਦੇ ਵਿੱਚ ਹੈ। ਤੇ 4 ਜੁਲਾਈ ਨੂੰ ਮੈਨੂੰ ਮੰਡੇ ਸੀਗਾ, 4 ਜੁਲਾਈ ਨੂੰ ਸਹੁੰ ਚੁਕਾਤੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਆਪਾਂ ਨੂੰ ਅੱਜ ਬਾਈ ਜੀ ਦਿਖਦਾ ਹੁੰਦਾ, ਪਰਮਾਤਮਾ ਨੂੰ ਕੱਲ੍ਹ ਦਿਖਦਾ ਹੁੰਦਾ। ਜਿਹੜੇ ਕੋਇਨਸੀਡੈਂਸ ਹੁੰਦੇ ਨਾ ਜੀ, ਮੈਂ ਇਹਨਾਂ ਜਿਸ ਰਾਹ 'ਤੇ ਚੱਲੇ ਹਾਂ, ਚਾਹੇ ਉਹ ਪੋਲੀਟਿਕਸ ਦਾ ਰਾਹ ਹੈ, ਚਾਹੇ ਉਹ ਆਮ ਆਦਮੀ ਪਾਰਟੀ ਵਾਲਾ ਰਾਹ ਹੈ, ਚਾਹੇ ਉਹ ਲੋਕ ਸੇਵਾ ਜਾਂ ਹਲਕੇ ਦੀ ਸੇਵਾ ਦਾ ਰਾਹ ਹੈ, ਉਹ ਮੈਨੂੰ ਇਹ ਲੱਗ ਰਿਹਾ ਕਿ ਇਹ ਡਾਇਰੈਕਟਲੀ ਇਨਡਾਇਰੈਕਟਲੀ ਹੁਕਮ ਹੈ ਜਿਹੜਾ ਉਹ ਫਾਦਰ ਸਾਹਿਬ ਵੱਲੋਂ ਆਉਂਦਾ, ਫਾਦਰ ਸਾਹਿਬ ਵੱਲੋਂ ਆਉਂਦਾ, ਤੇ ਆਪਾਂ ਉਸੇ ਰਾਹ ਤੁਰ ਪੈਂਦੇ ਹਾਂ। ਕਿਹੜੀਆਂ 2 ਗੱਲਾਂ ਅਜਿਹੀਆਂ ਨੇ ਜਿਨ੍ਹਾਂ ਦਾ ਪਰਛਾਵਾਂ ਤੁਹਾਡੇ ਤੇ ਲੱਗਦਾ, ਤੁਹਾਡੇ ਫਾਦਰ ਸਾਹਿਬ ਦਾ? ਕੋਈ ਤੁਹਾਡੀਆਂ 2 ਆਦਤਾਂ ਅਜਿਹੀਆਂ ਜਾਂ ਕੋਈ ਚੀਜ਼ਾਂ ਤੁਹਾਡਾ ਪਰਿਵਾਰ ਕਹਿੰਦਾ ਹੋਵੇ, ਤੁਹਾਡੇ ਮਦਰ ਕਹਿੰਦੇ ਹੁਣ ਕਿ ਅਮਨ ਆ ਤਾਂ ਤੂੰ ਆਪਦੇ ਫਾਦਰ ਵਾਂਗੂ ਗੱਲ ਜਾ, ਉਹ ਤਾਂ ਤੁਸੀਂ ਉਹਨਾਂ ਨਾਲ ਬੈਠ ਕੇ ਕਰੇ ਜੀ। ਉਹ ਆਪਣਾ ਮੇਰੇ ਮਦਰ ਤੇ ਮੇਰੇ ਵੱਡੇ ਸਿਸਟਰ ਨੀਨਾ ਜੀ, ਉਹ ਸੀ ਕਦੇ ਉਹਨਾਂ ਨਾਲ ਬੈਠੇ, ਉਹ ਤਾਂ ਸਾਰੇ ਹੂ ਹੀ ਕਹਿੰਦੇ ਆਪਦੇ ਫਾਦਰ ਦੀ ਕਾਪੀਆਂ, ਡੈਡੀ ਦੀ ਕਾਪੀਆਂ। ਸੋ ਕੋਸ਼ਿਸ਼ ਕਰੀਏ ਜੀ, ਮੈਂ ਉਹ ਕਹਿੰਦੇ ਨੇ, ਪਰ ਮੈਂ ਤਾਂ ਕਹਿੰਦਾ ਮੈਂ ਤਾਂ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗਾ ਵੀ ਨਹੀਂ ਹੈਗਾ ਜੀ। ਜਿਹੋ ਜਿਹਾ ਜਿੰਨਾ 5-7 ਸਾਲਾਂ ਦੇ ਵਿੱਚ ਰਾਜਨੀਤੀ ਦੇ ਵਿੱਚ ਉਹ ਨਾਮ ਤੇ ਪਿਆਰ ਕਮਾ ਗਏ। ਦੇਖੋ ਅੱਜ ਕੱਲ੍ਹ ਰਾਜਨੀਤੀ ਇਹੋ ਜਿਹੀ ਹੋਈ ਪਈ ਹੈ ਵੀ ਪੋਲੀਟੀਕਲ ਬੰਦਾ ਮਾੜੀ ਜਿਹੀ ਪਿੱਠ ਘਮਾਵੇ ਨਾ ਜੀ, ਚੰਗਾ ਕਹਿਣ ਵਾਲੇ ਘੱਟ ਹੁੰਦੇ ਨੇ, ਮਾੜਾ ਕਹਿਣ ਵਾਲੇ ਵੱਧ ਹੁੰਦੇ ਨੇ। ਮੇਰਾ ਇਹ ਮੰਨਣਾ ਹੈ ਕਿ ਅੱਜ ਭਾਜੀ ਮੈਨੂੰ 22 ਸਾਲ ਬਾਅਦ ਵੀ ਡੈਡੀ ਦੇ ਨਾਂ ਦਾ ਜਿੰਨਾ ਪਿਆਰ ਸਤਿਕਾਰ, ਜੋ ਜਿੱਤਾਂ ਜਿਹੋ ਜਿਹੀਆਂ ਮਿਲਦੀਆਂ ਨੇ, ਉਹ ਡੈਡੀ ਦੇ ਨਾਮ, ਡੈਡੀ ਦੇ ਕੰਮਾਂ ਕਰਕੇ ਮਿਲਦੀ। ਤੁਹਾਡੇ ਫਾਦਰ ਨੂੰ ਆਪੋਜੀਸ਼ਨ ਵੀ ਸਲਾਉਂਦੀ ਆ, ਇਹ ਬਹੁਤ ਵੱਡੀ ਗੱਲ ਹੈ। ਮੈਂ ਤੁਹਾਨੂੰ ਦੱਸ ਰਿਹਾ, ਤੁਹਾਡਾ ਇੰਟਰਵਿਊ ਕਰਨ ਤੋਂ ਪਹਿਲਾਂ ਸੁਭਾਵਿਕ ਹੈ ਪੱਤਰਕਾਰ ਨੇ ਡਾਟਾ ਇਕੱਠਾ ਕਰਨਾ ਹੁੰਦਾ, ਤੇ ਮੈਂ ਹੁਣੇ ਦਾ 15 ਮਿੰਟ ਪਹਿਲਾਂ ਇੰਟਰਵਿਊ ਤੋਂ ਕਿਸੇ ਓਪੋਨੈਂਟ ਨਾਲ ਤੁਹਾਡੇ ਹਲਕੇ ਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦਾ ਕਿ ਅਮਨ ਹੋਰਾਂ ਦੇ ਫਾਦਰ ਦਾ ਕੰਮ ਅੱਜ ਵੀ ਬੋਲਦਾ ਤੇ ਬੜਾ ਸ਼ਾਨਦਾਰ ਕੰਮ ਕੀਤਾ। ਮਤਲਬ ਇਸ ਤੋਂ ਵੱਡਾ ਕੰਪਲੀਮੈਂਟ ਤੁਹਾਡੇ ਲਈ ਕੋਈ ਹੋਰ ਹੋ ਨਹੀਂ ਸਕਦਾ। ਲਾਈਫ ਦਾ ਮਿਸ਼ਨ ਸਿਰਫ ਇਹੀ ਹੈ ਵੀ ਉਹਨਾਂ ਦੇ ਨਾਮ ਨੂੰ, ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੇ ਪਿਆਰ ਸਤਿਕਾਰ ਨੂੰ ਕਦੇ ਵੱਟਾ ਨਾ ਲੱਗੇ। ਬਸ ਇਹੀ ਲਾਈਫ ਦਾ ਏਮ ਹੈ ਜੀ। ਤੇ ਇਸੇ ਏਮ ਦੇ ਉੱਪਰ ਜੇ ਚੱਲਦਾ ਰਹਾ ਤੇ ਮੈਂ ਸਮਝਦਾ ਕਿ ਉਸੇ ਨਾਲ ਹੀ ਚੰਗੇ ਕੰਮ ਤਾਂ ਬਹੁਤ ਹੋ ਜਾਣੇ ਨੇ। ਬਿਲਕੁਲ ਸਹੀ ਗੱਲ। ਮੈਂ ਵਾਪਸੀ ਆਉਣਾ, ਤੁਹਾਡੀ ਅਰੇਂਜ ਮੈਰਿਜ ਹੈ ਜਾਂ ਲਵ ਮੈਰਿਜ ਹੈ? ਅਰੇਂਜ ਮੈਰਿਜ ਜੀ। ਤੇ ਕਿੱਥੇ ਤੁਸੀਂ ਵਿਆਹ? ਫਾਜ਼ਿਲਕਾ ਜੀ। ਫਾਜ਼ਿਲਕਾ, ਠੀਕ ਹੈ। ਤੁਹਾਡੀ ਐਜੂਕੇਸ਼ਨ ਨੂੰ ਲੈ ਕੇ ਅਗਲਾ ਸਵਾਲ ਹੈ, ਕਿੱਥੇ ਤੁਸੀਂ ਪੜ੍ਹੇ ਔਰ ਕਿੰਨੀ ਤੁਹਾਡੀ ਕੁਆਲੀਫਿਕੇਸ਼ਨ? ਮੇਰੀ ਸਕੂਲਿੰਗ ਤਾਂ ਸੰਗਰੂਰ ਦੀ ਹੈ ਜੀ, ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੀ। ਫਿਰ 2 ਸਾਲ SD ਕਾਲਜ ਦੇ ਵਿੱਚ ਲਗਾਏ, ਤੇ ਫਿਰ ਉਸ ਤੋਂ ਬਾਅਦ ਜਦੋਂ 93 ਦੇ ਵਿੱਚ 18 ਸਾਢੇ 18 ਸਾਲ ਦੀ ਏਜ ਦੇ ਵਿੱਚ ਹੀ ਜਦੋਂ ਸੁਨਾਮ ਸ਼ਿਫਟ ਹੋ ਗਏ ਡੈਡੀ ਨੂੰ ਸਪੋਰਟ ਕਰਨ ਦੇ ਲਈ ਬਿਜ਼ਨਸ ਔਰ ਪੋਲੀਟਿਕਸ ਦੇ ਵਿੱਚ, ਫਿਰ ਗ੍ਰੈਜੂਏਸ਼ਨ ਇੱਥੋਂ ਕੀਤੀ DAV ਕਾਲਜ ਤੋਂ, ਕਦੇ ਇੱਥੇ ਆ ਗਏ ਕਦੇ ਉੱਥੇ ਚੱਲ ਗਏ, ਚਲੀ ਜਾਂਦਾ ਸੀਗਾ। ਫਿਰ ਉਸ ਤੋਂ ਬਾਅਦ 1.5 ਸਾਲ ਮੈਂ PU ਦੇ ਵਿੱਚ ਲਾਅ ਦੇ ਵਿੱਚ ਵੀ ਲਏ ਨੇ। ਬਟ ਬਾਏ ਦੈਟ ਟਾਈਮ ਪੋਲੀਟਿਕਸ ਦਾ ਤੇ ਬਿਜ਼ਨਸ ਦਾ ਤੇ ਵਿਆਹ ਵੀ ਹੋ ਗਏ, ਇੰਨਾ ਪ੍ਰੈਸ਼ਰ ਹੋ ਗਿਆ, ਫਿਰ ਉਹ ਚੀਜ਼ ਛੱਡ ਗਿਆ। ਥੋੜਾ ਔਖਾ ਸਵਾਲ ਹੈ ਤੁਹਾਡੇ ਲਈ ਅਗਲਾ। ਹਾਂਜੀ। ਪੱਕੇ ਆੜੀ ਕਿਹੜੇ ਰਹੇ ਆ ਤੁਹਾਡੇ? ਕੋਈ 5-7 ਪੱਕੇ ਆੜੀ ਕਈ ਨੇ ਜੀ। ਕੁਛ ਕਾਲਜ ਟਾਈਮ ਦੇ ਹੈਗੇ, ਕੁਛ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਬਣੇ ਨੇ, ਵਧੀਆ ਮਿੱਤਰ ਨੇ। ਮੇਰਾ ਕੋਈ ਨਾਮ ਲੈਣਾ ਚਾਹੋਗੇ 2-4 ਦੇ? ਨਹੀਂ, ਨਾਮ ਤਾਂ ਰਹਿਣ ਦਿਓ, ਪਰ ਮੈਂ ਮੰਨ ਕੇ ਚੱਲਦਾ ਕਿ ਬਹੁਤਾ ਤੁਸੀਂ ਵੱਡਾ ਲੰਬਾ ਚੌੜਾ 100-200 ਦੇ ਖਿਲਾਰੇ ਨਾਲੋਂ ਤੁਸੀਂ ਚਾਹੇ ਤੁਹਾਡੇ ਸਾਥੀ 5-4 ਹੀ ਹੋਣ, ਚੰਗੇ ਹੋ ਜਾਣ, ਠੀਕ ਹੈ ਨਾ, ਉਹੀ ਹੋਣ ਜਿਹੜੇ ਦੁੱਖ ਸੁੱਖ ਦੇ ਵਿੱਚ ਖੜਨ ਵਾਲੇ ਹੋਣ, ਠੀਕ ਹੈ ਨਾ, ਉਹਨਾਂ ਨਾਲ ਦਿਲਾਂ ਦੀ ਸਾਂਝਾਂ ਹੈਗੀਆਂ। ਲਾਈਫ 'ਚ ਗੁਰਬਤ ਕੱਟਣੀ ਪਈ? ਕਦੀ ਗਰੀਬੀ ਦਾ ਦੌਰ ਵੇਖਿਆ? ਬਹੁਤ ਔਖਾ ਸਮਾਂ ਦੇਖਿਆ ਜੀ ਡੈਡੀ ਦੇ ਜਾਣ ਤੋਂ ਬਾਅਦ। ਜਦੋਂ ਤੱਕ ਤਾਂ ਡੈਡੀ ਸੀਗੇ ਉਦੋਂ ਤੱਕ ਤਾਂ ਰਾਜੀ ਸੀਗੇ, ਕੋਈ ਦਿੱਕਤ ਨਹੀਂ ਸੀਗੀ। ਡੈਡੀ ਦੇ ਜਾਣ ਤੋਂ ਬਾਅਦ ਜੋ ਮੈਂ ਤੁਹਾਨੂੰ ਦੱਸਿਆ ਵੀ ਫੈਮਿਲੀ ਦੇ ਹਾਲਾਤ ਠੀਕ ਨਹੀਂ ਰਹੇ, ਬਿਜ਼ਨਸ ਦੇ ਹਾਲਾਤ ਠੀਕ ਨਹੀਂ ਰਹੇ। ਤੇ ਮੇਰੇ ਯਾਦ ਹੈ ਇੱਕ ਵਾਰੀ ਅਸੀਂ, ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ ਸੀਗੇ, ਅਸੀਂ ਇੱਥੇ ਚੰਡੀਗੜ੍ਹ ਸ਼ਿਫਟ ਕਰ ਗਏ ਸੀ। ਬੇਟੀ ਛੋਟੀ ਸੀਗੀ, 6-8 ਮਹੀਨਿਆਂ ਦੀ ਸੀਗੀ। ਮੈਂ ਵਾਈਫ ਤੇ ਬੇਟੀ ਇੱਥੇ ਸ਼ਿਫਟ ਕਰ ਗਏ ਸੀਗੇ, ਤੇ ਉਦੋਂ ਇੱਥੇ ਕੋਈ ਕੰਮ ਕਾਰ ਸੀ ਨਹੀਂ। ਹੁਣ ਇੱਥੋਂ ਦੇ ਖਰਚੇ ਪਾਣੀ ਜੋਗਾ ਪੈਸੇ ਨੇ ਜਿਹੜੇ ਉਸ ਨਾਮ 'ਚੋਂ ਹੀ ਟਰਾਂਸਪੋਰਟ ਵਗੈਰਾ ਦੇ ਕੰਮ 'ਚੋਂ ਮੰਗਾਉਣੇ ਪੈਂਦੇ ਸੀਗੇ। ਉਹ ਇੱਕ ਦਿਨ ਮੁਲਾਜ਼ਮ ਆ ਰਿਹਾ ਸੀ ਸਾਡਾ, EMPLOYE, ਉਹਦੇ ਬੱਸ ਦੇ ਵਿੱਚੋਂ ਆਉਂਦੇ ਹੋਏ ਉਹਦੀ ਜੇਬ ਦੇ ਵਿੱਚੋਂ
ਇਹ 2000 ਐਂਡ ਜੇ ਦੀ ਗੱਲ ਹੈ, 2001 ਦੀ ਜਾਂ 2001 ਦੇ ਸ਼ੁਰੂ ਦੀ। ਉਹ ਆਉਂਦੇ ਹੋਏ ਜਿਹੜਾ ਇੱਥੋਂ ਦੇ ਖਰਚੇ ਪਾਣੀ ਵਾਸਤੇ 27,000 ਰੁਪਇਆ ਉਹ ਕਿਤੇ ਗਿਰ ਗੁਰ ਗਿਆ, ਕਿਸੇ ਨੇ ਕੱਢ ਲਏ। ਅਤੇ ਉਦੋਂ ਜਦੋਂ ਇਹ ਲੱਗਿਆ ਵੀ 27,000 ਰੁਪਇਆ ਗੁੰਮ ਗਿਆ ਜਾਂ ਗਿਰ ਗਿਆ, ਐਂ ਲੱਗਿਆ ਵੀ ਜਿਵੇਂ ਦੁਨੀਆ ਉੱਜੜ ਗਈ ਹੁੰਦੀ ਹੈ, ਵੀ ਇੰਨਾ ਟਫ ਟਾਈਮ ਸੀਗਾ ਵੀ ਜੇ 4 ਪੈਸੇ ਕੰਮ ਦੇ ਵਿੱਚੋਂ ਆਉਣਗੇ ਤਾਂ ਘਰ ਦਾ ਕੰਮ ਚੱਲੂਗਾ, ਅਤੇ ਨਹੀਂ ਚੱਲੂਗਾ। ਪਰ ਉਹ ਚਲੋ ਪਰਮਾਤਮਾ ਦੀ ਕਿਰਪਾ ਇਹੋ ਜਿਹੀ ਰਹੀ ਵੀ ਮੇਰਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ, ਦੇਖੋ ਸਮਾਂ ਤਾਂ ਬਹੁਤ ਲੱਗਦਾ ਹੁੰਦਾ, ਪਰ ਉਹਦੇ 'ਚ ਮੇਰਾ ਇੰਨਾ ਕੁ ਜ਼ਰੂਰ ਰਿਹਾ ਕਿ ਪੋਲੀਟਿਕਸ ਦੇ ਵਿੱਚ ਹੋਰ ਕੋਈ ਤੀਜਾ ਸ਼ੌਕ ਨਹੀਂ ਹੈਗਾ ਵੀ ਜਾਂ ਉਹਦੀ ਪੋਲੀਟਿਕਸ ਜਾਂ ਉਹਦਾ ਬਿਜ਼ਨਸ। ਅੱਛਾ, ਅੱਜ ਵੀ ਜਿੰਨਾ ਕੁ ਟਾਈਮ ਮਿਲਦਾ ਹੈ, ਬਿਜ਼ਨਸ ਠੀਕ ਹੈ ਤੁਸੀਂ ਬਹੁਤੇ ਖਿਲਾਰੇ ਨਾਲੋਂ ਤੁਸੀਂ ਇਹੋ ਜਿਹੇ ਕਰ ਲਓ ਜਿਹਦੇ ਨਾਲ ਤੁਹਾਨੂੰ ਬਹੁਤੇ ਉੱਧਰ ਟਾਈਮ ਤੇ એનર્ਜੀ ਨਾ ਦੇਣਾ ਪਵੇ। ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਆਪਦਾ ਬੈਲੈਂਸ ਜਿਹਾ ਉਹ ਬਣਾ ਕੇ ਚੱਲਾਂ। ਸੋ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਨਾ ਵੀ ਮੈਂ ਬਾਕੀ ਸਾਰੇ ਜਿਹੜੇ ਰਨਿੰਗ ਬਿਜ਼ਨਸ ਵਗੈਰਾ ਸੀਗੇ ਉਹਨੇ ਥਾਂ ਤੇ ਰੈਂਟਲ। ਸ਼ੌਕ ਵਾਲਾ ਸਵਾਲ ਹੀ ਮੈਂ ਪੁੱਛਣਾ ਸੀ, ਮੈਂ ਕਿਹਾ ਫਿਲਮਾਂ ਵੇਖਣ ਦੇ, ਸੰਗੀਤ ਸੁਣਨ ਦੇ ਸ਼ੌਕੀਨ ਹੋ? ਨਹੀਂ, ਉਹ ਸ਼ੌਕ ਸ਼ੂਕ ਤਾਂ ਇੰਨਾ ਕੀ ਹੈ ਜੀ ਵੀ ਕਦੇ ਕੋਈ ਗੱਡੀ ਗੁੱਡੀ ਦੇ ਵਿੱਚ ਹੁੰਦਾ, ਸਰਕਾਰੀ ਗੱਡੀ ਤਾਂ ਖੈਰ ਉਹ ਵੀ ਨਹੀਂ ਹੈਗਾ, ਪਰ ਫਿਲਮਾਂ 'ਚ ਕਦੇ ਬੱਚੇ ਕਹਿਣ ਤਾਂ ਪੰਜਾਬੀ ਫਿਲਮਾਂ ਖਾਸ ਤੌਰ 'ਤੇ ਕਾਮੇਡੀ ਫਿਲਮਾਂ, ਕਿਉਂਕਿ ਮੇਰਾ ਵੀ ਸਾਰੀ ਫੈਮਿਲੀ ਸਾਡਾ ਇਹ ਹੁੰਦਾ ਕਿ ਤੁਸੀਂ ਜਿਹੜੀਆਂ ਸਾਰੇ ਦਿਨ ਦੀਆਂ ਟੈਨਸ਼ਨਾਂ ਨੇ ਉਹ ਤੁਸੀਂ ਕਾਮੇਡੀ ਦੇ ਜ਼ਰੀਏ ਨਿਕਲ ਸਕਦੇ ਹੋ। ਸੋ ਪੰਜਾਬੀ ਕਾਮੇਡੀ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹ ਨਾ ਛੱਡੀਏ। ਪਿਛਲੇ 8-10 ਸਾਲ ਦੀ ਸਾਡੀ ਵਾਹ ਪੈਂਦੀ ਹੈ, ਤੁਸੀਂ ਇਹ ਗੈਟਅਪ ਪੂਰਾ ਮੁੰਡਿਆਂ ਖੁੰਡਿਆਂ ਵਾਲਾ ਕਿਵੇਂ ਰੱਖਦੇ ਹੋ? ਖਾਸ ਤੌਰ ਤੇ ਫਿਟਨੈਸ ਦਾ ਰਾਜ਼ ਕੀ ਹੈ? ਇਹ ਨਹੀਂ, ਵੈਸੇ ਤਾਂ ਮਾੜੀ ਮੋਟੀ ਘਾਟ ਵੱਧ ਕਦੇ ਹੋਏ, ਜਦੋਂ ਅੱਜ ਮੈਨੂੰ ਪਤਾ ਲੱਗਿਆ ਵੀ ਰਮਨ ਸੋਢੀ ਜੀ ਆ ਰਹੇ ਨੇ, ਫਿਰ ਮੈਂ ਕਿਹਾ ਵੀ ਚੱਜ ਦੇ ਕੱਪੜੇ ਕੱਢ ਕੇ ਦੇ ਅੱਜ ਭਗਵਾਨ ਨੇ। ਸੋ ਇਸ ਕਰਕੇ ਅੱਛਾ, ਸਿਆਸਤ ਦੇ ਵਿੱਚ ਸਿਆਸਤਦਾਨ ਜਾਂ ਲੀਡਰ ਦੀ ਜਿਹੜੀ ਧਾਰਨਾ ਹੈ, ਲੀਡਰ ਸ਼ਬਦ ਆਉਂਦੇ ਹੀ ਲੋਕ ਚੋਰ ਜਾਂ ਠੱਗ ਸਕਦੇ ਆ। ਇਹ ਜਿਹੜਾ ਡਿਸਕ੍ਰੈਡਿਟ ਹੋਇਆ ਸ਼ਬਦ ਹੈ, ਇਹਦੇ ਬਾਰੇ ਤੁਹਾਡਾ ਕੀ ਮੁਲਾਂਕਣ ਹੈ? ਕੀ ਵਜ੍ਹਾ ਰਹੀ ਹੈ ਔਰ ਕੀ ਇਹਦੇ 'ਚ ਕਦੇ ਸੁਧਾਰ ਆਊਗਾ? ਦੇਖੋ, ਮੈਂ ਸਮਝਦਾ ਕਿ ਜੇ ਇਹਦੇ 'ਚ ਨਿਘਾਰ ਆਇਆ ਤਾਂ ਉਹ ਵੀ ਮਾੜੀਆਂ ਨੀਤੀਆਂ ਤੇ ਨੀਤਾਂ ਵਾਲੇ ਲੀਡਰਾਂ ਦੀ ਵਜ੍ਹਾ ਕਰਕੇ ਹੀ ਹੈ, ਅਤੇ ਇਹਦੇ ਜੇ ਸੁਧਾਰ ਵੀ ਆਊਗਾ ਤੇ ਉਹ ਚੰਗੀਆਂ ਤੇ ਸਾਫ਼ ਨੀਤਾਂ ਵਾਲੇ ਬੰਦਿਆਂ ਦੇ ਜ਼ਰੀਏ ਹੀ ਆਊਗਾ। ਇਹ ਠੀਕ ਹੈ ਕਿ ਜਿਹੜਾ ਪੋਲੀਟੀਕਲ ਕਲਾਸ ਹੈ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਬਦਨਾਮ ਹੋ ਚੁੱਕੀ, ਪਰ ਮੈਂ ਸਮਝਦਾ ਹਾਂ ਔਰ ਇਹਦੇ 'ਚ ਉਹ ਜਿਹੜਾ ਡਿਸਕ੍ਰੈਡਿਟ ਉਹਨਾਂ ਨੂੰ ਜਾਣਾ ਵੀ ਬਣਦਾ ਹੈ, ਕਿਉਂਕਿ ਇਹ ਨਹੀਂ ਮੈਂ ਕਹਿੰਦਾ ਵੀ ਜੇ ਸਪੋਜ਼ ਕਿਤੇ 100 ਰੁਪਏ ਦੀ ਠੱਗੀ ਹੋ ਗਈ ਅਤੇ 100 ਦਾ 100 ਜਿਹੜਾ ਉਹ ਲੀਡਰ ਲੈ ਗਿਆ, ਉਹ 100 ਦਾ 100 ਦੇ ਵਿੱਚੋਂ ਹੋ ਸਕਦਾ 20 30 50 ਲੈ ਗਿਆ ਹੋਵੇ। ਨਿਚਲਾ ਵੀ ਜਿਹੜਾ ਸਿਸਟਮ ਹੈ ਉਹਨੇ ਇੰਨਾ ਕੁ ਕਰਪਟ ਹੋਣ ਦੇਤਾ, ਇੰਨਾ ਕੁ ਡੀਰੇਲ ਹੋਣ ਦੇਤਾ ਲੀਡਰਾਂ ਨੇ ਵੀ ਬਹਿੰਦੀ ਗੰਗਾ ਦੇ ਵਿੱਚ ਹੱਥ ਤਾਂ ਚਾਹੇ ਅਫਸਰ ਨੇ, ਚਾਹੇ ਬਾਊ ਨੇ, ਚਾਹੇ ਬਿਊਰੋਕਰੈਟ ਨੇ, ਚਾਹੇ ਲੀਡਰ ਨੇ, ਸਾਰਿਆਂ ਨੇ ਧੋਤੇ ਨੇ, ਪਰ ਬਦਨਾਮ ਹੈ ਜਿਹੜਾ ਉਹ ਇਕੱਲਾ ਲੀਡਰ ਹੋਇਆ, ਕਿਉਂਕਿ ਲੀਡਰ ਜਿਹੜੀ ਪੋਲੀਟੀਕਲ ਕਲਾਸ ਹੁੰਦੀ ਹੈ ਇਹ 'ਚ ਹੁੰਦਾ ਇਹ ਵੀ ਹੈ ਵੀ ਸਪੋਜ਼ ਅਫਸਰ ਨੇ, ਅਫਸਰ ਨੂੰ ਬਚਾਊਗਾ, ਮੁਲਾਜ਼ਮ ਹੈ ਮੁਲਾਜ਼ਮ ਨੂੰ ਬਚਾਊਗਾ, ਲੀਡਰ ਸਿਰਫ ਰਾਜ ਭਾਗ ਪਾਉਣ ਦੇ ਲਈ, ਆਪਦੀ ਸਰਕਾਰ ਸੱਤਾ ਲਿਆਉਣ ਦੇ ਲਈ, ਠੀਕ ਹੈ ਨਾ, ਉਹਨਾਂ ਨੇ ਇੱਕ ਦੂਜੇ ਨੂੰ ਬਦਨਾਮ ਕਰਨਾ। ਸੋ ਬਦਨਾਮ ਜ਼ਿਆਦਾ ਹੋਏ ਪਏ ਨੇ, ਲੁੱਟਣ 'ਚ ਵੀ ਕੋਈ ਕਸਰ ਨਹੀਂ ਛੱਡੀ ਹੈਗੀ, ਕੋਈ ਕਸਰ ਨਹੀਂ ਛੱਡੀ ਹੈਗੀ, ਦੋਏ ਹੱਥੀਂ ਲੁੱਟਿਆ। ਪਰ ਮੈਂ ਮੰਨ ਕੇ ਚੱਲਦਾ ਵੀ ਸੁਧਾਰ ਦੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ, ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਹਾਂ ਚਾਹ ਵਹਾਂ ਰਾਹ। ਜਦੋਂ ਇੱਕ ਔਰ ਮੈਂ ਸਮਝਦਾ ਕਿ 10 ਮਹੀਨਿਆਂ ਦਾ ਜੇ ਭਗਵੰਤ ਮਾਨ ਜੀ ਦੀ ਸਰਕਾਰ ਦਾ ਜੇ ਕੋਈ ਸਭ ਤੋਂ ਵੱਡੀ ਅਚੀਵਮੈਂਟ ਹੈਗੀ ਤੇ ਉਹ ਹੈ ਹੀ ਇਹੀ ਵੀ ਜਿਹੜੇ ਪੰਜਾਬ ਦੇ ਲੋਕ ਇਹ ਮੰਨ ਚੁੱਕੇ ਸੀ ਅੱਜ ਤੱਕ ਕਿ ਕਦੇ ਕੋਈ ਰਾਜਨੀਤਿਕ ਲੀਡਰ ਸਰਕਾਰ ਇਮਾਨਦਾਰ ਹੋ ਹੀ ਨਹੀਂ ਸਕਦੀ ਹੈਗੀ, ਉਹ ਲੋਕਾਂ ਦੀ ਧਾਰਨਾ ਜਿਹੜੀ ਉਹ ਅਸੀਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਇਆ। ਲੋਕਾਂ ਨੂੰ ਲੱਗਣ ਲੱਗ ਗਿਆ ਵੀ ਹਾਂ ਯਾਰ ਲੀਡਰ ਵੀ ਇਮਾਨਦਾਰ ਹੋ ਸਕਦੇ ਨੇ। ਸੋ ਮੇਰੇ ਖਿਆਲ ਦੇ ਵਿੱਚ ਕੁਛ ਵੀ ਇੰਪੋਸੀਬਲ ਨਹੀਂ ਹੈਗਾ ਔਰ ਇਹ ਸੰਭਵ ਹੈ, ਇਹਨੂੰ ਕਰਕੇ ਦਿਖਾਵਾਂਗੇ। ਮੈਂ ਤੁਹਾਨੂੰ ਆਪਦੇ ਇੱਕ ਦਿਨ ਸ਼ਾਇਦ ਪਹਿਲਾਂ ਵੀ ਤੁਹਾਨੂੰ ਕਦੇ ਸੁਣਾਇਆ ਹੋਵੇ, ਮੇਰੇ ਬ੍ਰਦਰ ਨੂੰ ਜਦੋਂ ਟ੍ਰੀਟਮੈਂਟ ਚੱਲ ਰਿਹਾ ਸੀ ਉਹਨਾਂ ਦਾ ਕੈਂਸਰ ਦਾ, ਵੀ ਮੈਂ ਤੁਹਾਨੂੰ ਇਸ ਕਰਕੇ ਸੁਣਾ ਰਿਹਾ ਵੀ ਇਕੱਲੇ ਪੰਜਾਬ 'ਚ ਜਾਂ ਇੰਡੀਆ 'ਚ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਵੀ ਹਿੰਦੁਸਤਾਨੀ ਪੋਲੀਟੀਸ਼ੀਅਨ ਦੀ ਇਮੇਜ ਕੀ ਬਣ ਚੁੱਕੀ, ਮੈਂ ਤੁਹਾਨੂੰ ਉਹ ਸੁਣਾ ਰਿਹਾ ਜੀ। ਮੇਰੇ ਬ੍ਰਦਰ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ ਲੰਡਨ ਹਸਪੀਟਲ 'ਚ। ਮੈਂ ਜਦੋਂ ਉਹਨਾਂ ਦੇ ਕੀਮੋ ਦੇ ਸਾਈਕਲ ਚੱਲਦੇ ਸੀਗੇ, ਉਹ 2 ਵਾਰੀ ਮੇਰੇ ਸਿਸਟਰ ਕੈਨੇਡਾ ਤੋਂ ਆ ਕੇ ਉਹਨਾਂ ਕੋਲ ਮਹੀਨਾ ਲੱਗ ਜਾਂਦੇ ਸੀਗੇ, 2 ਵਾਰੀ ਮੈਂ ਗਿਆ। ਇੱਕ ਦਿਨ ਮੈਂ ਉਹਨਾਂ ਕੋਲ ਬੈੱਡ ਸਾਈਡ 'ਤੇ ਬੈਠਾ, ਇੱਕ ਨਰਸ ਐਂਟਰ ਕਰਦੇ ਨੇ ਅਤੇ ਮੇਰੇ ਬ੍ਰਦਰ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਪੁੱਛਦੇ ਨੇ ਹੂ ਇਜ਼ ਹੀ, ਉਹ ਕਹਿੰਦਾ ਹੀ ਇਜ਼ ਮਾਈ ਬ੍ਰਦਰ। ਵੇਅਰ ਇਜ਼ ਹੀ ਫਰੋਮ? ਮੇਰੇ ਬ੍ਰਦਰ ਕਹਿੰਦਾ ਹੀ ਇਜ਼ ਫਰੋਮ ਇੰਡੀਆ। ਵਾਟ ਡਜ਼ ਹੀ ਡੂ?
ਮੇਰੇ ਬ੍ਰਦਰ ਕਹਿੰਦਾ ਹੀ ਇਜ਼ ਅ ਪੋਲੀਟੀਸ਼ੀਅਨ। ਓਹ ਇੰਡੀਅਨ ਪੋਲੀਟੀਸ਼ੀਅਨ ਵੈਰੀ ਕਰਪਟ ਮੈਂ ਮੇਰੇ ਭਰਾ ਨੂੰ ਘੂਰਿਆ, ਮੈਂ ਕਿਹਾ ਯਾਰ ਤੂੰ ਉੱਥੇ ਅਸਨਾਮ ਤੋਂ ਤੂੰ ਮੈਨੂੰ ਉਰੇ ਨਰਸ ਜੁੱਤੀਆਂ ਪਾਉਣ ਵਾਸਤੇ ਤੂੰ ਮੈਨੂੰ ਬੁਲਾਇਆ ਉਰੇ। ਉਹ ਫਿਰ ਮੇਰੇ ਸਮਝ ਗਈ ਵੀ ਇਹਨੇ ਮਾਈਂਡ ਕੀਤਾ ਤੇ ਨੋ ਡੋਂਟ ਵਰੀ ਸ਼੍ਰੀਲੰਕਨ ਪੋਲੀਟੀਸ਼ੀਅਨ ਆਲਸੋ ਵੈਰੀ ਕਰਪਟ। ਉਹ ਸ਼੍ਰੀਲੰਕਾ ਦੀ ਸੀਗੀ। ਮੈਂ ਉਹ ਤੋਂ ਮਗਰੋਂ ਮੈਂ ਭਰਾ ਨੂੰ ਕਿਹਾ ਮੈਂ ਖਬਰਦਾਰ ਜੇ ਤੂੰ ਕਿਸੇ ਨੇ ਦੱਸਿਆ ਵੀ ਇਹ ਪੋਲੀਟੀਸ਼ੀਅਨ ਹੈ। ਮੈਂ ਬਾਈ ਜੀ ਉਸ ਤੋਂ ਮਗਰੋਂ ਪਿਛਲੇ 4 ਸਾਲਾਂ 'ਚ ਮੈਂ ਉਹ ਆਪਦੇ ਪੋਲੀਟੀਕਲ ਸਾਥੀਆਂ ਨੂੰ ਪਿਛਲੀ ਸਰਕਾਰ 'ਚ ਵੀ ਹੁਣ 'ਚ ਵੀ ਵਿਧਾਨ ਸਭਾ 'ਚ ਵੈਸੇ ਮੈਂ ਕਿਹਾ ਜੀ ਆਪਣਾ ਆਹ ਇਮੇਜ ਬਣੀ ਹੋਈ ਹੈ ਇੰਟਰਨੈਸ਼ਨਲ ਲੈਵਲ 'ਤੇ ਰਾਜਨੀਤਿਕ ਲੋਕਾਂ ਦੀ, ਇਹਨੂੰ ਕਿਰਪਾ ਕਰਕੇ ਸੁਧਾਰ ਲਈਏ ਆਪਾਂ। ਉਹ ਕੰਮ ਉਹ ਪ੍ਰੋਫੈਸ਼ਨ ਜਿਹੜਾ ਸਭ ਤੋਂ ਪਵਿੱਤਰ ਹੋ ਸਕਦਾ ਹੈ ਜੇ ਤੁਹਾਡੀ ਨੀਅਤ ਔਰ ਨੀਤੀ। ਬਾਈ ਜੀ ਸਰਕਾਰ ਤੋਂ ਉੱਪਰ ਕੀ ਹੁੰਦਾ? ਬਿਲਕੁਲ। ਜੇ ਸਰਕਾਰ ਚਾਹੇ ਤੇ ਲੋੜਵੰਦਾਂ ਨੂੰ ਗਰੀਬਾਂ ਨੂੰ ਜਿੰਨੀਆਂ ਮਰਜ਼ੀ ਸਹੂਲਤਾਂ ਦੇ ਦਿਓ, ਜਿੰਨੀਆਂ ਮਰਜ਼ੀ ਸਰਵਿਸਿਜ਼ ਦੇ ਦਿਓ, ਤੁਸੀਂ ਇਮਾਨਦਾਰੀ ਦੇ ਨਾਲ ਆਪਦੀ ਸਟੇਟ ਨੂੰ ਕਿਤੇ ਦੀ ਕਿਤੇ ਲੈ ਜਾਓ। ਜਿਹੜੇ ਇਮਾਨਦਾਰ ਤੇ ਵਿਜ਼ਨਰੀ ਲੀਡਰ ਹੋਏ ਨੇ ਉਹ ਆਪਦੇ ਮੁਲਕਾਂ ਨੂੰ ਆਪਦੇ ਸਟੇਟਾਂ ਨੂੰ ਕਿਤੇ ਦੀ ਕਿਤੇ ਲੈ ਕੇ ਚੱਕ ਕੇ, ਪਰ ਉਹਨਾਂ ਵਾਲਿਆਂ ਨੇ ਬੇੜਾ ਡੋਬਤਾ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਪਵਿੱਤਰ ਪ੍ਰੋਫੈਸ਼ਨ ਨੂੰ ਰਾਜਨੀਤਿਕ ਲੋਕਾਂ ਨੇ ਬਹੁਤ ਬਦਨਾਮ, ਬਹੁਤ ਨਿਘਾਰ ਵਾਲੇ ਪਾਸੇ ਲੈ ਗਏ। ਤੇ ਹੁਣ ਉਹ ਕਹਿੰਦੇ ਜਿਵੇਂ ਵੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ, ਹੁਣ ਇਹ ਮੋੜਾ ਪੈਣਾ ਸ਼ੁਰੂ ਹੋ ਗਿਆ। ਤੇ ਸ਼ੁਰੂ ਹੋ ਗਿਆ ਇਹ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਉਹਨਾਂ ਤੇ ਆਮ ਆਦਮੀ ਪਾਰਟੀ ਦੇ ਜ਼ਰੀਏ। ਤੇ ਉਹ ਸਮਾਂ ਦੂਰ ਨਹੀਂ ਵੀ ਇਹ ਇੱਕ ਕ੍ਰੈਡੀਬਲ ਪ੍ਰੋਫੈਸ਼ਨ, ਪਵਿੱਤਰ ਪ੍ਰੋਫੈਸ਼ਨ ਵਜੋਂ ਲੋਕ ਜਾਣਨਗੇ ਉਹਨੂੰ। ਚਲੋ ਤੁਹਾਡੀ ਸਰਕਾਰ ਤੇ ਮੇਰੇ ਕੋਲ ਕੁਝ ਪੋਲੀਟੀਕਲ ਸਵਾਲ ਹੈਗੇ ਆ। ਬਿਲਕੁਲ ਕਰੋ। ਪਰਸਨਲ ਲਾਈਫ ਤੇ ਗੱਲਾਂ ਬਾਤਾਂ ਕਾਫੀ ਹੋ ਗਈਆਂ। ਮੈਂ ਚਾਹਣਾ ਆਪਾਂ ਪੋਲੀਟੀਕਲ ਪੇਚਾ ਤੁਰ ਫਿਰ ਕੇ ਪਾਈਏ ਬਾਹਰ, ਨਾਲੇ ਸੈਰ ਕਰਦੇ ਹਾਂ। ਆਓ ਜਾਓ। ਅੱਛਾ ਅਮਨ ਜੀ, ਲਗਭਗ ਸਾਲ ਦੇ ਕਰੀਬ ਤੁਹਾਡੀ ਗਵਰਨਮੈਂਟ ਨੂੰ ਹੋਣ ਜਾ ਰਿਹਾ। ਆਪੋਜੀਸ਼ਨ ਕਹਿੰਦੀ ਹੈ ਕਿ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਆ, ਨਵੀਂ ਕਹਿੰਦੇ ਇਹਨਾਂ ਨੇ ਪੰਜਾਬ 'ਚ ਕਿੱਟ ਨਹੀਂ ਲਾਈ, ਬਸ ਅਖਬਾਰਾਂ ਦੇ ਰਾਹੀਂ, ਸੁਰਖੀਆਂ ਦੇ ਰਾਹੀਂ, ਬਿਆਨਾਂ ਦੇ ਰਾਹੀਂ ਕਹਿੰਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਦੇਖੋ ਇਸ ਤਰ੍ਹਾਂ ਹੈ ਕਿ ਚਲੋ ਵਿਰੋਧੀਆਂ ਦਾ ਕੰਮ ਤਾਂ ਹੁੰਦਾ ਕਹਿਣਾ, ਉਹ ਆਪਦੀ ਡਿਊਟੀ ਨਿਭਾਉਣ, ਚੰਗੀ ਗੱਲ ਹੈ। ਪਰ ਗੱਲ ਇਹ ਹੈ ਵੀ ਤਾਂ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਵੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ। ਹੁਣ ਅੱਜ ਤਕਰੀਬਨ 28-30 ਹਜ਼ਾਰ ਲੋਕਾਂ ਦੇ ਕਰੀਬ ਨੇ ਜਿਹੜੇ ਉਹ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਤੇ ਰੈਗੂਲਰਾਈਜੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਹੈ। ਕੱਲ੍ਹ ਦੀ ਅਸੀਂ ਕੈਬਨਿਟ ਦੇ ਵਿੱਚ ਕੱਲ੍ਹ ਵੀ, ਹਾਂਜੀ ਠੀਕ ਹੈ। 300 ਯੂਨਿਟ ਬਿਜਲੀ ਹੈ ਜਿਹੜੀ ਉਹ ਹਰ ਘਰ ਨੂੰ ਫ੍ਰੀ ਉਹ ਮਿਲਣੀ ਸ਼ੁਰੂ ਹੋ ਗਈ। ਅੱਜ ਤੱਕ ਤੁਸੀਂ ਇਹ ਜਿਹੜੇ ਉਹ ਵਿਰੋਧੀ ਧਿਰਾਂ ਵਾਲੇ ਕਹਿੰਦੇ ਨੇ ਕਿ ਅਸੀਂ ਕੁਝ ਨਹੀਂ ਕਰ ਰਹੇ ਹੈਗੇ, ਹੁਣ ਤੱਕ ਤੁਸੀਂ ਇਹਨਾਂ ਦੀ ਸਰਕਾਰਾਂ 'ਚ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਹੁੰਦੇ ਦੇਖੇ ਹੋਣਗੇ ਤੇ ਛਡਾਉਂਦੇ ਨੇ ਵਾਲਾ ਕੰਮ ਹੈ ਜਿਹੜਾ ਉਹ ਪਹਿਲੀ ਵਾਰੀ ਤੁਸੀਂ ਦੇਖਿਆ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਉਹਨਾਂ ਨੂੰ ਸਜ਼ਾਵਾਂ ਨੇ ਜਿਹੜੀਆਂ ਉਹ ਪਹਿਲੀ ਵਾਰੀ ਮਿਲਣੀਆਂ ਨੇ ਜਿਹੜੀਆਂ ਉਹ ਸ਼ੁਰੂ ਹੋ ਰਹੀਆਂ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰੇਤਾ ਜਿਹੜਾ ਆ ਹੁਣ ਨਵੀਂ ਪਾਲਿਸੀ ਦੇ ਨਾਲ ਉਹ ਡਾਊਨ ਆਉਣਾ ਸ਼ੁਰੂ ਹੋ ਗਿਆ। ਸ਼ਰਾਬ ਦੀ ਆਪਾਂ ਜੇ ਗੱਲ ਕਰ ਲਈਏ 70-72 ਸਾਲਾਂ ਦੇ ਵਿੱਚ 6200 ਕਰੋੜ ਤੱਕ ਸ਼ਰਾਬ ਦੀ ਕਲੈਕਸ਼ਨ ਪਹੁੰਚੀ ਹੋਵੇ ਤੇ ਪਹਿਲੇ 9-10 ਮਹੀਨਿਆਂ ਦੇ ਵਿੱਚ ਹੀ ਸਾਡੀ ਸਰਕਾਰ ਇਹਨੂੰ 9,9200 ਕਰੋੜ ਤੇ ਖਿੱਚ ਕੇ ਲੈ ਜੇ। ਇਹ ਕੰਮ ਨਹੀਂ ਹੈਗੇ ਜੀ, ਹੋਰ ਕੰਮ ਕੀ ਹੁੰਦਾ? ਪਰ ਇਹ ਵੀ ਗੱਲ ਕਹੀ ਜਾਂਦੀ ਆ ਅਮਨ ਜੀ, ਕਹਿੰਦੇ ਵੀ ਜਿਹੜੀ ਚੀਜ਼ ਤੁਸੀਂ ਆਪ ਮੁੱਲ ਖਰੀਦਦੇ ਹੋ ਉਹ ਲੋਕਾਂ ਨੂੰ ਫ੍ਰੀ ਦੇਈ ਜਾਂਦੇ ਹੋ, ਜਿਹੜੀ ਚੀਜ਼ ਕੁਦਰਤ ਦਿੰਦੀ ਆ ਉਹ ਤੁਸੀਂ ਮੁੱਲ ਵੀ ਨਹੀਂ ਵੇਚਦੇ ਪਏ। ਚਲੋ ਹੁਣ ਭਾਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਰੇਤਾ ਖੋਲਣ ਜਾ ਰਹੇ ਹਾਂ, ਬਿਜਲੀ ਤੁਹਾਨੂੰ ਪੱਲਿਓਂ ਪੈਂਦੀ ਆ, ਮੇਰਾ ਖਿਆਲ ਇਹ ਆ ਵੀ 7,000 ਕਰੋੜ ਤੋਂ ਵਧੇਰੇ ਦਾ ਤੁਹਾਨੂੰ ਖਰਚਾ ਪੈਂਦਾ, ਉਹ ਲੋਕਾਂ ਨੂੰ ਫ੍ਰੀ ਦੇ ਰਹੇ ਹੋ। ਜਿਹੜਾ ਰੇਤਾ ਕੁਦਰਤ ਦਿੰਦੀ ਆ ਉਹਦਾ ਕਹਿੰਦੇ ਪੈਸਾ ਤੈਅ ਹੋ ਰਿਹਾ, ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਦੇਖੋ ਇਸ ਤਰ੍ਹਾਂ ਇਹ ਅਮਨ ਕਿਵੇਂ ਦੇਖਦਾ ਉਹ ਮੈਟਰ ਨਹੀਂ ਕਰਦਾ ਹੈਗਾ। ਮੈਟਰ ਇਹ ਹੈ ਵੀ 3 ਕਰੋੜ ਲੋਕ ਕਿਵੇਂ ਸੋਚਦੇ ਨੇ ਇਹਦੇ ਬਾਰੇ। ਇਹ ਬਿਜਲੀ ਜਿਹੜੀ ਤੁਸੀਂ ਫ੍ਰੀ ਦੀ ਗੱਲ ਕਰਦੇ ਹੋ ਇਹ ਕਿਹਨੇ ਦੇਣੀ ਸ਼ੁਰੂ ਕੀਤੀ ਸੀ? ਪਹਿਲੀ ਵਾਰੀ ਕਦੋਂ ਕਨਸੈਪਟ ਆਇਆ ਸੀਗਾ? ਕਾਂਗਰਸ ਵੇਲੇ 1997 ਦੀ ਇਲੈਕਸ਼ਨਾਂ ਤੋਂ ਪਹਿਲਾਂ, ਉਦੋਂ ਦਾ ਕੰਮ ਚੱਲਿਆ। ਅੱਜ ਇਹਨਾਂ ਲੋਕਾਂ ਨੂੰ ਲੱਗਦਾ ਹੋਊਗਾ ਕਿ ਹਾਂ ਬਿਜਲੀ ਸਬਸਿਡੀ ਦਾ ਬਿੱਲ ਇਹਨਾਂ ਬਣ ਗਿਆ ਬਹੁਤ ਵੱਡਾ ਬਣ ਗਿਆ, ਕੋਈ ਸ਼ੱਕ ਨਹੀਂ ਹੈਗਾ ਇਸ 'ਚ। ਜਿਹੜੀ ਚੀਜ਼ ਮੁਫਤ ਪੈਦਾ ਨਹੀਂ ਹੁੰਦੀ ਹੈਗੀ ਉਹਨੂੰ ਮੁਫਤ ਦੇਣਾ ਇਕਨੋਮਿਕਲੀ ਵਾਇਬਲ ਨਹੀਂ ਹੁੰਦਾ ਹੈਗਾ। ਪਰ ਸ਼ੁਰੂਆਤ ਕਿੱਥੋਂ ਹੋਈ ਹੈ? ਹੁਣ ਜੇ ਤੁਸੀਂ ਉਸ ਤੋਂ ਮਗਰੋਂ ਕਹੋ ਅੱਜ ਉਹਦੇ ਕਿੰਤੂ ਪਰੰਤੂ ਕਰੋ, ਉਹਦੀ ਕੀ ਰੈਲੇਵੈਂਸ ਹੈ? ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ, ਦੇਖੋ ਗਵਰਨੈਂਸ ਜਿਹੜੀ ਹੁੰਦੀ ਹੈ ਨਾ ਜੀ ਉਹਨੂੰ ਤੁਸੀਂ ਟੋਟੈਲਿਟੀ ਦੇ ਵਿੱਚ ਦੇਖਣਾ ਹੁੰਦਾ ਹੈ। ਔਰ ਸਰਕਾਰ ਦਾ ਕੰਮ, ਸਰਕਾਰ ਕੋਲ ਇਹ ਵੀ ਮੰਨ ਗਏ ਕੋਈ ਨੋਟ ਛਾਪਣ ਵਾਲੀ ਮਸ਼ੀਨ ਤਾਂ ਹੁੰਦੀ ਨਹੀਂ ਹੈਗੀ। ਉਹਦੇ 'ਚ ਸਰਕਾਰ ਇਹੀ ਹੈ ਜਿਹੋ ਜਿਹਾ ਆਪਾਂ ਆਪਦਾ ਘਰ ਚਲਾ ਲਿਆ, ਤੁਸੀਂ ਆਪਦਾ ਚੈਨਲ ਚਲਾ ਲਿਆ ਵੀ ਇੱਕ ਪਾਸੇ ਪੈਸੇ ਆਉਣੇ ਨੇ, ਉਹ ਇਮਾਨਦਾਰੀ ਨਾਲ ਖਜ਼ਾਨੇ 'ਚ ਆ ਜਾਣਾ ਤੇ ਮੁੜ ਕੇ ਉਹੀ ਪੈਸੇ ਇਮਾਨਦਾਰੀ ਦੇ ਨਾਲ ਲੋਕਾਂ ਤੱਕ ਪਹੁੰਚ ਜਾਣ। ਪ੍ਰਤਾਪ ਬਾਜਵਾ ਇਹ ਵੀ ਕਹਿੰਦੇ ਆਇਆ ਕੀ ਹੈ ਤੁਹਾਡੇ ਕੋਲ ਹੁਣ ਤੱਕ? ਕਹਿੰਦੇ ਤੁਸੀਂ ਵੀ ਕਰਜ਼ੇ ਤੇ ਕਹਿੰਦੇ ਸਰਕਾਰ ਮੌਜਾਂ ਲੈ ਰਹੀ ਹੈ, ਕਹਿੰਦੇ ਕਹਿੰਦੇ ਸੀ ਕਰਜ਼ਾ ਚੜੂਗਾ ਨਹੀਂ, ਕਹਿੰਦੇ ਨਵਾਂ ਵੀ ਸਿਰੇ ਤੋਂ ਚੱਕ ਲਿਆ ਕਰਜ਼ਾ ਇਹਨਾਂ ਨੇ। ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਰਕਾਰ ਦਾ ਜਿਹੜਾ ਉਹ ਬਾਜਵਾ ਸਾਹਿਬ ਨੂੰ ਪਤਾ ਹੈ
ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਸਰਕਾਰ ਨੇ ਹਰ ਹਫ਼ਤੇ ਹੀ ਕਰਜ਼ਾ ਲੈਣਾ ਵੀ ਹੁੰਦਾ ਤੇ ਕਰਜ਼ਾ ਮੋੜਨਾ ਵੀ ਹੁੰਦਾ, ਇਹ ਪ੍ਰੋਸੈਸ ਹੈ। ਸਵਾਲ ਇਹ ਹੈ ਵੀ ਜਿਹੜਾ ਅਸੀਂ ਕਰਜ਼ਾ ਲੈ ਰਹੇ ਹਾਂ, ਸਪੋਜ਼ ਜਿੰਨਾ ਵੀ XYZ ਜਿੰਨਾ ਵੀ ਬਾਜਵਾ ਸਾਹਿਬ ਕਹਿੰਦੇ ਨੇ ਸਭ ਠੀਕ ਹੈ, ਜਿੰਨਾ ਵੀ ਲੈ ਰਹੇ ਹਾਂ ਉਹ ਲੈ ਕੇ ਲੋਕਾਂ ਤੱਕ ਸਹੀ ਤਰੀਕੇ ਨਾਲ ਉਹਨਾਂ ਦੇ ਭਲਾਈ ਦੇ ਕੰਮਾਂ ਤੇ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਤੇ ਜਿੰਨਾ ਲੋਕਾਂ ਤੋਂ ਕਲੈਕਟ ਕਰ ਰਹੇ ਹਾਂ ਉਹ 100% ਖਜ਼ਾਨੇ 'ਚ ਆ ਰਿਹਾ ਕਿ ਨਹੀਂ, ਮੈਟਰ ਉਹ ਕਰਦਾ ਜੀ। ਮੈਟਰ ਇਹ ਨਹੀਂ ਕਰਦਾ ਹੈਗਾ ਅਸੀਂ ਸਾਡੇ ਕੋਲ ਇਹ ਜੀ ਕਿਹੜੀ ਜਾਦੂ ਦੀ ਛੜੀ ਹੈ ਜੀ ਵੀ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਅਸੀਂ 10 ਮਹੀਨਿਆਂ 'ਚ ਲਾ ਦਈਏ। ਨੈਕਸਟ ਇੰਪੋਸੀਬਲ ਹੈ, ਕੋਈ ਵੀ ਨਹੀਂ ਕਰ ਸਕਦਾ ਹੈਗਾ। ਅੱਜ ਜੇ ਮੁਲਕ ਦੀ ਵੀ ਗੱਲ ਕਰ ਲਓ ਤੁਸੀਂ, ਤੇ ਪਿਛਲੇ ਸਾਰੇ ਸਮਿਆਂ ਦੇ ਨਾਲੋਂ ਵੱਧ ਅੱਜ ਜੇ ਕਰਜ਼ਾ ਡੈਟ ਹੋਇਆ ਹੈ ਤੇ ਉਹ ਹੁਣ ਮੁਲਕ ਦੇ ਉੱਪਰ, ਕੇਂਦਰ ਸਰਕਾਰ ਦੇ ਉੱਪਰ ਹੈ, ਸਾਰੀਆਂ ਸਰਕਾਰਾਂ ਦੇ ਉੱਪਰ ਹੀ ਕਰਜ਼ਾ ਹੁੰਦਾ। ਸਿਰਫ ਔਰ ਸਿਰਫ ਜਿਹੜੀ ਚੀਜ਼ ਜ਼ਿੰਮੇਵਾਰੀ ਸਰਕਾਰ ਦੀ, ਮੁੱਖ ਮੰਤਰੀ ਦੀ, ਕੈਬਨਿਟ ਦੀ ਹੁੰਦੀ ਹੈ ਉਹ ਇਹ ਹੁੰਦੀ ਹੈ ਵੀ ਪੈਸੇ ਦੀ ਪਿਲਫਰੇਜ ਨਾ ਹੋਵੇ। ਜੇ ਪੈਸੇ ਦੀ ਪਿਲਫਰੇਜ ਪ੍ਰਤਾਪ ਬਾਜਵਾ ਨੂੰ ਪਿਛਲੇ 10 ਮਹੀਨਿਆਂ ਦੇ ਵਿੱਚ ਕਿਤੇ ਕੋਈ ਲੱਗੀ ਹੈ ਤਾਂ ਦੱਸੋ ਮੈਨੂੰ। ਮੈਂ ਤੁਹਾਨੂੰ ਸ਼ਰਾਬ ਦੇ ਵਿੱਚ ਦੱਸਤਾ ਵੀ ਸਾਡੀ ਐਕਸਾਈਜ਼ ਕਲੈਕਸ਼ਨ ਜਿਹੜੀ ਉਹ ਵੱਧ ਗਈ, ਸਾਡੀ GST ਕਲੈਕਸ਼ਨ ਹੈ ਜਿਹੜੀ ਉਹ ਵੱਧ ਗਈ, ਸਾਡੀ ਮਾਈਨਿੰਗ ਦੇ ਵਿੱਚੋਂ ਕਲੈਕਸ਼ਨ ਹੈ ਜਿਹੜੀ ਉਹ ਵੱਧ ਚੁੱਕੀ ਹੈ, ਸਾਡੀ ਹਰ ਡਿਪਾਰਟਮੈਂਟ ਦੇ ਵਿੱਚੋਂ ਕਲੈਕਸ਼ਨ ਹੈ ਜਿਹੜੀ। ਹਾਂ, ਸੋਸ਼ਲ ਵੈਲਫੇਅਰ ਸਕੀਮਾਂ ਵੀ ਵਧੀਆਂ ਨੇ, ਮੈਂ ਮੰਨਦਾ, ਪਰ ਅਲਟੀਮੇਟਲੀ ਜਾਂ ਤਾਂ ਪੰਜਾਬੀਆਂ ਕੋਲ ਹੀ ਰਿਹਾ। ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਕੀ ਗੋਲਕ ਗਰੀਬ ਕਾ ਮੂੰਹ, ਜੇ ਕਿਸੇ ਲੋੜਵੰਦ ਦੇ ਘਰ ਦਾ ਚੁੱਲ੍ਹਾ ਸਰਕਾਰ ਦੀ ਸਕੀਮ ਦੇ ਨਾਲ ਚੱਲ ਰਿਹਾ ਹੈ ਤੇ ਉਹਦੇ 'ਚ ਵਿਰੋਧ ਨੂੰ ਇੰਨੀ ਤਕਲੀਫ ਕੀ ਹੁੰਦੀ ਹੈ। ਫਿਰ ਜਿਹੜੀਆਂ ਸਕੀਮਾਂ ਦੇ ਸਾਡੇ ਤੇ ਕੁਐਸਚਨ ਮਾਰਕ ਕਰਦੇ ਨੇ, ਅਸੀਂ ਗੱਲ ਕੀਤੀ ਹੈਲਥ ਔਰ ਐਜੂਕੇਸ਼ਨ ਦੀ, ਅਸੀਂ ਗੱਲ ਕੀਤੀ 300 ਯੂਨਿਟ ਬਿਜਲੀ ਦੀ, ਅਸੀਂ ਗੱਲ ਕੀਤੀ ਬਾਕੀ ਜਿੰਨੀਆਂ ਸਕੀਮਾਂ ਦੀ, ਕਾਂਗਰਸ ਨੇ ਗੁਜਰਾਤ ਇਲੈਕਸ਼ਨਾਂ 'ਚ ਵੀ, ਹਿਮਾਚਲ ਇਲੈਕਸ਼ਨਾਂ 'ਚ ਵੀ ਉਹੀ ਆਪਦੇ ਮੈਨੀਫੈਸਟੋ 'ਚ ਪਾ ਲਈਆਂ। ਜੇ ਅਸੀਂ ਗਲਤ ਹਾਂ ਤੇ ਹਿਮਾਚਲ ਦੇ ਵਿੱਚ 300 ਯੂਨਿਟ ਬਿਜਲੀ ਕਾਂਗਰਸ ਦਾ ਜਿਹੜਾ ਵਾਅਦਾ ਹੈ ਉਹ ਸਹੀ ਕਿਵੇਂ ਹੋ ਸਕਦਾ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗਿਰਗਟਾਂ ਵਾਂਗੂ ਰੰਗ ਨਾ ਬਦਲਣ, ਸਾਡੇ ਨਾਲ ਗੱਲ ਲੌਜਿਕ ਤੇ ਕਰਨ ਆਪੋਜੀਸ਼ਨ ਵਾਲੇ। ਲੌਜਿਕ ਤੇ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਵੀ ਮੁਹੱਲਾ ਕਲੀਨਿਕ ਸਾਡੇ ਸਿਹਤ ਸੇਵਾ ਕੇਂਦਰ ਹੁੰਦੇ ਸੀ, ਇਹਨਾਂ ਨੇ ਚੱਕ ਕੇ ਕਹਿੰਦੇ ਮੁਹੱਲਾ ਕਲੀਨਿਕ 'ਚ ਉਹਨਾਂ ਨੂੰ ਸ਼ਿਫਟ ਕਰਤਾ। 25-25 ਲੱਖ ਰੁਪਇਆ ਕਹਿੰਦੇ ਉਹਦੇ ਤੇ ਲਾ ਰਹੇ ਆ, ਕੱਲਾ ਕਹਿੰਦੇ 2 ਲੀਟਰ ਰੰਗ ਲਿਆ ਕੇ ਫੇਰ ਦਿੰਦੇ ਆ ਤੇ 25 ਲੱਖ ਰੁਪਇਆ ਸਰਕਾਰ ਨੂੰ ਚੂਨਾ ਲੱਗ ਰਿਹਾ। ਮੈਨੂੰ ਲੱਗਦਾ ਇਹਨੂੰ ਰੰਗ ਰੋਗਨ ਕਰਨ ਦਾ ਠੇਕਾ ਸੁਖਬੀਰ ਬਾਦਲ ਜੀ ਨੇ ਲਿਆ ਹੋਇਆ ਹੈ। ਤੁਸੀਂ ਉੱਥੇ ਇਨਫਰਾਸਟ੍ਰਕਚਰ ਆ ਰਿਹਾ ਹੈ, ਉੱਥੇ ਕਈ ਥਾਵਾਂ ਤੇ ਨਵੀਆਂ ਕੰਸਟਰਕਸ਼ਨਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ, ਕਈ ਥਾਵਾਂ ਤੇ ਰੈਨੋਵੇਸ਼ਨਾਂ ਹੋ ਰਹੀਆਂ ਨੇ, ਇਕੁਇਪਮੈਂਟ ਆ ਰਿਹਾ ਹੈ, ਸਟਾਫ ਆ ਰਿਹਾ ਹੈ, ਉਹ ਮੁਫਤ 'ਚ ਹੀ ਹੋ ਜਾਊਗਾ। ਤੁਸੀਂ ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਵੇਲੇ ਜਿਹੜੇ ਮੁਹੱਲਾ ਕਲੀਨਿਕ ਬਣੇ ਸੀਗੇ, ਜਿਹੜੇ ਡਿਫੰਕਟ ਹੋ ਗਏ ਸੀ ਬਾਅਦ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜੇ ਤੁਸੀਂ ਇਹਨਾਂ ਨੇ ਜਿਹੜਾ BLS ਕੰਪਨੀ ਨੂੰ ਦਿੱਤਾ ਸੀਗਾ ਸੁਖਬੀਰ ਬਾਦਲ ਜੀ ਹੋਣਾ ਨੇ, ਜੇ ਉਹਦੀ ਤੁਸੀਂ ਤਹਿ ਤੱਕ ਜਾਓਗੇ ਤੇ ਉਹ ਵੀ ਤੁਹਾਨੂੰ ਕੋਈ ਹੋਰ ਹੀ ਨਵੀਆਂ ਕਹਾਣੀਆਂ ਸੁਣਨ ਨੂੰ ਤੇ ਦੇਖਣ ਨੂੰ ਮਿਲ ਜਾਣਗੀਆਂ ਜਿਹੜੀਆਂ ਸੁਖਬੀਰ ਬਾਦਲ ਜੀ ਹੋਣਾ ਨੇ ਸ਼ੁਰੂ ਕੀਤਾ ਸੀ ਕੰਮ ਜਦੋਂ ਇਹ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਤਾਂ ਸੁਖਬੀਰ ਬਾਦਲ ਜੀ ਹੋਣਾ ਨੂੰ ਦਿਖ ਗਿਆ, ਉਹਨਾਂ ਨੂੰ ਇਹ ਨਹੀਂ ਦਿਖਿਆ ਹੈਗਾ ਵੀ 100 ਕਲੀਨਿਕਾਂ ਦੇ ਵਿੱਚ 5 ਮਹੀਨਿਆਂ ਦੇ ਵਿੱਚ ਅਸੀਂ 10,26,000 ਬੰਦੇ ਦਾ ਇਲਾਜ ਕਰਤਾ, ਉਹ ਨਹੀਂ ਦਿਖਿਆ ਹੈਗਾ। ਬਾਈ ਜੀ ਸਵਾਲ ਇਹ ਨਹੀਂ ਹੈ ਵੀ ਉਹ PHC ਹੈ, ਉਹ CHC ਹੈ, ਉਹ ਮੁਹੱਲਾ ਕਲੀਨਿਕ ਹੈ, ਉਹ ਕੀ ਹੈ। ਸਵਾਲ ਇਹ ਹੈ ਵੀ ਜਿਨ੍ਹਾਂ ਵਾਸਤੇ ਉਹ ਹੈਗਾ ਉਹਨਾਂ ਦੇ ਕੰਮ ਆ ਰਿਹਾ ਹੈ। ਉਹ ਅੱਜ ਤੱਕ ਤਾਂ ਚਾਹੇ ਉੱਥੇ ਕਬੂਤਰ ਬੋਲਦੇ ਸੀਗੇ, ਅੱਜ ਉਹਨਾਂ ਥਾਵਾਂ ਦੇ ਉੱਪਰ ਲੋਕ, ਗਰੀਬ ਲੋਕ ਨੇ, ਜਿਹੜੇ ਲੋੜਵੰਦ ਲੋਕ ਨੇ, ਉਹ ਆਪਦਾ ਪ੍ਰਾਇਮਰੀ ਇਲਾਜ ਹੈ ਜਿਹੜਾ ਉੱਥੇ ਵਧੀਆ ਤਕਰੀਬਨ 40-42 ਮੇਰੇ ਖਿਆਲ 'ਚ ਟੈਸਟ ਹੋਈ ਜਾਂਦੇ ਨੇ, ਦਵਾਈਆਂ ਮਿਲੀ ਜਾਂਦੀਆਂ ਨੇ। ਪਰ ਇਹ ਵੀ ਕਹਿੰਦੇ ਤੁਸੀਂ ਆਪਦੀ ਈਗੋ ਨੂੰ ਸੈਟੀਸਫਾਈ ਕਰਨ ਦੇ ਲਈ ਕਈ ਸਿਹਤ ਕੇਂਦਰਾਂ ਨੂੰ ਬੰਦ ਕਰਕੇ ਤੇ ਮੁਹੱਲਾ ਕਲੀਨਿਕ 'ਚ ਤੁਸੀਂ ਉਹਨਾਂ ਨੂੰ ਟ੍ਰਾਂਸਫਰ ਕਰ ਰਹੇ ਹੋ। ਚਲੋ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਜੇ ਇੱਕ ਸਿਹਤ ਕੇਂਦਰੀ ਹੈ, ਕੋਈ PHC ਹੈ, ਉਹਦੀ ਬਿਲਡਿੰਗ ਡਿਫੰਕਟ ਪਈ ਹੈ ਤੇ ਅਸੀਂ ਉਸੇ ਪਿੰਡ ਦੇ ਵਿੱਚ, ਤੁਸੀਂ ਇਹਨੂੰ ਇਹ ਨਾ ਸਰਕਾਰ ਵਾਲੇ ਐਂਗਲ ਦੇਖੋ, ਤੁਸੀਂ ਇਹ ਦੇਖੋ ਵੀ ਸੋਢੀ ਸਾਹਿਬ ਨੇ ਇੱਕ ਆਪਦੇ ਪੈਸੇ ਲਾ ਕੇ ਪ੍ਰਪੋਜ਼ਲ ਇਹ ਤਿਆਰ ਕਰਨੀ ਹੈ। ਇੱਕ ਪਾਸੇ ਤੁਹਾਡੇ ਕੋਲ ਇੱਕ ਥਾਂ ਪਈ ਹੈ, ਬਿਲਡਿੰਗ ਪਈ ਹੈ, ਤੇ ਉੱਥੇ ਤੁਸੀਂ ਨਵਾਂ ਤੁਹਾਨੂੰ ਕਮਰਾ ਚਾਹੀਦਾ, ਉਹ ਬਿਲਡਿੰਗ ਜਿਹੜੀ ਪਈ ਹੈ ਉਹ ਡਿਫੰਕਟ ਪਈ ਹੈ। ਤੁਸੀਂ ਆਪਦੇ ਪੈਸਿਆਂ ਨਾਲ ਉਸੇ ਨੂੰ ਰੰਗ ਰੋਗਨ ਕਰਕੇ, ਉਹਦੀ ਰੈਨੋਵੇਸ਼ਨ ਕਰਕੇ ਉਸੇ ਨੂੰ ਚੰਗੀ ਤਰ੍ਹਾਂ ਸਿਆਣਪ ਨਾਲ ਵਰਤੋਂ 'ਚ ਲੈ ਲਓਗੇ, ਜਾਂ ਨਵੀਂ ਥਾਂ ਖਰੀਦ ਕੇ ਨਵੀਂ ਬਿਲਡਿੰਗ ਬਣਾ ਕੇ ਉੱਥੇ ਆਪਦਾ ਕੰਮ ਸ਼ੁਰੂ ਕਰੋਗੇ ਤੇ ਪੁਰਾਣਾ ਡਿਫੰਕਟ ਪਿਆ ਰਹੂ। ਸਿਆਣਪ ਕਿਸ ਗੱਲ 'ਚ ਜੀ? ਸੁਭਾਵਿਕ ਪੈਸੇ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਬਚਾਉਣ ਦੀ। ਹੁਣ ਜਿਹਦਾ ਕੰਮ 25 ਲੱਖ ਨਾਲ ਸਰ ਗਿਆ, ਜੇ ਅਸੀਂ ਸਾਰੀਆਂ ਥਾਵਾਂ ਤੇ ਨਵੀਂ ਥਾਂ ਲੈ ਕੇ ਨਵੀਂ ਕੰਸਟਰਕਸ਼ਨਾਂ ਕਰਦੇ ਤੇ ਹੋ ਸਕਦਾ ਉਹ 2-2 ਕਰੋੜ 'ਚ ਵੀ ਨਾ ਹੁੰਦਾ। ਸੋ ਕੇਂਦਰ ਤੁਹਾਨੂੰ ਬੜੀਆਂ ਠੱਬੀਆਂ ਲਾ ਰਹੀ ਅੱਜ ਕੱਲ੍ਹ
ਤੁਹਾਨੂੰ ਹੈਲਥ ਸਿਸਟਮ ਵਾਲੇ ਮੁਹੱਲਾ ਕਲੀਨਿਕਾਂ ਤੇ ਚਿੱਠੀ ਕੱਢਤੀ ਉਹਨਾਂ ਨੇ, ਕਹਿੰਦੇ ਤੁਸੀਂ ਜਿਹੜਾ ਪੈਸਾ ਦਿੰਦੇ ਆ ਤੁਸੀਂ ਮੁਹੱਲਾ ਕਲੀਨਿਕਾਂ ਤੇ ਲਾ ਰਹੇ ਆ, ਅਸੀਂ ਤਾਂ ਸਿਹਤ ਸੁਧਾਰ ਸੇਵਾਵਾਂ ਦੇ ਲਈ ਉਹ ਪੈਸਾ ਦਿੰਦੇ ਆ, ਤੁਸੀਂ ਆਪਦੀ ਸਕੀਮ ਪ੍ਰਮੋਟ ਕਰਦੇ ਹੋ। ਪਤਾ ਲੱਗਿਆ 546 ਕਰੋੜ ਦਾ ਫੰਡ ਉਹਨਾਂ ਨੇ ਹੁਣ ਰੋਕ ਲਿਆ, ਉਦੋਂ RDF ਉਹ ਰੋਕੀ ਬੈਠੇ ਆ। ਕੱਲ ਖਬਰ ਛਪੀ ਹੈ ਕਿ ਫਸਲ ਖਰੀਦਣ ਤੇ ਜਿਹੜਾ ਖਰਚਾ ਆਉਂਦਾ ਉਹਦੇ 'ਚ ਵੀ ਕਟੌਤੀ ਕਰਤੀ ਹੈ, ਉਹਦੇ 'ਚ ਵੀ ਤੁਹਾਨੂੰ ਕਹਿੰਦੇ ਵੱਡਾ ਚੂਨਾ ਲੱਗ ਜਾਣਾ ਹੈ ਕਿ ਜਿਹੜੀ ਰੂਰਲ ਡਿਵੈਲਪਮੈਂਟ ਆ ਉਹ ਰੁਕ ਜਾਣੀ ਆ। ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਪੋਲੀਟੀਕਲ ਵੈਂਡੇਟਾ ਤੁਹਾਨੂੰ ਲੱਗਦਾ ਪਿਆ ਹੈ ਕਿ ਸੱਚਮੁੱਚ ਕਾਨੂੰਨੀ ਤੌਰ ਤੇ ਹੈਗਾ? ਦੇਖੋ, ਇਹ ਪੋਲੀਟੀਕਲ ਵੈਂਡੇਟੇ ਤੋਂ ਇਲਾਵਾ ਹੋਰ ਰਮਨ ਜੀ ਕੱਖ ਨਹੀਂ ਹੈਗਾ। ਹੁਣ ਤੁਸੀਂ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ CM ਸੀਗੇ, PM बनना ਸੀ ਉਹਨਾਂ 2014 ਤੋਂ ਪਹਿਲਾਂ, ਉਹਦੇ ਸਟੇਟਮੈਂਟਾਂ ਚੱਕ ਕੇ ਦੱਸੋ। ਉਹ ਇਹ ਕਹਿੰਦੇ ਸੀਗੇ ਵੀ सेंटर को और स्टेट गवर्नमेंट को बड़े भाई छोटे भाई की तरह बर्ताव करना चाहिए ताकि ਫੈਡਰਲਿਜ਼ਮ को ਮਜ਼ਬੂਤ किया जा सके। ਹੁਣ ਜਿਸ ਦਿਨ ਦੇ ਬਣੇ ਨੇ, ਜਿਹੜੀ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਹੈਗੀ, ਪਹਿਲਾਂ ਤਾਂ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਵੀ ਆਪੋਜੀਸ਼ਨ ਕਿਤੇ ਰਹੀ ਨਾ। ਜੇ ਟੁੱਟਦੀ ਨਹੀਂ ਹੈਗੀ ਤੇ ਫਿਰ ਉਹ ਇਸ ਤਰੀਕੇ ਨਾਲ ਸਾਹ ਘੁੱਟਣ ਦੀ ਸਟੇਟ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਲੀਨਿਕਾਂ ਦੀ, ਮੈਨੂੰ ਤੁਸੀਂ ਇਹ ਦੱਸੋ ਵੀ ਉਹਨਾਂ ਦਾ ਡਾਟਾ ਲੈ ਲਓ ਵੀ ਤੁਸੀਂ ਉਹਨਾਂ ਸਕੀਮਾਂ ਦੇ ਤਹਿਤ ਹੁਣ ਤੱਕ ਤੁਸੀਂ ਕਿੰਨੇ ਬੰਦਿਆਂ ਨੂੰ ਟ੍ਰੀਟ ਕੀਤਾ ਤੇ ਸਾਡਾ ਇਹਨਾਂ 5 ਮਹੀਨਿਆਂ ਦਾ ਰਿਕਾਰਡ ਜਿਹੜਾ ਉਹ ਚੱਕ ਲਓ। ਸਵਾਲ ਮਤਲਬ ਉਹਨਾਂ ਦਾ ਕੰਸਰਨ ਨਾਮ ਨਾਲ ਹੈ ਕਿ ਕਾਮ ਨਾਲ ਹੈ? ਉਹਨਾਂ ਦਾ ਇਕੱਲਾ ਨਾਮ ਚੱਲਦਾ ਸੀਗਾ, ਸਾਡਾ ਕੰਮ ਹੈ ਜਿਹੜਾ ਉਹ ਬੋਲ ਰਿਹਾ ਹੈ। ਇਸੇ ਤਰੀਕੇ ਨਾਲ RDF ਦੀ ਗੱਲ ਕਰ ਲਈਏ, RDF ਦਾ 250 ਕਰੋੜ ਹੈ ਜਿਹੜਾ 280 ਕਰੋੜ ਹੈ ਜਿਹੜਾ ਉਹ ਪਿਛਲੇ 3 ਫਸਲਾਂ ਜਿਹੜੇ 1.5 ਸਾਲ ਦਾ ਰੁਕਿਆ ਪਿਆ। ਹੁਣ ਜੇ ਉਹ ਪੈਸਾ ਰਿਲੀਜ਼ ਨਹੀਂ ਹੋਊਗਾ ਤੇ ਕਿਵੇਂ ਪਿੰਡਾਂ ਦੀਆਂ ਸੜਕਾਂ ਬਣਨਗੀਆਂ, ਕਿਵੇਂ ਪਿੰਡਾਂ ਦੀਆਂ ਮੰਡੀਆਂ ਪਰਚੇਸ ਸੈਂਟਰ ਬਣਨਗੇ? ਉਹ ਹਰੇਕ ਕੰਮ ਦੇ ਵਿੱਚ ਉਹ ਹੁਣ ਮਤਰੇਈ ਮਾਲਾ ਸਲੂਕ ਹੈ ਜਿਹੜਾ ਉਹ ਪੰਜਾਬ ਨਾਲ ਕਰ ਰਹੇ ਨੇ। ਔਰ ਖੁੰਦਕ ਸਿਰਫ ਇੱਕ ਹੈ ਕਿ ਇੱਕ ਤਾਂ ਪੰਜਾਬ ਵਾਲਿਆਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਸੈਂਟਰ ਦੀ ਜਿਹੜੀ ਨੱਕ ਹੈ ਜਿਹੜੀ ਉਹ ਰਗੜਤੀ, ਇੱਕ ਆਹ ਖੁੰਦਕ ਹੈ, ਤੇ ਇੱਕ ਦੂਜੀ ਖੁੰਦਕ ਹੈ ਕਿ ਆਮ ਆਦਮੀ ਪਾਰਟੀ ਕਾਮਯਾਬ ਨਾ ਹੋ ਜੇ ਕਿਤੇ। ਦਿੱਲੀ ਦੇ ਵਿੱਚ ਹਰ ਰੋਜ਼ ਨਿੱਤ ਨਵੇਂ ਮੁਸ਼ਕਲਾਂ ਜਿਹੜੀਆਂ ਅਰਵਿੰਦ ਕੇਜਰੀਵਾਲ ਜੀ ਲਈ ਖੜੀਆਂ ਕਰਦੇ ਨੇ, ਤੇ ਹੁਣ ਇੱਥੇ ਉਹੀ ਕੰਮ ਇਹਨਾਂ ਨੇ ਭਗਵੰਤ ਮਾਨ ਜੀ ਦੇ ਨਾਲ ਤੇ ਉਹਨਾਂ ਦੀ ਸਰਕਾਰ ਦੇ ਨਾਲ ਸ਼ੁਰੂ ਕਰ ਰੱਖਿਆ। ਮੈਂ ਸਮਝਦਾ ਕਿ ਇਹਦੇ ਨਾਲ ਆ ਉਹਨਾਂ ਦੀ ਈਗੋ ਤਾਂ ਸੈਂਟਰ ਵਾਲਿਆਂ ਦੀ ਜ਼ਰੂਰ ਸੈਟੀਸਫਾਈ ਹੋ ਜਾਊਗੀ, ਪਰ ਇਹਦੇ ਨਾਲ ਜਿਹੜਾ ਡੈਮੋਕ੍ਰੈਟਿਕ ਸੈਟਅਪ ਹੈ ਦੇਸ਼ ਦਾ ਉਹ ਕਮਜ਼ੋਰ ਹੋ ਰਿਹਾ ਹੈ। ਇਹਦੇ ਨਾਲ ਮੁਲਕ ਕਮਜ਼ੋਰ ਹੋ ਰਿਹਾ ਹੈ। ਤੁਸੀਂ ਕਹਿ ਰਹੇ ਹੋ ਕਿ ਸੈਂਟਰ ਖੁੰਦਕ ਕੱਢ ਰਿਹਾ, ਪਰ ਕੀ ਤੁਸੀਂ ਨਹੀਂ ਵਿਜੀਲੈਂਸ ਰਾਹੀਂ ਖੁੰਦਕ ਕੱਢ ਰਹੇ ਕਿ ਰੋਜ਼ਾਨਾ ਇੱਕ ਦਾ ਲੀਡਰ ਜਿਹੜਾ ਉਹ ਚੱਕਿਆ ਹੁੰਦਾ? ਆਮ ਤੌਰ ਤੇ ਜੇ ਆਪਾਂ ਨਤੀਜੇ ਦੀ ਗੱਲ ਕਰੀਏ, ਬਾਅਦ 'ਚ ਜਦੋਂ ਕਹਿ ਲਓ ਕਿ ਦੋਸ਼ੀ ਸਾਬਤ ਹੋਣ ਦਾ ਜਿਹੜਾ ਰੇਸ਼ੋ ਹੈਗਾ ਉਹ ਬੜਾ ਘੱਟ ਹੁੰਦਾ। ਆਪੋਜੀਸ਼ਨ ਵੀ ਇਹ ਕਹਿ ਰਹੀ ਤੁਹਾਡੇ ਬਾਰੇ, ਕਹਿੰਦੇ ਵੈਂਡੇਟਾ ਕਰ ਰਹੇ ਹੈ, ਟਰਾਇਲ ਚੱਲ ਰਿਹਾ ਹੈ, ਮੀਡੀਆ ਟਰਾਇਲ ਚੱਲਦਾ ਹੈ, ਮੁੱਦਿਆਂ ਨੂੰ ਡੀਰੇਲ ਕਰਨ ਦੇ ਲਈ ਆਮ ਆਦਮੀ ਪਾਰਟੀ ਕਹਿੰਦੇ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੀ। ਦੇਖੋ, ਇਸ ਤਰ੍ਹਾਂ ਹੈ ਕਿ ਜਾਂ ਤਾਂ ਉਹ ਕੋਈ ਪਾਰਟਿਕੂਲਰ ਲੌਜਿਕ ਦੱਸਣ ਵੀ ਇੱਥੇ ਉਹਨਾਂ ਨੂੰ ਧੱਕਾ ਹੁੰਦਾ ਨਜ਼ਰ ਆਇਆ ਜੀ। ਹੁਣ ਜਿਹੜੇ ਬੰਦੇ ਅੰਦਰ ਹੈਗੇ ਉਹ ਪ੍ਰੋਪਰ ਬਕਾਇਦਾ ਵਿਦ ਫੈਕਟਸ ਐਂਡ ਫਿਗਰਸ ਨੇ। ਹੁਣ ਕਿਹਨੂੰ, ਜਿਹੜੇ ਬੰਦੇ ਅੰਦਰ ਹੈਗੇ ਉਹਨਾਂ ਦੇ ਮਿਨਿਸਟਰ, ਕਿਹਨੂੰ ਨਹੀਂ ਪਤਾ ਹੈਗਾ ਵੀ ਜੋ ਪਿਛਲੇ 5 ਸਾਲਾਂ ਦੇ ਵਿੱਚ ਹੋਇਆ? ਸੋ ਇਸ ਕਰਕੇ ਉਹਨਾਂ ਨੂੰ ਤਾਂ ਛੱਡੋ, ਜਿੱਥੇ ਕਿਤੇ ਆਪਦਿਆਂ ਦੀ ਗੱਲ ਆਉਂਦੀ ਹੈ ਉੱਥੇ ਕਿਹੜਾ ਸਰਕਾਰ ਜਾਂ CM ਸਾਹਿਬ ਕੋਈ ਲਿਹਾਜ਼ ਕਰਦੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਠੀਕ ਹੈ ਕਿ ਉਹਨਾਂ ਨੇ ਆਪਦੇ ਬੰਦਿਆਂ ਨੂੰ ਡਿਫੈਂਡ ਕਰਨਾ ਹੀ ਕਰਨਾ ਹੈ, ਪਰ ਸਵਾਲ ਇਹ ਹੈ ਕਿ ਅਸੀਂ ਲਾਅ ਆਫ ਲੈਂਡ ਮੁਤਾਬਿਕ ਚੱਲ ਰਹੇ ਹਾਂ। ਕੋਈ ਧੱਕਾ, ਕੋਈ ਵਿਚ ਹੰਟਿੰਗ, ਕੋਈ ਪੋਲੀਟੀਕਲ ਵੈਂਡੇਟਾ ਇਹੋ ਜਿਹਾ ਕੁਛ ਨਹੀਂ ਹੈਗਾ। ਅੱਛਾ, ਮਾਲੀ ਤੌਰ ਤੇ ਜਿਹੜੇ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਹੀ ਮਾੜੇ ਸੀਗੇ, ਹਾਲਾਂਕਿ ਤੁਸੀਂ ਵਾਅਦਾ ਕਰਕੇ ਆਏ ਸੀ ਅਸੀਂ ਪੰਜਾਬ ਨੂੰ ਬਿਹਤਰ ਬਣਾਵਾਂਗੇ ਤੇ ਮਾਲੀ ਹਾਲਾਤ ਸੁਧਾਰਾਂਗੇ, ਪਰ ਹੁਣ ਜੋ ਵੇਖਿਆ ਜਾ ਰਿਹਾ ਹੈ ਕਿ ਤੁਹਾਡਾ ਕੋਈ ਵੀ ਮੰਤਰੀ ਕਿਤੇ ਵੀ ਜਾਂਦਾ ਤਾਂ ਗ੍ਰਾਂਟ ਅਨਾਉਂਸ ਬਹੁਤ ਘੱਟ ਹੁੰਦੀ ਹੈ। ਇਹ ਤੁਹਾਡੇ ਕੋਲ ਵਿੱਤੀ ਘਾਟਾ ਹੈ, ਆਰਥਿਕ ਤੌਰ ਤੇ ਤੰਗ ਹੋ ਤਾਂ ਕਰਕੇ ਚੱਲ ਰਿਹਾ, ਜਾਂ ਵੈਸੇ ਹੀ ਇਸ ਤਰ੍ਹਾਂ ਦਾ ਰੁਝਾਨ ਨਹੀਂ ਹਜੇ ਸ਼ੁਰੂ ਕੀਤਾ? ਨਹੀਂ, ਉਸ ਦੇਖੋ ਇਸ ਤਰ੍ਹਾਂ ਦਾ ਕਿ ਪਹਿਲਾਂ ਜਿਹੜੇ 3-4 ਮਹੀਨੇ 5 ਮਹੀਨੇ ਦੇਖੋ ਥੋੜਾ ਜਿਹਾ ਗਵਰਨਮੈਂਟ ਨੂੰ ਪੈਰਾਂ ਸਿਰ ਹੋਣ ਨੂੰ ਲੱਗ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਜੋ ਪਹਿਲੇ ਬਜਟ ਦੇ ਵਿੱਚ ਕਈ ਵਾਰੀ ਚੀਜ਼ਾਂ ਫੰਡਿੰਗ ਦੀ ਪ੍ਰੋਪਰ ਯੂਟੀਲਾਈਜੇਸ਼ਨ ਹੈ ਜਿਹੜੀ ਉਹ, ਕਿਉਂਕਿ ਪਿਛਲੇ UCs ਵਗੈਰਾ ਨੇ ਜਿਹੜੇ ਪਿਛਲੇ ਸਰਕਾਰਾਂ ਦਿੱਤੇ ਹੁੰਦੇ ਨੇ, ਉਹ ਐਡਮਿਨਿਸਟ੍ਰੇਟਿਵ ਪ੍ਰੋਸੈਸ ਦੇ ਵਿੱਚ ਹੀ ਉਲਝਾ ਹੁੰਦਾ ਵੀ ਜਿਹੜੇ ਯੂਟਿਲਿਟੀ ਸਰਟੀਫਿਕੇਟਸ ਨੇ, ਯੂਟੀਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹੀ ਨਹੀਂ ਗਏ ਹੁੰਦੇ ਹੈਗੇ। ਆਹ ਹੁਣ ਕੰਮ ਹੈ ਜਿਹੜਾ ਇਹ ਚੱਲ ਰਿਹਾ, ਮੇਰੇ ਖਿਆਲ ਦੇ ਵਿੱਚ ਇਹੋ ਜਿਹੀ ਕਿਤੇ ਕੋਈ ਦਿੱਕਤ, ਜਿਵੇਂ ਆਪਦੇ ਹਲਕੇ ਦੇ ਵਿੱਚ ਗੱਲ ਕਰਾਂ ਤੇ ਬਹੁਤ ਨਵੇਂ ਪ੍ਰੋਜੈਕਟਸ ਜਿਹੜੇ ਅਸੀਂ ਸ਼ੁਰੂ ਕਰ ਰੱਖੇ ਨੇ। ਸੋ ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਆਪੋਜੀਸ਼ਨ ਜਿਹੜਾ ਇਸ਼ਤਿਹਾਰਬਾਜ਼ੀ ਦੀ ਗੱਲ ਕਰਦੀ ਹੈ, ਕਹਿੰਦੇ ਪੰਜਾਬ ਦੇ ਪੈਸੇ ਦੇ ਨਾਲ ਗੁਆਂਢੀ ਸੂਬੇ ਦੇ ਅੰਦਰ ਤੁਸੀਂ ਇਸ਼ਤਿਹਾਰਬਾਜ਼ੀ ਕਰ ਰਹੇ ਹੋ। ਦੂਸਰਾ ਸਵਾਲ ਇਹ ਵੀ ਉੱਠ ਰਿਹਾ ਹੈ, ਕਹਿੰਦੇ ਕਿ ਸੈਕਟਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਸਰਕਾਰੀ ਮੁਲਾਜ਼ਮਾਂ ਤੇ ਨਿਗਾਹ ਰੱਖੀ ਜਾਵੇ, ਉਹ ਸਰਕਾਰ ਦੀਆਂ ਪਾਲਿਸੀਆਂ ਨੂੰ ਕ੍ਰਿਟੀਸਾਈਜ਼ ਤਾਂ ਨਹੀਂ ਕਰਦੇ। ਇਹਨਾਂ ਦੋਵਾਂ ਤੇ ਬਾਰੇ ਤੁਹਾਡੇ ਕੋਲ ਖਬਰ ਹੈ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਜਿੱਥੇ ਤੱਕ ਤਾਂ ਹੈਗਾ ਐਡਵਰਟਾਈਜ਼ਮੈਂਟ ਦੀ ਗੱਲ, ਅੱਜ
ਜੇ ਕੋਈ ਪੰਜਾਬ ਦੇ ਕੰਮ ਕੀਤੇ ਦੀ ਹਰਿਆਣੇ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਜਾਂ ਕਿਤੇ ਹੋਰ ਕਿਸੇ ਸੂਬੇ ਦੇ ਵਿੱਚ ਐਡ ਦਿੰਦੇ ਆ, ਤੇ ਇਸ 'ਚ ਗਲਤ ਕੀ ਹੈ? ਮੁਲਕ ਤਾਂ ਇੱਕ ਹੈ। ਹੁਣ ਅਸੀਂ ਇਨਵੈਸਟ ਪੰਜਾਬ ਸਮਿਟ ਕਰਾ ਰਹੇ ਹਾਂ ਕੱਲ੍ਹ ਨੂੰ, ਉਹਦੇ 'ਚ ਬਾਹਰਲੇ ਮੁਲਕਾਂ ਤੋਂ ਵੀ ਔਰ ਬਾਕੀ ਸੂਬਿਆਂ ਤੋਂ ਵੀ ਇਨਵੈਸਟਰ ਜਿਹੜਾ ਉਹ ਲੈ ਕੇ ਆ ਰਹੇ ਹਾਂ। ਬਿਨਾਂ ਐਡਵਰਟਾਈਜ਼ਮੈਂਟ ਤੋਂ ਕੋਈ ਆਊਗਾ? ਯੂਪੀ ਵਾਲੇ ਕਰਾ ਕੇ ਹਟੇ ਨੇ, ਉਹਨਾਂ ਦੀਆਂ ਕੀ ਯੂਪੀ ਵਾਲੇ, ਮਹਾਰਾਸ਼ਟਰ ਵਾਲੇ, ਐਮਪੀ ਵਾਲੇ, ਉਹਨਾਂ ਦੀਆਂ ਐਡਸ ਨੇ ਜਿਹੜੀਆਂ ਉਹ ਪੰਜਾਬ 'ਚ ਆਉਂਦੀਆਂ ਨਹੀਂ ਹੈਗੀਆਂ। ਜੇ ਪੰਜਾਬ ਵਾਲੀ ਬਾਹਰ ਜਾਂਦੀ ਹੈ ਤੇ ਫਿਰ ਇਹਨਾਂ ਨੂੰ ਤਕਲੀਫ ਕਿਉਂ ਹੁੰਦੀ ਹੈ? ਨਹੀਂ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਅਧਿਕਾਰੀ ਨੂੰ ਇਹੋ ਜਿਹੇ ਕੋਈ ਨਿਰਦੇਸ਼ ਦਿੱਤੇ ਨੇ ਕਿ ਕਿਸੇ ਦੇ ਉੱਪਰ ਨਿਗਾਹ ਰੱਖੀ ਜਾਵੇ, ਇਹੋ ਜਿਹਾ ਮੇਰੇ ਨੋਟਿਸ ਦੇ ਵਿੱਚ ਤਾਂ ਕੋਈ ਗੱਲ ਹੈ ਨਹੀਂ ਕਿ ਕਿਸੇ ਅਧਿਕਾਰੀ ਨੂੰ ਕੋਈ ਨਿਰਦੇਸ਼ ਦਿੱਤੇ ਹੋਣ ਵੀ ਜੇ ਕੋਈ ਮੁਲਾਜ਼ਮ ਕ੍ਰਿਟੀਸਾਈਜ਼ ਕਰਦਾ ਹੈ ਤਾਂ ਉਹਦੇ ਉੱਪਰ ਨਿਗਾਹ ਰੱਖੀ ਜਾਵੇ। ਪਰ ਮੈਂ ਵੈਸੇ ਹੀ ਮੰਨ ਕੇ ਚੱਲਦਾ ਕਿ ਇੱਕ ਮੋਰਲੀ ਜੇ ਦੇਖਿਆ ਜਾਵੇ, ਜੇ ਇਹੋ ਜਿਹੀ ਗੱਲ ਹੈ, ਮੈਨੂੰ ਨਹੀਂ ਪਤਾ ਲੱਗਿਆ, ਤੁਹਾਡੇ ਤੋਂ ਸੁਣਨ ਨੂੰ ਮਿਲ ਰਹੀ ਹੈ, ਮੋਰਲੀ ਵੀ ਜਦੋਂ ਤੁਸੀਂ ਇੱਕ ਗਵਰਨਮੈਂਟ ਫੰਕਸ਼ਨ ਦੇ ਵਿੱਚ ਐਜ਼ ਏ ਫੰਕਸ਼ਨਰੀ ਕੰਮ ਕਰ ਰਹੇ ਹੋ, ਚਾਹੇ ਤੁਸੀਂ ਮੁੱਖ ਮੰਤਰੀ ਹੋ, ਚਾਹੇ ਮਿਨਿਸਟਰ ਹੋ, ਚਾਹੇ ਐਮਐਲਏ ਹੋ, ਤੇ ਚਾਹੇ ਤੁਸੀਂ ਆਪ ਹੀ ਸਰਕਾਰ ਹੋ, ਤੁਸੀਂ ਆਪ ਹੀ ਸਰਕਾਰ। ਹੁਣ ਮੁਲਾਜ਼ਮ ਬਾਈ ਜੀ, ਮੈਂ ਤਾਂ ਇਹ ਕਹਿਣਾ ਵੀ ਜਿਹੜਾ ਬੰਦਾ ਸਰਕਾਰ ਤੋਂ, ਸਰਕਾਰ ਕੀ ਹੈ? ਖਜ਼ਾਨਾ ਸਰਕਾਰ ਦਾ ਤਾਂ ਨਹੀਂ, ਲੋਕਾਂ ਦਾ ਹੈ। ਜਿਹੜਾ ਬੰਦਾ ਖਜ਼ਾਨੇ ਦੇ ਵਿੱਚੋਂ ਤਨਖਾਹ ਲੈ ਰਿਹਾ ਹੈ, ਉਹਨੂੰ ਜਿਹੜਾ ਸਰਕਾਰ ਦੇ ਨਾਲ ਕੋਈ ਇਸ਼ੂ ਹੈਗਾ, ਕੋਈ ਡਿਫਰੈਂਸ ਆਫ ਓਪੀਨੀਅਨ ਹੈਗਾ ਜੀ, ਤੇ ਉਹ ਅੰਦਰ ਬੈਠ ਕੇ ਗੱਲ ਕਰੇ ਤਾਂ ਸਮਝ ਆਉਂਦਾ ਹੈ। ਬਾਹਰ ਤੁਸੀਂ ਪਬਲਿਕਲੀ ਜੇ ਕੋਈ ਸਰਕਾਰੀ ਅਧਿਕਾਰੀ ਹੋਈ ਜੇ ਸਰਕਾਰ ਦੇ ਖਿਲਾਫ ਬੋਲੂਗਾ ਤੇ ਲੋਕਾਂ ਦਾ ਕੌਨਫੀਡੈਂਸ ਕਿਵੇਂ ਬਣੂਗਾ? ਹੁਣ ਜੇ ਤੁਸੀਂ ਜਗਬਾਣੀ ਆਪਣੇ ادارے ਦੇ ਖਿਲਾਫ, ਆਪਦੇ ادارے ਦੇ ਖਿਲਾਫ ਜੇ ਤੁਸੀਂ ਕੋਈ ਗੱਲ ਕਰੋ ਤੇ ਕੀ ਉਹ ਮੋਰਲੀ ਸਹੀ ਹੈ? ਤੁਹਾਡੇ ਆਪਦੇ ਬੌਸਸ ਦੇ ਨਾਲ ਜਾਂ ਨਿਚਲੇ ਮੁਤਹਿਦ ਮੁਲਾਜ਼ਮਾਂ ਦੇ ਨਾਲ ਟੇਬਲ ਟਾਕ ਹੋਣਾ ਚਾਹੀਦਾ, ਡਿਫਰੈਂਸ ਆਫ ਓਪੀਨੀਅਨ ਹੋਵੇ ਤੇ ਬਾਈ ਜੀ ਬੈਠ ਕੇ ਗੱਲਾਂ ਹੱਲ ਹੁੰਦੀਆਂ ਨੇ। ਇਹ ਤਾਂ ਨਹੀਂ ਨਾ ਮਤਲਬ ਹੈ ਵੀ ਤੁਸੀਂ ਮੀਡੀਆ ਦੇ ਵਿੱਚ ਬਾਂਬਾਂ ਉਹਦੀ ਸ਼ੁਰੂ ਕਰ ਦੋ। ਸੋ ਇੰਨੀ ਤਾਂ ਦੇਖੋ, ਮੋਰਲੀ ਮੇਰੇ ਖਿਆਲ ਦੇ ਵਿੱਚ ਹਰੇਕ ਬੰਦੇ ਨੂੰ ਆਪਦੇ ਉੱਪਰ ਰਿਸਟ੍ਰੇਂਟ ਹੈ ਜਿਹੜਾ ਰੱਖਣਾ ਹੀ ਚਾਹੀਦਾ। ਪਰ ਇਹੋ ਜਿਹੀ ਜਿਹੜੀ ਕੋਈ ਗੱਲ ਵੀ ਕਿਸੇ ਤੇ ਕੋਈ ਕਾਰਵਾਈ ਕਰਨੀ ਹੈ, ਕੋਈ ਖਿਲਾਫ ਬੋਲਦਾ, ਉਹ ਜੀ ਨਾ ਕੋਈ ਗੱਲ ਮੇਰੇ ਧਿਆਨ 'ਚ ਨਹੀਂ ਹੈਗੀ। ਇੱਕ ਰੇਤੇ ਨੂੰ ਲੈ ਕੇ ਸਵਾਲ ਹੈਗਾ ਕਿ ਸੁਭਾਵਕ ਹੈ, ਕਹਿੰਦੇ ਅਮਨ ਜੀ ਕੰਸਟਰਕਸ਼ਨ ਚੱਲਦੀ ਹੈ ਤਾਂ 20-25 ਕਾਰੋਬਾਰ ਚੱਲਦੇ ਆ। ਇੱਕ ਘਰ ਬਣਦਾ, ਮਿਸਤਰੀਆਂ ਦਾ ਕੰਮ ਆਉਂਦਾ, ਲੇਬਰ ਦਾ ਕੰਮ ਆਉਂਦਾ, ਬਿਜਲੀ ਦਾ ਕੰਮ ਤੁਰਦਾ, ਲੱਕੜ ਦਾ ਕੰਮ ਤੁਰਦਾ, ਸੈਨੇਟਰੀ ਦਾ ਕੰਮ ਤੁਰਦਾ। ਰੇਤੇ ਦੀ ਕਿੱਲਤ ਹੋਣ ਕਰਕੇ ਸਾਰੀਆਂ ਚੀਜ਼ਾਂ ਨੂੰ ਦੇ ਵਿੱਚ ਖੜੋਤ ਆਈ ਸੀ। ਦੂਸਰਾ, ਰਜਿਸਟਰੀਆਂ 'ਚ ਐਨਓਸੀ ਦਾ ਲਫੜਾ ਬਹੁਤ ਵੱਡਾ ਸੀ। ਸੀਐਲਯੂ ਵਾਲੇ ਤੁਸੀਂ ਕਿਹਾ ਕਿ ਅਸੀਂ ਸੀਐਲਯੂ ਤੇ ਹੱਲ ਕੀਤਾ, ਉਹ ਮੈਂ ਤੁਹਾਡੇ ਤੋਂ ਕਲੀਅਰੈਂਸ ਬਾਅਦ 'ਚ ਲੈਣਾ। ਪਰ ਜਿਹੜੀ ਇਹ ਖੜੋਤ ਆਈ ਹੋਈ ਹੈ, ਐਨਓਸੀ ਕਹਿੰਦੇ ਆਉਂਦੀ ਨਹੀਂ ਹੈ। ਜੇ ਕਿਸੇ ਨੇ ਵੇਚਿਆ ਤਾਂ ਐਨਓਸੀ ਨਹੀਂ ਮਿਲ ਰਹੀ, ਜੇ ਖਰੀਦਿਆ ਤਾਂ ਐਨਓਸੀ ਨਹੀਂ ਮਿਲਦੀ ਆ। ਇਹ ਸਰਕਾਰ ਇਹਨੂੰ ਈਜ਼ੀ ਕਿਉਂ ਨਹੀਂ ਕਰਦੀ? ਦੋ ਗੱਲਾਂ ਤੁਸੀਂ ਕੀਤੀਆਂ। ਇੱਕ ਰੇਤੇ ਦੀ, ਰੇਤਾ ਪਿਛਲੀਆਂ ਸਰਕਾਰਾਂ ਨੇ ਟੈਂਡਰ ਦਿੱਤੇ ਹੋਏ ਸੀਗੇ, ਉਹ ਮਾਫੀਆ ਨੂੰ ਪ੍ਰਮੋਟ ਕਰ ਰਹੇ ਸੀਗੇ। ਸਾਡੀ ਸਰਕਾਰ ਨੇ ਨਵੀਂ ਮਾਈਨਿੰਗ ਤੇ ਮਾਈਨਰ ਮਿਨਰਲ ਪਾਲਿਸੀ ਹੈ ਜਿਹੜੀ ਉਹ ਬਣਾਈ ਹੈ। ਤੁਸੀਂ ਪਹਿਲੇ 5-7 ਮਹੀਨੇ ਮੈਂ ਮੰਨਦਾ ਦਿੱਕਤ ਜ਼ਰੂਰ ਰਹੀ ਹੈ ਕਿਉਂਕਿ ਟੈਂਡਰ ਚੱਲ ਰਹੇ ਸੀਗੇ, ਉਹਨਾਂ ਨੂੰ ਤੁਸੀਂ ਇੱਕਦਮ ਖਤਮ ਕਰਦੇ ਹੋ ਤੇ ਬੰਦੇ ਕੋਰਟ 'ਚ ਜਾਂਦੇ ਨੇ, ਸਟੇ ਮਿਲਦੀ ਹੈ, ਫਿਰ ਨਾ ਸਰਕਾਰ ਦਾ ਕੰਟਰੋਲ ਰਹਿੰਦਾ, ਕੰਮ ਹੋਰ ਆਊਟ ਆਫ ਕੰਟਰੋਲ ਜਾਂਦਾ ਹੈ। ਹੁਣ ਆ ਤੁਸੀਂ ਦੇਖਿਆ ਵੀ 50 ਖੱਡਾਂ ਨੇ ਜਿਹੜੀਆਂ ਉਹ 31 ਮਾਰਚ ਤੱਕ ਉਹਦੀ ਸ਼ੁਰੂਆਤ ਜਿਹੜੀ ਸੀਐਮ ਸਾਹਿਬ 2-3 ਥਾਵਾਂ ਤੇ ਕਰਕੇ ਆਏ ਨੇ, ਉਹਦੇ ਨਾਲ 5.5 ਰੁਪਏ ਫੁੱਟ ਹੈ ਜਿਹੜਾ ਉਹ ਤੁਹਾਨੂੰ ਖੱਡ ਦੇ ਉੱਪਰ ਮਿਲੂਗਾ। ਆਪਦੀ ਟਰੈਕਟਰ ਟਰਾਲੀ ਲੇਬਰ ਲੈ ਕੇ ਜਾਓ, ਤੁਸੀਂ ਉੱਥੋਂ ਭਰ ਲਿਓ। ਇਹਦੇ ਨਾਲ ਰੇਟ ਨੇ ਜਿਹੜੇ ਉਹ ਅੱਜ ਹੀ ਤਕਰੀਬਨ ਅੱਧ ਦੇ ਕਰੀਬ ਨੇ ਜਿਹੜੇ ਉਹ ਰਹਿ ਗਏ ਨੇ, ਇੰਪੈਕਟ ਆਉਣਾ ਸ਼ੁਰੂ ਹੋ ਗਿਆ। ਸੋ ਇਹ ਕੰਟਰੋਲ ਹੋ ਜਾਏਗਾ, ਇਹ 'ਚ ਕੋਈ ਇਸ਼ੂ ਨਹੀਂ ਰਿਹਾ। ਨੰਬਰ 1। ਨੰਬਰ 2, ਐਨਓਸੀ ਦੀ ਜਦੋਂ ਗੱਲ ਕਰਦੇ ਹਾਂ, ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਪੋਲੀਟੀਕਲ ਲੀਡਰਾਂ ਦੇ ਸ਼ਾਇਦ ਆਪਦੇ ਇੰਟਰਸਟ ਸੀਗੇ, ਲੀਗਲ ਕਾਲੋਨੀ ਵਾਲਿਆਂ ਨੂੰ ਡਿਸਕਰੇਜ ਕੀਤਾ। ਇਲੀਗਲ ਕਾਲੋਨੀਆਂ ਨੇ ਜਿਹੜੀਆਂ ਉਹ 14,000 ਦੇ ਕਰੀਬ ਪੰਜਾਬ ਦੇ ਵਿੱਚ ਮਸ਼ਰੂਮਿੰਗ ਹੋ ਚੁੱਕੀ ਉਹਨਾਂ ਦੀ। ਹੁਣ ਇਹੋ ਜਿਹੀਆਂ ਥਾਵਾਂ ਵੀ ਹੈਗੀਆਂ ਜਿੱਥੇ ਵੀ ਜੇ ਸਪੋਜ਼ ਕਿਤੇ ਫਾਇਰ ਦਾ ਇੰਸੀਡੈਂਟ ਹੋ ਜਾਏ ਤੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਹੁਣ ਉਹਦੇ ਵਿੱਚ ਪਿਛਲੇ ਜੋ ਸਰਕਾਰ ਸਾਡੀ ਬਣੀ ਇਨਫੈਕਟ ਮੇਰੇ ਮਿਨਿਸਟਰ ਬਣਨ ਤੋਂ ਪਹਿਲਾਂ ਇੱਕ ਹਾਈ ਕੋਰਟ ਦੇ ਵਿੱਚ ਇੱਕ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਵੀ ਇੱਕ ਪਾਸੇ ਤਾਂ ਤੁਸੀਂ ਪਾਪਰਾ ਐਕਟ ਬਣਾ ਰੱਖਿਆ 1995 ਦਾ, ਤੇ ਦੂਜੇ ਪਾਸੇ ਤੁਸੀਂ ਹਰ 2-3 ਸਾਲ ਮਗਰੋਂ ਤੁਸੀਂ ਰੈਗੂਲਰਾਈਜੇਸ਼ਨ ਪੋਲਿਸੀ ਲਿਆਉਂਦੇ ਹੋ ਤੇ ਆਪਦੇ ਹੀ ਬਣਾਏ ਹੋਏ ਕਾਨੂੰਨ ਦੀਆਂ ਧੱਜੀਆਂ ਉਡਾ ਦਿੰਦੇ ਹੋ। 2013 ਚ ਆਈ ਰੈਗੂਲਰਾਈਜੇਸ਼ਨ ਪੋਲਿਸੀ, 15 ਚ ਆਈ, 16 ਚ ਆਈ, 18 ਚ ਆਈ। ਉਹਦੇ ਨਾਲ ਕੀ ਹੁੰਦਾ ਸੀਗਾ, ਜਿੰਨੀਆਂ ਇਲੀਗਲ ਕਾਲੋਨੀ ਹੁੰਦੀਆਂ ਸੀਗੀਆਂ ਉਹਨੂੰ ਕਹਿੰਦੇ ਵੀ ਇੱਕ ਵਾਰ ਅਸੀਂ ਰੈਗੂਲਰਾਈਜ਼ ਕਰ ਦਿੰਦੇ ਆ। ਉਹਦੇ ਨਾਲ ਜਿਹੜਾ ਬੰਦਾ ਲੀਗਲ ਕੰਮ ਅਪਰੂਵਡ ਕਾਲੋਨੀ ਦਾ ਕੰਮ ਕਰ ਰਿਹਾ ਸੀਗਾ ਉਹ ਵੀ ਕੰਮ ਸਹੀ ਕਰਨ ਵਾਲੇ ਪਾਸਿਓਂ, ਅਪਰੂਵਡ ਲੀਗਲ ਕਰਨ ਵਾਲੇ ਪਾਸਿਓਂ
ਇਲੀਗਲ ਵਾਲੇ ਪਾਸੇ ਚੱਲ ਪਿਆ, ਠੀਕ ਹੈ। ਕਿਉਂਕਿ ਲੀਗਲ ਵਾਲੇ ਪਾਸੇ ਫੀਸਾਂ ਵਗੈਰਾ ਵੱਧ ਹੁੰਦੀਆਂ ਸੀਗੀਆਂ। ਹੁਣ ਉਹਦੇ ਨਾਲ 14,000 ਕਲੋਨੀਆਂ ਇਹ ਡਿਵੈਲਪ ਹੋ ਗਈਆਂ। ਇਹਦੀ ਵਜ੍ਹਾ ਕਰਕੇ ਸਾਨੂੰ ਕੋਰਟ ਆਰਡਰਸ ਕਰਕੇ ਇਹਦੇ ਉੱਪਰ ਬੈਨ ਲਾਉਣਾ ਪਿਆ। ਪਰ ਉਹਨੂੰ ਹੁਣ ਸਟ੍ਰੀਮਲਾਈਨ ਕਰਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੱਕ ਪੋਰਟਲ ਲਾਂਚ ਕਰਤਾ ਕਿ ਤੁਸੀਂ ਜੇ ਲੀਗਲ ਕਾਲੋਨੀ ਹੋਲਡਰ ਹੋ ਜਾਂ ਲੀਗਲ ਪਲਾਟ ਹੋਲਡਰ ਹੋ, ਤੁਸੀਂ ਆਹ ਡਾਕੂਮੈਂਟ ਉਹ 'ਚ ਲੋਡ ਕਰੋ ਪੋਰਟਲ ਦੇ ਉੱਪਰ, 15 ਦਿਨ ਤੁਹਾਨੂੰ NOC ਮਿਲ ਜਾਏਗਾ। ਫਿਰ ਅਸੀਂ 5773 ਪਿੰਡ ਨੇ ਜਿੱਥੇ ਇਲੀਗਲ ਕੋਲੋਨਾਈਜੇਸ਼ਨ ਨਹੀਂ ਹੋਈ ਹੈਗੀ ਜਾਂ ਹੋਣ ਦਾ ਚਾਂਸਿਸ ਨਹੀਂ ਹੈਗਾ, ਅਸੀਂ ਉਹਨਾਂ ਨੂੰ NOC ਤੋਂ ਐਗਜ਼ੈਂਪਟ ਕਰਤਾ। ਇਹ ਸੈਕੰਡ ਸਟੈਪ ਸੀਗਾ। ਹੁਣ ਥਰਡ ਸਟੈਪ ਦੇ ਵਿੱਚ ਵੀ ਬਾਕੀ ਜਿਹੜਾ ਪੰਜਾਬ ਰਹਿੰਦਾ ਹੈ, ਇਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਹੋਮਵਰਕ ਹੈ ਜਿਹੜਾ ਉਹ ਚੱਲ ਰਿਹਾ ਹੈ। ਬੜੀ ਜਲਦੀ ਹੀ ਇਹਦਾ ਵੀ ਕੋਈ ਨਾ ਕੋਈ ਹੁਣ ਮੈਂ ਆਪਣਾ ਨਿੱਜੀ ਕੇਸ ਸਟੱਡੀ ਦਿੰਦਾ। ਮੈਂ ਇੱਕ ਪਲਾਟ ਖਰੀਦਿਆ ਤੇ ਇੱਕ ਪਲਾਟ ਵੇਚਿਆ। ਨਾ ਮੈਨੂੰ ਖਰੀਦੇ ਵਾਲੇ ਦੀ NOC ਆਈ ਹੈ ਤੇ ਨਾ ਵੇਚਣ ਵਾਲੇ ਦੀ ਆਈ ਹੈ। ਮੇਰਾ ਖਿਆਲ ਹੈ ਕਿ 2 ਮਹੀਨਿਆਂ ਦੇ ਕਰੀਬ ਸਮਾਂ ਹੋ ਚੱਲਿਆ। ਇਹ ਦੇਰੀ ਦੀ ਵਜ੍ਹਾ ਕੀ ਹੈ? ਨਹੀਂ, ਉਹਦੇ 'ਚ ਜਿਹੜੇ ਤੁਸੀਂ ਪੋਰਟਲ ਦੇ ਉੱਪਰ ਲਾਂਚ ਕੀਤਾ ਸੀਗਾ, ਹਾਂਜੀ ਲਾਂਚ ਕੀਤਾ, ਬਕਾਇਦਾ ਉਹਦੀ ਫੀਸ ਭਰੀ 35,000 ਰੁਪਏ। ਡਾਕੂਮੈਂਟ ਉਹਦੇ ਪੂਰੇ ਨੇ? ਹਾਂਜੀ, ਸਾਰਾ ਡਾਕੂਮੈਂਟ ਦੀ ਕੁਝ ਕਮੀ ਹੋਵੇ? ਕੋਈ ਡਾਕੂਮੈਂਟ ਦੀ ਕਮੀ ਨਹੀਂ ਆ। ਉਧਰ ਓਕੇ ਆ, ਫੀਸ ਸਬਮਿਟ ਹੋ ਗਈ। ਉਹ ਤੁਹਾਡਾ ਲੋਕਲ ਗਵਰਨਮੈਂਟ ਏਰੀਆ 'ਚ ਪੈਂਦਾ ਹੈ ਜਾਂ ਸਾਡੇ ਹਾਊਸਿੰਗ ਵਾਲੇ ਪਾਸੇ ਪੈਂਦਾ ਹੈ? ਲੋਕਲ 'ਚ ਹੀ ਪੈਂਦਾ ਜੀ। ਲੋਕਲ 'ਚ ਹੀ ਪੈਂਦਾ। ਫਿਰ ਤੁਸੀਂ ਲੋਕਲ ਜਿਹੜੇ ਉੱਥੇ ਜਲੰਧਰ ਦਾ ਨਹੀਂ, ਇਹ ਇੱਕ ਮੁਕਤਸਰ ਦਾ, ਗੁਰੂ ਸਾਹਿਬ ਦਾ। ਹਾਂ, ਉਹਦੇ ਵਿੱਚ ਜਿਹੜੇ ਲੋਕਲ ਉਹਨਾਂ ਦੇ EO ਹੈਗੇ ਜਾਂ ADC UD ADC ਅਰਬਨ ਡਿਵੈਲਪਮੈਂਟ, ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਆਪਾਂ ਨੂੰ ਕਨਫਰਮ ਕਰਨਾ ਪਊਗਾ ਵੀ ਕਿਉਂ ਹਜੇ ਤੱਕ ਉਹਦੇ ਉੱਪਰ ਕੋਈ ਡਿਸੀਜਨ ਨਹੀਂ ਹੋਇਆ ਹੈਗਾ ਜੀ। ਜੇ ਤਾਂ ਜਾਂ ਤਾਂ ਉਹਦੇ ਵਿੱਚ ਕੋਈ ਨਾ ਕੋਈ ਕਮੀ, ਕਾਗਜ਼ ਦੀ ਕਮੀ ਹੋਏਗੀ ਜਿਹਦੀ ਵਜ੍ਹਾ ਕਰਕੇ ਜੋ ਪੈਂਡਿੰਗ ਸ਼ੋ ਹੋ ਰਿਹਾ ਹੈ। ਸੋ ਮੇਰੇ ਕਹਿਣ ਦਾ ਮਤਲਬ ਵੀ ਜੇ ਡਾਕੂਮੈਂਟ ਪੂਰੇ ਹੋਣ ਤੇ ਅਸੀਂ ਉਹਦੇ 'ਚ ਇਨਸ਼ੋਰ ਕੀਤਾ ਵੀ 15 ਦਿਨਾਂ ਦੇ ਵਿੱਚ NOC ਮਿਲ ਜੇ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਵਨ ਟਾਈਮ ਸੈਟਲਮੈਂਟ ਦਾ ਮੌਕਾ ਦੇਣਾ ਚਾਹੀਦਾ? ਕਿਉਂਕਿ ਲੋਕ ਫਿਰ ਲੈਣ ਕਿੱਥੇ ਘਰ? ਮੰਨ ਲਓ ਜੇ ਕਿਸੇ ਨੇ ਪਲਾਟ ਲੈਣਾ ਹੈ, ਲੀਗਲ ਤਾਂ ਫਿਰ ਕੋਈ ਹੈ ਹੀ ਨਹੀਂ, ਕਿੱਥੇ ਲੈਣਾ? ਭਾਜੀ ਦੇਖੋ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਆਪਾਂ ਕਹੀਏ ਵੀ ਇਲੀਗਲ ਕਾਲੋਨੀਆਂ ਉਹ ਕੰਪਲਸ਼ਨ ਬਣ ਚੁੱਕੀਆਂ, ਉਹ ਬਣਾਤੀਆਂ ਪਿਛਲੇ ਸਰਕਾਰ। ਨਹੀਂ, ਜਿਹੜੇ ਘਰ ਬਣ ਚੁੱਕੇ ਜਿਹੜੇ ਬਣ ਚੁੱਕੇ ਵਨ ਟਾਈਮ, ਉਹਨਾਂ ਦੇ ਉੱਪਰ ਹੀ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਹੁਣ ਸਵਾਲ ਉਹਦੇ 'ਚ ਵੀ ਬਹੁਤ ਆ ਜਾਂਦੇ ਨੇ। ਹੁਣ ਸਵਾਲ ਕਈ ਥਾਵਾਂ ਤੇ ਤੁਹਾਨੂੰ 2018 ਦੇ ਵਿੱਚ ਮੈਂ ਤੁਹਾਨੂੰ ਜਦੋਂ ਰੈਗੂਲਰਾਈਜੇਸ਼ਨ ਪਾਲਿਸੀ ਲੈ ਕੇ ਆਏ, ਤੁਹਾਨੂੰ ਮੈਂ ਇਹੋ ਜਿਹੇ ਕੇਸ ਦਿਖਾ ਦਿੰਦਾ ਵੀ ਖੇਤ ਖੜੇ ਨੇ, ਝੋਨਾ ਖੜਾ ਹੈ ਤੇ ਰੈਗੂਲਰਾਈਜੇਸ਼ਨ ਦੇ ਵਿੱਚ ਉਹ 20 30 50 ਕਿੱਲਿਆਂ ਨੂੰ ਉਹਨੂੰ ਕਲੋਨੀ ਡਿਕਲੇਅਰ ਕਰ ਲਿਆ। ਉੱਥੇ ਨਾ ਕੋਈ ਸੜਕ ਹੈ, ਨਾ ਕੋਈ ਸੀਵਰੇਜ ਹੈ, ਨਾ ਕੋਈ ਲਾਈਟਿੰਗ ਸਿਸਟਮ ਹੈ ਤੇ ਅੱਜ ਵੀ ਉੱਥੇ ਖੇਤ ਖੜੇ ਨੇ ਤੇ ਉਹਨੂੰ ਤੁਸੀਂ ਕਹੋ ਵੀ ਅਸੀਂ ਪਲਾਟ ਕੱਟ ਵੇਚੀ ਚੱਲਾਂਗੇ ਤੇ ਬਾਈ ਜੀ ਲਿਮਿਟ ਤਾਂ ਹਰੇਕ ਚੀਜ਼ ਦੀ ਚਾਹੀਦੀ ਹੈ ਨਾ ਜੀ। ਸੋ ਹੁਣ ਅਸੀਂ ਉਹ ਪਾਲਿਸੀ ਲੈ ਕੇ ਆ ਰਹੇ ਹਾਂ ਵੀ ਕਿਸ ਕ ਐਕਸਟੈਂਟ ਤੱਕ ਇਹਨਾਂ ਨੂੰ ਰੈਗੂਲਰਾਈਜ਼ ਕਰਨਾ ਹੈ, ਕਿਸ ਕ ਐਕਸਟੈਂਟ ਤੱਕ ਨਹੀਂ ਕਰਨਾ ਹੈਗਾ। ਅਸੀਂ ਡਿਵੈਲਪਮੈਂਟ ਕਰਨੀ ਚਾਹੁੰਦੇ ਪਰ ਪਲਾਨਡ ਤਰੀਕੇ ਨਾਲ ਕਰਨੀ ਚਾਹੁੰਦੇ ਆ। ਅਨਪਲਾਨਡ ਤੇ ਹੈਫ ਹੈਜ਼ਡ ਨਹੀਂ ਚੱਲੂਗੀ ਹੁਣ ਪੰਜਾਬ ਦੇ ਤਹਿਤ। ਕੋਈ ਨਵੀਆਂ ਕਲੋਨੀਆਂ ਆ ਰਹੀਆਂ, ਜਿਵੇਂ ਗਲਤ ਨਾ ਹੋਵਾਂ ਤਾਂ ਲਾਸਟ ਤੁਸੀਂ ਜਲੰਧਰ 'ਚ ਅਰਬਨ ਸਟੇਟ ਬਣਾਇਆ ਸੀ। ਹਾਂ, ਹੁਣ ਇਹਦੇ 'ਚ ਇਹ ਇਲੀਗਲ ਕਲੋਨੀ ਵਾਲਾ ਕੰਮ ਵੀ ਕਿਉਂ ਰੁਝਾਨ ਵਧਿਆ? ਕਿਉਂਕਿ ਨੰਬਰ 1 ਤਾਂ ਪਿਛਲੇ ਲੰਬੇ ਸਮੇਂ 'ਚ ਪੂਡਾ ਨੇ, ਸਾਡੇ ਹਾਊਸਿੰਗ ਡਿਪਾਰਟਮੈਂਟ ਨੇ ਆਪ ਬਹੁਤ ਹੀ ਮੁਹੱਲੀ ਦੇ ਉੱਪਰ ਜਾਂ ਹੋਰ ਇੱਕ ਦੋ ਥਾਵਾਂ ਦੇ ਉੱਪਰ ਫੋਕਸ ਰਿਹਾ, ਬਾਕੀ ਪੰਜਾਬ ਦੇ ਵਿੱਚ ਨਹੀਂ ਨਿਕਲੇ ਹੈਗੇ। ਮੈਂ ਜਦੋਂ ਮੈਨੂੰ ਮਾਨ ਸਾਹਿਬ ਨੇ ਜ਼ਿੰਮੇਵਾਰੀ ਸੌਂਪੀ, ਮੈਂ ਉਹਦੀ ਕਹਤਾ ਕਿ ਸਿਰਫ ਲੁਧਿਆਣਾ ਜਾਂ ਮੁਹੱਲੀ ਤੱਕ ਨਹੀਂ, ਜਿਹੜੇ ਟੀਅਰ 2 ਟੀਅਰ 3 ਸਿਟੀਜ਼ ਨੇ, ਛੋਟੀਆਂ ਮੰਡੀਆਂ ਨੇ ਜਿਹੜੇ, ਉੱਥੇ ਵੀ ਆਪਾਂ ਆਪਦੀ ਕਾਲੋਨੀਆਂ ਨੇ ਜਿਹੜੀਆਂ ਉਹ ਕੱਟਣੀਆਂ ਨੇ। ਹੁਣ ਉਹਨਾਂ ਦੇ ਤਹਿਤ ਅਸੀਂ ਬਠਿੰਡੇ ਵਿੱਚ ਵੀ, ਅਸੀਂ ਲੁਧਿਆਣੇ 'ਚ ਵੀ, ਅਸੀਂ ਹੋਰ ਛੋਟੇ ਸ਼ਹਿਰਾਂ ਦੇ ਵਿੱਚ ਵੀ, ਮੰਡੀਆਂ ਦੇ ਵਿੱਚ ਵੀ ਤਕਰੀਬਨ 18-20 ਨੇ ਜਿਹੜੀਆਂ ਆਲਰੇਡੀ ਪਾਈਪਲਾਈਨ ਦੇ ਵਿੱਚ ਨੇ, ਅਸੀਂ ਆਪਦੀਆਂ ਜਿਹੜੀਆਂ ਉਹ ਕੱਟ ਰਹੇ ਹਾਂ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ, ਔਰ ਇਹ ਤਾਂ ਹੋ ਗਿਆ ਸਾਡਾ ਕੰਮ, ਔਰ ਸਾਡਾ ਟਾਰਗੇਟ ਹੈ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਇਸ ਸਰਕਾਰ ਦੇ ਵਿੱਚ ਬਹੁਤਾ ਨਾ ਵੀ ਸਹੀ ਤੇ ਮੇਬੀ ਅਰਾਊਂਡ 80 to 100 ਕਾਲੋਨੀਜ਼ ਨੇ ਜਿਹੜੀਆਂ ਅਸੀਂ ਆਪਦੀਆਂ ਪਲਾਨ, ਸਾਡੀ ਵਿਜ਼ਨ ਹੈ ਇੱਕ ਵੀ ਪੂਡਾ ਦੀਆਂ ਆਪਦੀਆਂ ਹੋਣੀਆਂ ਚਾਹੀਦੀਆਂ ਨੇ ਲੈਂਡ ਪੂਲਿੰਗ ਪਾਲਿਸੀਜ਼ ਵਗੈਰਾ ਦੇ ਤਹਿਤ। ਇਸ ਤੋਂ ਇਲਾਵਾ ਪਬਲਿਕ ਆਮ ਐਂਟਰਪ੍ਰੈਨਿਓਰ ਵੀ, ਜਿਹੜਾ ਬਿਜ਼ਨਸਮੈਨ ਵੀ ਜੇ ਕੋਲੋਨਾਈਜੇਸ਼ਨ ਕਰਨੀ ਚਾਹੁੰਦਾ ਤੇ ਉਹਦੇ ਲਈ ਅਸੀਂ ਪ੍ਰੋਸੈਸਿਸ ਨੇ ਜਿਹੜੇ ਉਹ ਬਿਲਕੁਲ ਸਿੰਪਲੀਫਾਈ ਕਰਤੇ। ਅਫੋਰਡੇਬਲ ਹਾਊਸਿੰਗ ਦੀ ਪਾਲਿਸੀ ਲਿਆਉਂਦੀ ਹੈ, ਉਹਦੇ ਵਿੱਚ ਕੰਮ ਇੰਨਾ ਕੁ ਸਿੰਪਲੀਫਾਈ ਕਰਤਾ ਵੀ ਤੁਹਾਨੂੰ ਇਲੀਗਲ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਅੱਜ ਅਪਲਾਈ ਕਰੋ, 45 ਤੋਂ 60 ਦਿਨਾਂ ਦੇ ਵਿੱਚ ਤੁਹਾਨੂੰ NOC ਸਾਰੀਆਂ ਪਰਮਿਸ਼ਨਾਂ ਨੇ ਜਿਹੜੀਆਂ ਉਹ ਦੇ ਦਾਂਗੇ, ਅਸੀਂ ਦੇਵਾਂਗੇ ਸਾਰੀਆਂ। ਜਿਹੜੀਆਂ ਅੱਗੇ ਜੇ ਚੱਕੀ ਦਾ ਵੀ CLU ਕਰਾਉਣਾ ਸੀ, ਮੰਤਰੀ ਕੋਲ ਫਾਈਲਾਂ ਤੁਰੀਆਂ ਫਿਰਦੀਆਂ ਸੀਗੀਆਂ। ਹੁਣ ਤੁਸੀਂ ਸੌਖਾ ਕੀ ਕੀਤਾ? ਅਸੀਂ ਸੌਖਾ ਇਹ ਕਰਤਾ ਕਿ CLU ਪੰਜਾਬ ਦੇ ਵਿੱਚੋਂ ਅਸੀਂ ਪਹਿਲਾਂ ਕੀ ਸਟੈਪ ਹੁੰਦੇ ਸੀਗੇ, CLU, ਲੇਆਊਟ ਪਲਾਨ, ਬਿਲਡਿੰਗ ਪਲਾਨ ਤੇ ਕਾਲੋਨੀਆਂ ਦੇ ਮਸਲੇ ਦੇ ਵਿੱਚ ਫਿਰ ਕਾਲੋਨੀ ਦੀ ਪਾਸਿੰਗ। ਇਹ ਸਾਰੇ ਕੰਮ ਨੂੰ ਸਾਲ, ਸਵਾ ਸਾਲ, 1.5 ਸਾਲ ਲੱਗ ਜਾਂਦਾ ਸੀਗਾ। ਲੋਕ ਧੱਕੇ ਖਾਂਦੇ ਰਹੇ ਸੀ, ਫਾਈਲਾਂ ਸਾਰੀ ਉੱਪਰ ਮੰਤਰੀ ਤੱਕ ਆਉਂਦੀਆਂ ਸੀਗੀਆਂ। ਉਹ ਅਸੀਂ ਸਾਰਾ ਕੰਮ ਬੰਦ ਕਰਤਾ। ਸਾਰੀਆਂ ਪਾਵਰਸ ਨੇ ਜਿਹੜੀਆਂ ਉਹ ਡੀਸੈਂਟਰਲਾਈਜ਼ ਕਰਤੀਆਂ। ਜਿਹੜੇ CA ਔਰ ਹਾਊਸਿੰਗ ਦੇ ਵਿੱਚ CAs ਜਿਹੜੇ ਹੈਗੇ ਅਥਾਰਟੀਆਂ ਦੇ, ਤੇ ਉਧਰਲੇ ਪਾਸੇ ਜਿਹੜੇ ADC UDs ਨੇ, ਅਸੀਂ ਲੋਕਲ ਗਵਰਨਮੈਂਟ ਵਾਲੇ ਪਾਸੇ ਉਹਨਾਂ ਨੂੰ ਆਥੋਰਾਈਜ਼ ਕਰਤਾ।
45 ਤੋਂ 60 ਦਿਨਾਂ ਦੇ ਵਿੱਚ ਅਸੀਂ ਪਹਿਲਾਂ ਉਹਨਾਂ ਨੂੰ ਵੱਖ-ਵੱਖ ਮਹਿਕਮਿਆਂ ਦੇ ਵਿੱਚ ਚੱਕਰ ਖਾਣੇ ਪੈਂਦੇ ਸੀਗੇ। ਹੁਣ ਇੱਕ ਐਪਲੀਕੇਸ਼ਨ ਦਿਓ, ਸਾਰੇ ਮਹਿਕਮਿਆਂ ਦੇ ਕੀ ਡਾਕੂਮੈਂਟ ਚਾਹੀਦੇ ਨੇ ਉਹ ਅਸੀਂ ਉਹਨੂੰ ਨਾਲ ਦੇ ਦਾਂਗੇ, ਇੱਕ ਵਾਰੀ ਕੰਪਲੀਟ ਕਰਕੇ ਦਿਓ ਤੇ ਸਾਰੇ ਮਹਿਕਮਿਆਂ ਤੋਂ ਅਸੀਂ ਸਾਰੀਆਂ ਪਰਮਿਸ਼ਨਾਂ ਲੈ ਕੇ ਉਹਨਾਂ ਨੂੰ 1.5 ਤੇ 2 ਮਹੀਨੇ ਦੇ ਵਿੱਚ ਅਸੀਂ ਉਹਨਾਂ ਨੂੰ ਸਾਰੇ ਅਪਰੂਵਲਸ ਨੇ ਜਿਹੜੀਆਂ ਉਹ ਦੇ ਦਾਂਗੇ ਤੇ ਅਗਲਾ ਦਾ ਕੰਮ। ਲੈਂਡ ਚੇਂਜਿੰਗ ਜਾਂ ਡਿਵੈਲਪਮੈਂਟ ਚਾਰजेस 'ਚ ਕੋਈ ਕਟੌਤੀ ਕੀਤੀ? ਹਾਂ, ਮੋਹਾਲੀ ਦੇ ਏਰੀਆ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਦੇ ਉੱਪਰ CLU EDC ਸਾਰੀਆਂ ਫੀਸਾਂ ਨੇ ਜਿਹੜੀਆਂ ਉਹ ਅਸੀਂ 50% ਕਰਤੀਆਂ ਤਾਂ ਕਿ ਲੋਕ ਇਲੀਗਲ ਵਾਲੇ ਪਾਸੇ ਨਾ ਜਾਣ। ਠੀਕ ਹੈ, ਆਖਰੀ ਸਵਾਲ ਮੇਰਾ, ਬਜਟ 'ਚ ਕੁਝ ਧਮਾਕੇਦਾਰ ਕਰਨ ਜਾ ਰਹੇ ਹੋ? ਜੇ ਪਹਿਲੇ ਹੀ ਕੁਝ ਦੱਸਤਾ ਤੇ ਫਿਰ ਧਮਾਕਾ ਕਿੱਥੇ ਰਹਿ ਜਾਊਗਾ? ਚਲੋ ਆਈਡੀਆ ਤਾਂ ਦੇ ਸਕਦੇ ਹੋ ਵੀ ਹਾਂ ਕੁਝ ਹੈਗਾ। ਨਹੀਂ ਦੇਖੋ, ਇਹਦੇ ਬਾਰੇ ਤਾਂ ਜਾਂ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਾਂ ਫਾਈਨੈਂਸ ਮਿਨਿਸਟਰ ਉਹੀ ਦੱਸ ਸਕਦੇ ਨੇ, ਇਹ ਮੇਰਾ ਪ੍ਰੈਰੋਗੇਟਿਵ ਨਹੀਂ। ਲੋਕ ਸੰਪਰਕ ਵਾਲਿਆਂ ਨੂੰ ਤਾਂ ਪਹਿਲਾਂ ਪਤਾ ਹੈ, ਤੁਹਾਡੇ ਕੋਲ ਤਾਂ ਖਬਰਾਂ ਬਹੁਤ ਹੁੰਦੀਆਂ। ਲੋਕ ਸੰਪਰਕ ਵਾਲਿਆਂ ਨੂੰ ਪਤਾ ਤਾਂ ਲੱਗ ਜਾਣਾ, ਪਰ ਇਹ ਜੇ ਹਰੇਕ ਚੀਜ਼ ਦੀ ਇੱਕ ਟਾਈਮਿੰਗ ਹੁੰਦੀ ਹੈ ਜੀ। ਠੀਕ ਹੈ, ਸੋ ਉਹ ਤੁਸੀਂ ਵੇਟ ਕਰੋ। ਲੋਕ ਪੱਖੀ ਬਜਟ ਹੈ ਜਿਹੜਾ ਉਹ ਆਊਗਾ, ਨੋ ਡਾਊਟ। ਮੈਂ ਮੰਨ ਕੇ ਚੱਲਦਾ ਕਿ ਚੈਲੰਜਸ ਬਹੁਤ ਨੇ, ਹਾਂ ਠੀਕ ਹੈ ਨਾ, ਪਰ ਜਿੰਨੇ ਚੈਲੰਜਸ ਹੁੰਦੇ ਨੇ ਓਪਰਚੁਨਿਟੀਜ਼ ਵੀ ਉਸ ਦੇ ਵਿੱਚੋਂ ਨਿਕਲਦੀਆਂ ਨੇ। ਮੈਂ ਤੁਹਾਡੇ ਜ਼ਰੀਏ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਪਏ ਨੇ ਕਿ ਇੱਥੋਂ ਬੱਚੇ ਛੱਡ ਕੇ ਭੱਜ ਰਹੇ ਨੇ। ਜੇ ਆਪਾਂ ਮੁੜ ਦੁਆਰਾ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣਾ ਨਾ ਜੀ, ਉਹਦੇ 'ਚ ਇਹ ਨਹੀਂ ਹੈ ਵੀ ਅਸੀਂ ਇੱਕ ਵਾਰੀ ਵੋਟ ਪਾਤੀ ਤੇ ਹੁਣ ਸਾਰਾ ਕੁਝ ਸਰਕਾਰ ਕਰੇ ਨਾ। ਇਹ ਸੋਚ ਬਈ ਜੀ ਆਪਾਂ ਨੂੰ ਬਦਲਣੀ ਪਊਗੀ। ਇਹ ਨਾ ਇਕੱਲਾ ਮੁੱਖ ਮੰਤਰੀ, ਨਾ ਇਕੱਲੀ ਕੈਬਨਿਟ, ਨਾ MLA, ਨਾ ਇਕੱਲੇ, ਇਹ ਕਲੈਕਟਿਵ ਹੈ ਜੀ। ਇਹ 3.25 ਕਰੋੜ ਲੋਕ ਜੇ ਸੋਚਣਗੇ 140 ਕਾਲਜ ਬੰਦ ਹੋ ਗਈ ਪੰਜਾਬ, ਸਾਡਾ ਪੰਜਾਬ ਹੈ, ਇਹ ਸਾਡਾ ਘਰ ਹੈ, ਇਹ ਸਾਡਾ ਸਮਾਜ ਹੈ ਤੇ ਅਸੀਂ ਇਹਨੂੰ ਟੌਪ ਤੇ ਲੈ ਕੇ ਜਾਣਾ ਹੈ। ਜਿਸ ਦਿਨ ਇਹ ਸੋਚ ਆ ਗਈ ਨਾ ਜੀ ਆਪਣੇ ਪੰਜਾਬ 3.25 ਕਰੋੜ ਪੰਜਾਬੀਆਂ 'ਚ, ਉਸੇ ਦਿਨ ਹੀ ਪੰਜਾਬ ਪਹਿਲੇ ਸਪੌਟ ਵੱਲ ਉਹ ਵਧਣਾ ਸ਼ੁਰੂ ਹੋ ਜਾਊਗਾ ਤੇ ਬਹੁਤਾ ਲੰਬਾ ਸਮਾਂ ਲੱਗਣਾ ਨਹੀਂ। ਆਪਣੇ ਪੰਜਾਬੀਆਂ ਨੇ ਜਾ ਕੇ ਜਿੱਥੇ ਅੰਗਰੇਜ਼ ਵੀ ਕਾਮਯਾਬ ਨਹੀਂ ਸੀਗੇ, ਉਹੋ ਜਿਹੇ ਸ਼ਹਿਰਾਂ 'ਚ, ਉਹੋ ਜਿਹੇ ਹਾਲਾਤਾਂ 'ਚ, ਉਹੋ ਜਿਹੇ ਮਾਹੌਲ ਦੇ ਵਿੱਚ ਆਪਦੀ ਬੁਲੰਦੀਆਂ ਦੇ ਝੰਡੇ ਗੱਡਦੇ ਤੇ ਇੱਥੇ ਆਪਾਂ ਪਿੱਛੇ ਕਿਵੇਂ ਰਹਿ ਸਕਦੇ ਹਾਂ? ਅੱਛਾ, ਸੰਖੇਪ 'ਚ ਦੱਸਿਓ, ਇਹਨਾਂ ਕੋਠੀਆਂ ਦੇ ਬਾਹਰ ਬਹਿ ਕੇ ਜੋ ਲੱਗਦਾ ਵੀ ਬੜਾ ਸੌਖਾ ਯਾਰ, ਇੱਕ ਵਾਰੀ ਆਈਏ ਸਹੀ, ਇੱਥੇ ਪਾਵਰ ਮਿਲੇ ਸਹੀ, ਵੀ ਐਂ ਕਰ ਦਿਆਂਗੇ, ਅੰਦਰ ਆ ਕੇ ਉਹ ਚੀਜ਼ਾਂ ਸੇਮ ਲੱਗਦੀਆਂ? ਨਹੀਂ, ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸੌਖਾ ਤਾਂ ਜ਼ਿੰਦਗੀ 'ਚ ਕੁਝ ਵੀ ਨਹੀਂ ਹੁੰਦਾ ਤੇ ਜੇ ਤਾਂ ਤੁਸੀਂ ਇੱਥੇ ਇੱਕ ਵਾਰੀ ਆ ਗਏ ਤੇ ਮੁੜ ਕੇ ਨਿਕਲ ਜਾਣਾ ਤੇ ਮੁੜ ਕੇ ਇਸ ਪਾਸੇ ਵੱਲ ਆਉਣਾ ਨਹੀਂ ਹੈਗਾ, ਫਿਰ ਤਾਂ ਬਹੁਤ ਸੌਖਾ ਹੈ, ਫਿਰ ਤਾਂ ਬੈਠੋ ਮਾਰੋ ਮੌਜਾਂ, ਠੀਕ ਹੈ ਨਾ। ਪਰ ਜੇ ਤੁਸੀਂ ਇੱਥੇ ਲੰਬਾ ਸਮਾਂ ਰਹਿਣਾ ਚਾਹੁੰਦੇ ਹੋ, ਜੇ ਤੁਸੀਂ ਜਿੰਨਾ ਸਮਾਂ ਵੀ ਰਹਿੰਦੇ ਹੋ ਆਪਦੀ ਮਨ ਦੀ ਸੈਟੀਸਫੈਕਸ਼ਨ ਵਾਸਤੇ ਤੁਸੀਂ 100% ਕਮਿਟਡ ਹੋ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤੇ ਫਿਰ ਬਹੁਤ ਔਖਾ ਹੈ। ਮੰਤਰੀ ਬਣ ਕੇ ਸੰਤੁਸ਼ਟ ਹੋ? ਮੰਤਰੀ ਬਣ ਕੇ ਸੰਤੁਸ਼ਟ ਹਾਂ, ਪ੍ਰਮਾਤਮਾ ਵੱਲੋਂ, ਪ੍ਰਮਾਤਮਾ ਦਾ ਸਵੇਰੇ ਸ਼ਾਮ ਸ਼ੁਕਰੀਆ ਅਦਾ ਕਰਦੇ ਹਾਂ। ਪ੍ਰਮਾਤਮਾ ਵੱਲੋਂ ਸੰਤੁਸ਼ਟ ਹੋ, ਪਾਵਰ ਵੱਲੋਂ ਸੰਤੁਸ਼ਟ ਹੋ? ਪ੍ਰਮਾਤਮਾ ਵੱਲੋਂ ਵੀ, ਪਾਵਰ ਵੱਲੋਂ ਵੀ, ਹਰ ਪੱਖੋਂ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਬਹੁਤ ਸੰਤੁਸ਼ਟ ਹਾਂ। ਹਾਂ, ਸਿਰਫ ਔਰ ਸਿਰਫ ਇੱਕੋ ਹੀ ਚੀਜ਼ ਦੀ ਸੰਤੁਸ਼ਟੀ ਜਿਹੜੀ ਨਹੀਂ ਹੁੰਦੀ ਹੈਗੀ, ਮੈਂ ਇਹ ਤੋਂ ਵੱਧ ਵੀ ਕੰਮ ਕਰ ਸਕਦਾ, ਇਹ ਤੋਂ ਵੱਧ ਵੀ ਕੰਮ ਕਰ ਸਕਦਾ। ਉਹ ਜਿਹੜੀ ਇੱਕ ਵਰਕ ਐਲਕੋਹਲਿਕ ਵਾਲੀ ਜਿਹੜੀ ਇੱਕ ਆਦਤ ਬਣੀ ਹੋਈ ਹੈ ਨਾ ਜੀ, ਉਹ ਨਹੀਂ ਜਾਂਦੀ ਹੈਗੀ ਤੇ ਜਾਣੀ ਚਾਹੀਦੀ ਵੀ ਨਹੀਂ ਹੈਗੀ। ਔਰ ਮੈਂ ਸਮਝਦਾ ਕਿ ਕੰਮ ਹੈ ਜਿੰਨਾ ਮਰਜ਼ੀ ਕਰ ਲਓ, ਬਹੁਤ ਕੰਮ ਕਰਨ ਵਾਲੇ ਪਏ ਨੇ। ਬਹੁਤ ਬਹੁਤ ਧੰਨਵਾਦ ਅਰੋੜਾ ਸਾਹਿਬ ਗੱਲਬਾਤ ਕਰਨ ਦੇ ਲਈ। ਥੈਂਕ ਯੂ ਵੈਰੀ ਮਚ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਸੋ ਮਚ।